सत श्री अकाल, नमस्कार, आदाब। मैं हाँ बलबीर जंडू, ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਭਾਰਤ ਵਿੱਚ ਇਸ ਵੇਲੇ ਜਿਹੜੀ ਸਨਾਤਨ ਧਰਮ ਨੂੰ ਲੈ ਕੇ ਬਹਿਸ ਚੱਲੀ ਹੋਈ ਹੈ, ਉਸ ਦੀ ਸ਼ੁਰੂਆਤ ਤਾਮਿਲਨਾਡੂ ਦੇ ਮੰਤਰੀ ਤੇ ਸਟਾਲਨ ਜਿਹੜਾ ਮੁੱਖ ਮੰਤਰੀ ਆ ਤਾਮਿਲਨਾਡੂ ਦੇ, ਉਹਨਾਂ ਦੇ ਪੁੱਤਰ ਉਦੈਨਿਧੀ ਸਟਾਲਨ ਦੇ ਉਸ ਬਿਆਨ ਤੋਂ ਹੋਈ ਹੈ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਕਿ ਜਿਹੜਾ ਸਨਾਤਨ ਧਰਮ ਹੈ, ਇਸ ਦਾ ਜਿਹੜਾ ਖਾਤਮਾ, ਜਿਹੜਾ ਬਕਾਇਦਾ, ਜਿਸ ਤਰ੍ਹਾਂ ਅਸੀਂ ਡੇਂਗੂ ਦਾ ਖਾਤਮਾ ਕੀਤਾ, ਮਲੇਰੀਏ ਦਾ ਖਾਤਮਾ ਕੀਤਾ, ਕਰੋਨਾ ਦਾ ਖਾਤਮਾ ਕੀਤਾ, ਉਸ ਤਰ੍ਹਾਂ ਹੀ ਹੋਣਾ ਚਾਹੀਦਾ। ਤੇ ਜੇ ਅਸੀਂ ਇਸ ਦਾ ਵਿਰੋਧ ਕਰਦੇ ਹਾਂ, ਤੇ ਜਿਸ ਤਰ੍ਹਾਂ ਅਸੀਂ ਜੇ ਡੇਂਗੂ ਦਾ ਵਿਰੋਧ ਕਰੀਏ, ਮਲੇਰੀਏ ਦਾ ਵਿਰੋਧ ਕਰੀਏ ਜਾਂ ਕਰੋਨਾ ਦਾ ਵਿਰੋਧ ਕਰੀਏ, ਉਹ ਖਤਮ ਨਹੀਂ ਹੁੰਦਾ। ਇਸ ਕਰਕੇ ਵਿਰੋਧ ਨਾਲ ਖਤਮ ਨਹੀਂ ਹੋਣਾ, ਤੇ ਇਹ ਖਤਮ ਹੋਣ ਦੇ ਨਾਲ ਹੀ ਜਿਹੜੀ ਸਮਾਨਤਾ ਹੈ ਉਹ ਆਏਗੀ ਸਮਾਜ ਦੇ ਵਿੱਚ, ਤੇ ਜਾਤੀ ਪ੍ਰਥਾ ਤੇ ਜਿਹੜੀ ਹੈ ਉਸ ਤੋਂ ਸਾਡਾ ਛੁਟਕਾਰਾ ਹੋਏਗਾ। ਸੋ ਉਹਨੇ ਇਸ ਸਾਰੇ ਪ੍ਰਸੰਗ ਦੇ ਵਿੱਚ ਆਪਣਾ ਜਿਹੜਾ ਬਿਆਨ ਦਿੱਤਾ ਹੈ, ਪੈਰੀਆਰ ਦਾ ਜਿਹੜਾ ਸਿਧਾਂਤ ਹੈ ਉਸ ਦੇ ਪ੍ਰਸੰਗ ਦੇ ਵਿੱਚ ਬਿਆਨ ਦਿੱਤਾ ਹੈ। ਪਰ ਭਾਰਤੀ ਜਨਤਾ ਪਾਰਟੀ ਨੇ ਉਸ ਨੂੰ ਬਕਾਇਦਾ ਇੱਕ ਆਪਣਾ ਨਵਾਂ ਵਰਤਾਰਾ ਸਿਰਜਣ ਦੇ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ। ਉਹਦੇ ਜਿਹੜੇ ਕੇਂਦਰੀ ਮੰਤਰੀ, ਚਾਹੇ ਅਮਿਤ ਸ਼ਾਹ, ਚਾਹੇ ਰਾਜਨਾਥ ਸਿੰਘ, ਜਿਹੜੇ ਕੈਬਨਿਟ ਮੰਤਰੀ ਨੇ, ਉਹਨਾਂ ਨੇ ਬਕਾਇਦਾ ਇਹਦੇ ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਜੋ ਕੁਝ ਵੀ ਹੋ ਰਿਹਾ ਹੈ, ਇਹ ਹਿੰਦੂਆਂ ਦਾ ਜਿਹੜਾ ਨਰਸੰਹਾਰ ਕਰਨ ਲਈ ਹੈ, ਹਿੰਦੂਆਂ ਦਾ ਕਤਲੇਆਮ ਦਾ ਜਿਹੜਾ ਸੱਦਾ ਦਿੱਤਾ ਜਾ ਰਿਹਾ ਹੈ। ਸੋ ਉਹਨੂੰ ਇਸ ਢੰਗ ਨਾਲ ਪੇਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਜਾਂ ਜਿਹੜਾ ਇਹ ਸਨਾਤਨ ਧਰਮ ਦੇ ਜਿਹੜੇ ਵਿਰੋਧੀ ਹੈ, ਉਹਨਾਂ ਲੋਕਾਂ ਵੱਲੋਂ ਇਸ ਤਰ੍ਹਾਂ ਹੋ ਰਿਹਾ, ਤਾਂ ਇਸ ਦਾ ਜਿਹੜਾ ਅਸਰ ਹੈ ਉਹ ਸਾਰੇ ਹੀ ਜਿਹੜੇ ਸਾਡਾ ਸਮਾਜਿਕ ਤਾਣਾ ਬਾਣਾ ਇਸ ਨਾਲ ਹਿੱਲਿਆ। ਔਰ ਬਕਾਇਦਾ ਜਿਹੜੇ ਅੰਬੇਦਕਰ ਰਾਈਟ ਨੇ ਔਰ ਜਿਹੜਾ ਦਲਿਤ ਭਾਈਚਾਰਾ ਹੈ, ਉਹਨਾਂ ਸਾਰਿਆਂ ਦੇ ਵਿੱਚ ਵੀ ਇਸ ਦਾ ਜਿਹੜਾ ਬੜਾ ਅਸਰ ਗਿਆ, ਔਰ ਸਾਰੇ ਹੀ ਇਸ ਪੱਖ ਤੋਂ ਚੇਤੰਨ ਹੋ ਕੇ ਜਿਹੜੇ ਸਮਾਜ ਦੇ ਅੰਦਰ ਲੋਕ ਜਿਹੜੇ ਆ ਉਸ ਦੇ ਹੱਕ ਦੇ ਵਿੱਚ ਵੀ, ਉਦੈਨਿਧੀ ਸਟਾਲਨ ਦੇ, ਔਰ ਉਸ ਦੇ ਵਿਰੋਧ ਦੇ ਵਿੱਚ ਵੀ ਖੜੇ ਆ। ਤੇ ਹਿੰਦੂ ਸਮਾਜ ਦੇ ਅੰਦਰ ਵੀ ਇਸ ਗੱਲ ਨੂੰ ਲੈ ਕੇ ਨਵੇਂ ਸਿਰੇ ਤੋਂ ਫੇਰ ਚਰਚਾ ਛਿੜ ਗਈ ਹੈ ਕਿ ਸਨਾਤਨ ਧਰਮ ਜਿਹੜਾ ਹੈ ਉਸ ਦੇ ਬਾਰੇ ਔਰ ਸਮਾਜ ਦੀਆਂ ਮੌਜੂਦਾ ਪ੍ਰਸਥਿਤੀਆਂ ਨੂੰ ਲੈ ਕੇ ਜਿਹੜੀ ਹੈ ਸਾਰੀ ਗੱਲਬਾਤ ਹੋ ਰਹੀ ਹੈ। ਤੇ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਨਾਲ ਹੀ ਭਾਰਤੀ ਜਨਤਾ ਪਾਰਟੀ ਦੀ, ਨਰਿੰਦਰ ਮੋਦੀ ਦੀ ਅਗਵਾਈ ਵਾਲੀ ਹਕੂਮਤ ਲਗਾਤਾਰ ਸੰਵਿਧਾਨ ਦੇ ਵਿੱਚ ਤਬਦੀਲੀਆਂ ਕਰਨ ਦੇ ਲਈ ਵੱਖ-ਵੱਖ ਮੌਕੇ ਜਿਹੜੇ ਹੈ ਉਹਨਾਂ ਨੂੰ ਢੂੰਡਦੀ ਹੈ। ਤੇ ਹੁਣ ਜਿਹੜੀ ਨਵੀਂ ਗੱਲ ਆਈ ਹੈ ਕਿ ਕਿਸ ਤਰ੍ਹਾਂ ਜਿਹੜਾ ਸਾਡਾ ਸੰਵਿਧਾਨ ਦੇ ਅੰਦਰ ਲਿਖਿਆ ਹੋਇਆ ਬਕਾਇਦਾ ਇੰਡੀਆ ਦੈਟ ਇਜ਼ ਭਾਰਤ, ਉਸ ਨੂੰ ਵੀ ਚੇਂਜ ਕਰਕੇ ਤੇ ਭਾਰਤ ਜਿਹੜਾ ਇਕੱਲਾ ਨਾਂ ਹੈ ਉਹ ਰੱਖਣਾ ਚਾਹੁੰਦੇ ਆ। ਇਸ ਦਾ ਜਿਹੜਾ ਪ੍ਰਮਾਣ ਹੈ ਬਕਾਇਦਾ ਜਿਹੜੀ ਰਾਸ਼ਟਰਪਤੀ ਵੱਲੋਂ G20 ਦੇ ਜਿਹੜੇ ਮਹਿਮਾਨ ਆਉਣੇ ਆ, ਜਿਹੜੀ ਉੱਥੇ ਮੀਟਿੰਗ ਹੋ ਰਹੀ ਹੈ 9 ਤੇ 10 ਸਤੰਬਰ ਨੂੰ, ਉਹਨਾਂ ਦਾ ਜਿਹੜਾ ਰਾਤ ਦੇ ਡਿਨਰ ਦਾ ਜਿਹੜਾ ਸੱਦਾ ਪੱਤਰ ਲਿਖਿਆ ਗਿਆ, ਉਸ ਦੇ ਉੱਤੇ ਬਕਾਇਦਾ ਇਹ ਗੱਲ ਲਿਖੀ ਗਈ ਹੈ, ਪ੍ਰੈਜ਼ੀਡੈਂਟ ਆਫ ਭਾਰਤ। ਸੋ ਉਸ ਗੱਲ ਨੂੰ ਲੈ ਕੇ ਹੁਣ ਸਾਰੇ ਹਿੰਦੁਸਤਾਨ 'ਚ ਵੀ ਵਿਵਾਦ ਹੈ। ਸੋ ਇਹ ਸਾਰੀਆਂ ਗੱਲਾਂ ਨੂੰ ਅਸੀਂ ਲੈ ਕੇ ਕਿ ਇਸ ਦੇ ਨਾਲ ਹਿੰਦੁਸਤਾਨ ਦੇ ਸਮਾਜ ਦੇ ਵਿੱਚ ਵੀ ਜਿਸ ਤਰ੍ਹਾਂ ਦੀ ਹਲਚਲ ਪੈਦਾ ਹੋਈ ਹੈ, ਜਿਸ ਤਰ੍ਹਾਂ ਰਾਜਸੀ ਹਲਚਲ ਪੈਦਾ ਹੋਈ ਹੈ, ਤਾਂ ਇਹ ਸਾਰੇ ਦੇ ਵਿੱਚ ਜੋ ਕੁਝ ਨਜ਼ਰ ਆ ਰਿਹਾ ਜਾਂ ਲੋਕ ਦੇਖ ਰਹੇ ਆ, ਉਸ ਦੇ ਉੱਤੇ ਅਸੀਂ ਚਰਚਾ ਕਰਾਂਗੇ ਕਿ ਕਿਸ ਤਰ੍ਹਾਂ ਸਮਾਜ ਇਸ ਦੇ ਉੱਤੇ ਦੋਵੇਂ ਪਾਸੇ ਦੋ ਵਿਚਾਰਧਾਰਾਵਾਂ ਜਿਹੜੀਆਂ ਉਹਨਾਂ ਦੇ ਨਾਲ ਕਿਵੇਂ ਜੁੜ ਕੇ ਇੱਕ ਦੂਸਰੇ ਨੂੰ ਜਿਹੜਾ ਦੇਖ ਰਿਹਾ ਤੇ ਕੀ ਇਹਦਾ ਨਤੀਜਾ ਸਾਹਮਣੇ ਆਉਂਦਾ, ਇਸ ਸਾਰੇ ਦੇ ਉੱਤੇ ਅਸੀਂ ਚਰਚਾ ਕਰਾਂਗੇ। ਇਸ ਚਰਚਾ ਦੇ ਲਈ ਅੱਜ ਸਾਡੇ ਨਾਲ ਜੁੜੇ ਨੇ ਸਾਡੇ ਵਿਸ਼ੇਸ਼ ਮਹਿਮਾਨ, ਉੱਘੇ ਬੁੱਧੀਜੀਵੀ, ਉੱਘੇ ਰਾਜਸੀ ਚਿੰਤਕ ਸਤਨਾਮ ਚਾਨਾ ਜੀ ਤੇ ਸੀਨੀਅਰ ਪੱਤਰਕਾਰ ਸਰਦਾਰ ਜਸਪਾਲ ਸਿੰਘ ਸਿੱਧੂ ਜੀ, ਜਿਨ੍ਹਾਂ ਦਾ ਬੜਾ ਲੰਬਾ ਤਜਰਬਾ ਹੈ ਪੱਤਰਕਾਰੀ ਦਾ। ਅਸੀਂ ਆਪਣੇ ਦੋਨਾਂ ਮਹਿਮਾਨਾਂ ਤੋਂ ਇਹ ਜਾਣਨਾ ਚਾਹਾਂਗੇ ਕਿ ਇਹ ਜੋ ਕੁਝ ਵਾਪਰ ਰਿਹਾ ਹਿੰਦੁਸਤਾਨ 'ਚ, ਇਸ ਨੂੰ ਉਹ ਕਿਸ ਤਰ੍ਹਾਂ ਦੇਖਦੇ ਆ ਤੇ ਉਹਨਾਂ ਦੀ ਇਸ ਬਾਰੇ ਕੀ ਰਾਏ ਹੈ। ਚਾਨਾ ਜੀ, ਸਿੱਧੂ ਸਾਹਿਬ, ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ। ਧੰਨਵਾਦ ਜੀ, ਸ਼ੁਕਰੀਆ। ਚਾਨਾ ਜੀ, ਜੋ ਕੁਝ ਇਹ ਸਾਹਮਣੇ ਆਇਆ ਹੈ, ਜੋ ਕੁਝ ਉਦੈਨਿਧੀ ਜਿਹੜਾ ਸਟਾਲਨ ਹੈ ਉਸ ਦੇ ਬਿਆਨ ਆਉਣ ਤੋਂ ਬਾਅਦ ਜਿਹੜੀ ਹਲਚਲ ਹੋਈ ਹੈ ਸਾਡੇ ਸਮਾਜ ਦੇ ਵਿੱਚ, ਸਾਡੇ ਰਾਜਸੀ ਹਲਕਿਆਂ ਦੇ ਵਿੱਚ, ਇਸ ਦੇ ਬਾਰੇ ਤੁਹਾਡੀ ਕੀ ਰਾਏ ਹੈ? ਜੰਡੂ ਸਾਹਿਬ, ਬਹੁਤ ਹੈਰਾਨ ਹੁੰਦੇ ਹੋਣਗੇ ਲੋਕ ਕਿ ਇੱਕ ਯੰਗ ਮੁੰਡਾ
ਪਰ ਉਹ ਵੀ ਕੋਈ ਬਹੁਤ ਵੱਡਾ ਨਾ ਉਹ ਲੀਡਰ, ਨਾ ਉਹ ਫਿਲਾਸਫਰ, ਨਾ ਉਹ ਸਿਧਾਂਤਕਾਰ। ਉਹਦਾ ਇੱਕ ਦਿੱਤਾ ਹੋਇਆ ਬਿਆਨ ਆ ਜਿਹੜਾ, ਉਹ ਸਾਰੇ ਹਿੰਦੁਸਤਾਨ ਦੇ ਵਿੱਚ, ਸਾਰੇ ਦੇਸ਼ ਦੇ ਵਿੱਚ ਜਿਹੜਾ ਇੱਕ ਸੈਕਸ਼ਨ ਹੈਗਾ ਖਾਸ ਤੌਰ ਤੇ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਫੋਲੋਅਰ ਨੇ ਜਾਂ ਉਹਦੀ ਟੀਮ ਆ, ਉਹਨਾਂ ਨੇ ਇਦਾਂ ਜਾਂ ਹਾਹਾਕਾਰ ਆਰਐਸਐਸ ਦੇ ਫਾਲੋਅਰ ਨੇ। ਜੀ ਜੀ। ਦੇ ਔਰ ਇਦਾਂ ਹਾਹਾਕਾਰ ਮਚਾਈ ਹੋਈ ਆ, ਜਿਹਦੀ ਸਮਝ ਤਾਂ ਆ ਸਕਦੀ ਆ ਕਿ ਇਹ ਜਿਸ ਵੀ ਨੁਕਤਾ ਨਿਗਾਹ ਤੋਂ ਉਹਨੇ ਸਟੇਟਮੈਂਟ ਦਿੱਤੀ ਆ ਨਾ, ਸਟਾਲਨ ਦੇ ਪੁੱਤਰ ਨੇ, ਮੰਤਰੀ ਆ ਭਾਵੇਂ ਉਹ, ਉਹਦੇ ਪਿੱਛੇ ਆ ਨਾ ਜਿਹੜੀ ਹਿਸਟਰੀ ਤੇ ਉਹਦੇ ਪਿੱਛੇ ਆ ਜਿਹੜੀ ਫਿਲਾਸਫੀ, ਅਸਲ ਵਿੱਚ ਉਹ ਹੈ, ਉਹ ਅੱਜ ਉਹਦੇ ਬਿਆਨ ਦੇ ਨਾਲ ਪੈਦਾ ਨਹੀਂ ਹੋਈ। ਔਰ ਉਹ ਤਕਰੀਬਨ 18ਵੀਂ ਸਦੀ ਦੇ ਪਿਛੇ ਮਤਲਬ ਉਹਦੇ ਤੇ ਕੰਮ ਹੋ ਰਿਹਾ ਸੀਗਾ, ਔਰ ਤੇਜ਼ੀ ਦੇ ਨਾਲ ਕੰਮ ਹੋ ਰਿਹਾ ਸੀਗਾ, ਜਿਹਦੇ 'ਚ ਬਹੁਤ ਸਾਰੇ ਉਤਰਾਅ ਚੜਾਅ ਆਏ। ਔਰ ਉਹ ਹੁਣ ਦੁਬਾਰਾ ਜਦੋਂ ਉਹਨੇ ਉਹ ਸਟੇਟਮੈਂਟ ਦਿੱਤੀ ਆ ਤੇ ਦੇਸ਼ ਦੇ ਅੱਜ ਦੇ ਹਾਲਾਤ ਦੇ ਵਿੱਚ ਜਿਸ ਤਰ੍ਹਾਂ ਉਹਨੇ ਕਾਟ ਕੀਤਾ ਆ, ਔਰ ਉਹ ਇਸ ਗੱਲ ਦੀ ਇਹ ਗਵਾਹ ਹੈ ਕਿ ਉਹ ਕਿਸ ਤਰ੍ਹਾਂ ਲੋਕਾਂ ਦੇ ਮਨਾਂ 'ਚ, ਲੋਕਾਂ ਦੀ ਸਾਈਕੀ ਦੇ ਵਿੱਚ, ਸਾਊਥ ਦੇ ਲੋਕਾਂ ਦੀ ਸਾਈਕੀ ਦੇ ਵਿੱਚ ਜਿਹੜਾ ਨਾ ਉਹ ਜਿਉਂਦੀ ਸੀਗੀ। ਔਰ ਉਹਨੂੰ ਮੌਕਾ ਮਿਲਿਆ ਖਾਸ ਹਾਲਾਤ ਦੇ ਵਿੱਚ, ਜਿਸ ਤਰ੍ਹਾਂ ਦਾ ਦੇਸ਼ ਦੇ ਵਿੱਚ ਪੂਰਾ ਮਾਹੌਲ ਮਿਲਿਆ ਹੋਇਆ। ਸੋ ਇਸ ਕਰਕੇ ਇਹਨੂੰ ਸਮਝਣ ਦੀ ਬੜੀ ਜ਼ਰੂਰਤ ਹੈ ਕਿ ਅਸਲ ਦੇ ਵਿੱਚ ਉਹਨੇ ਜਿਹੜੀ ਇਹ ਗੱਲ ਕਹੀ ਆ, ਉਹਦਾ ਅਸਲ ਅਰਥ ਕੀ ਆ, ਮਤਲਬ ਕੀ ਆ, ਤੇ ਜਿਸ ਤਰ੍ਹਾਂ ਦਾ ਰਿਐਕਸ਼ਨ ਹੋਇਆ ਅੱਗੋਂ, ਉਹ ਵੀ ਬੜਾ ਕਮਾਲ ਆ। ਉਹ ਕਮਾਲ ਇਹ ਆ ਕਿ ਇੱਕ ਆਦਤ ਬਣਾ ਲਈ ਉਹਨਾਂ ਨੇ ਕਿ ਜਿਹੜਾ ਵੀ ਕੋਈ ਉਹਨਾਂ ਦਾ ਵਿਰੋਧੀ ਧਿਰ ਦੇ ਵਿੱਚੋਂ ਕੁਝ ਬੋਲੇ, ਜਿੱਥੋਂ ਉਹਨੂੰ ਇੱਕ ਸ਼ਬਦ ਵੀ ਮਿਲ ਜਾਵੇ, ਫਿਰ ਉਹਦੇ ਉੱਤੇ ਨਾ ਪੂਰਾ ਹੱਲਾ ਕਰ ਦਿਓ, ਪੂਰਾ ਜਿਹੜਾ ਨਾ ਉਹਦੇ ਉੱਤੇ ਹੁਣ ਕੀਤਾ ਇਹ ਆ ਕਿ ਜਦੋਂ ਇਹਦੇ ਅਸਲ ਅਰਥਾਂ ਨੂੰ ਸਮਝਾਂਗੇ, ਜਾਂ ਦੇਸ਼ ਨੂੰ ਬੜੀ ਤੇਜ਼ੀ ਦੇ ਨਾਲ ਇਸ ਗੱਲ ਦੀ ਸਮਝ ਆ ਰਹੀ ਆ, ਉਹਨੇ ਉਹਨਾਂ ਦੇ ਉੱਤੇ ਕੀਤਾ ਜਿਨ੍ਹਾਂ ਨੂੰ ਉਹ ਸਨਾਤਨੀ ਕਹਿੰਦੇ ਆ, ਹੈ ਨਾ। ਤੇ ਇਹ ਸਨਾਤਨੀ ਲੋਕ ਆ, ਸਨਾਤਨੀ ਆ ਜਿਹੜੇ, ਉਹਨਾਂ ਦੇ ਨਾਲ ਆਪਣੇ ਆਪ ਨੂੰ ਕੰਪਲੀਟਲੀ ਜੋੜ ਲਿਆ ਉਹਨਾਂ ਲੋਕਾਂ ਨੇ, ਜਿਨ੍ਹਾਂ ਲੋਕਾਂ ਨੇ ਇਹਦਾ ਵਿਰੋਧ ਕੀਤਾ ਆ। ਲੇਕਿਨ ਹੁਣ ਇਹ ਤੁਸੀਂ ਦੇਖੋਗੇ ਕਿ ਹਿੰਦੂ ਭਾਈਚਾਰੇ ਦੇ ਅੰਦਰੋਂ ਜਿਹੜੇ ਲੋਕ ਦਇਆਨੰਦ ਸਰਸਵਤੀ ਦਇਆਨੰਦ ਜੀ ਦੇ ਚੇਲੇ ਨੇ ਜਾਂ ਮਹਾਤਮਾ ਗਾਂਧੀ ਦੇ ਫੋਲੋਅਰ ਨੇ, ਉਹ ਉਹਨਾਂ 'ਚ ਪੋਲਰਾਈਜੇਸ਼ਨ ਸ਼ੁਰੂ ਹੋ ਗਈ ਹੈ। ਔਰ ਇਹ ਬਹੁਤ ਵੱਡਾ ਕੰਮ ਹੋ ਗਿਆ ਕਿ ਹਿੰਦੂਆਂ ਦੇ ਅੰਦਰ ਜਿਹੜੀ ਪਹਿਲਾਂ ਪੋਲਰਾਈਜੇਸ਼ਨ ਨਹੀਂ ਸੀ, ਜਿਹੜੀ ਕੀਤੀ ਨਹੀਂ ਸੀ ਜਾ ਸਕਦੀ, ਉਹਦੇ ਇੱਕ ਬਿਆਨ ਨੇ ਕਰ ਦਿੱਤੀ ਕਿ ਸਨਾਤਨੀ ਕਿਹੜੇ ਨੇ ਤੇ ਸਨਾਤਨੀਆਂ ਦੇ ਖਿਲਾਫ ਜਿਹੜੇ ਸੰਘਰਸ਼ ਕਰਦੇ ਆ ਰਹੇ ਉਹ ਕਿਹੜੇ ਨੇ। ਜਾਣੀ ਉਹ ਜਿਹੜਾ ਇਕਜੁੱਟ ਕਰਨ ਦਾ ਸਿਲਸਿਲਾ ਚਲਾਇਆ ਹੋਇਆ ਸੀ ਨਾ, ਕਿ ਸਾਰੇ ਹਿੰਦੂਆਂ ਨੂੰ ਇੱਕ ਜਗ੍ਹਾ ਕਰਨ ਦਾ, ਜਾਂ ਇਹਦੇ 'ਚ ਇਹ ਡੈਫੀਨੇਸ਼ਨ ਜਿਹੜੀ ਨਾ ਹੁਣ ਦੁਬਾਰਾ ਉੱਭਰ ਕੇ ਜਿਹੜੀ ਸਾਹਮਣੇ ਆਈ ਹੈ, ਤਾਂ ਪਤਾ ਲੱਗਿਆ ਕਿ ਇਹ ਸਟਾਲਨ ਦਾ ਬੇਟਾ ਨਹੀਂ ਹੈ, ਔਰ ਇਸ ਵਿਚਾਰਧਾਰਾ ਦੇ ਖਿਲਾਫ ਲੜਾਈ ਲੜਨ ਵਾਲੇ ਮਹਾਰਿਸ਼ੀ ਦਇਆਨੰਦ ਵਰਗੇ ਵੀ ਹੈਗੇ ਨੇ, ਤੇ ਮਹਾਤਮਾ ਗਾਂਧੀ ਜੀ ਵੀ ਨੇ। ਔਰ ਮਹਾਤਮਾ ਗਾਂਧੀ ਜੀ ਤੇ ਹਮਲਾ ਜਿਨ੍ਹਾਂ ਦੇ ਇੱਕ ਵਾਰੀ ਥੋੜ੍ਹਾ ਹੋਇਆ, ਇੱਕ ਵਾਰੀ ਦਾ ਹੋਇਆ, ਉਹਨਾਂ ਦੀ ਹੱਤਿਆ ਹੋ ਗਈ। ਔਰ ਉਹ ਤੋਂ ਪਹਿਲਾਂ ਜਿੰਨੀ ਵਾਰ ਵੀ ਉਹਨਾਂ ਦੇ ਉੱਤੇ ਹਮਲੇ ਹੋਏ ਆ, ਉਹ ਲੋਕ ਕਿਹੜੇ ਸੀਗੇ? ਸਨਾਤਨੀ। ਹੁਣ ਚਾਹਨਾ ਜੀ ਮੈਂ ਇੱਥੇ ਐਡ ਕਰ ਦੇਣਾ ਚਾਹਣਾ, ਉਦੇ ਨਿਧੀ ਦੇ ਖਿਲਾਫ ਵੀ ਇੱਕ ਜਿਹੜਾ ਸੰਤ ਹੈ ਉਸਨੇ ਬਿਆਨ ਦਿੱਤਾ ਹੈ ਕਿ ਜਿਹੜਾ ਵੀ ਉਹਦਾ ਸਿਰ ਲਾ ਕੇ ਮੇਰੇ ਕੋਲ ਲਿਆਊਗਾ, ਮੈਂ ਉਹਨੂੰ 10 ਕਰੋੜ ਰੁਪਈਆ ਇਨਾਮ ਦਊਂਗਾ। ਹਾਂਜੀ, ਇਦਾਂ ਹੀ ਜਿਹੜਾ ਵੀ ਇਸ ਵਿੱਚ ਹਨ, ਉਹ ਕੀ ਵਿਚਾਰਧਾਰਾ ਆ? ਉਹ ਵਿਚਾਰਧਾਰਾ ਇਹ ਆ ਕਿ ਜਿਹੜਾ ਇਸ ਸਮਾਜ ਦੇ ਅੰਦਰ ਜਾਂ ਜਿਹੜਾ ਮਨੁ ਸਿਮਰਤੀ ਦਾ ਵਿਧਾਨ ਹੈਗਾ ਆ, ਜਿਹਦੇ 'ਚ ਸਮਾਜ ਦੀ ਡਿਵੀਜ਼ਨ ਆ, ਜਿਹਦੇ 'ਚ ਜਾਤ ਪਾਤ ਹੈ, ਜਿਹਦੇ 'ਚ ਵਰਣ ਹੈ, ਔਰ ਜਿਹਦੇ 'ਚ ਔਰਤਾਂ ਦਾ ਤੇ ਅਛੂਤਾਂ ਦਾ ਦਰਜਾ ਜਿਹੜਾ ਬੜਾ ਡਿਫਾਈਨਡ ਹੈ ਕਿ ਵੀ ਉਹਨਾਂ ਨੂੰ ਕਿਸ ਦਰਜੇ ਤੇ ਰੱਖਣਾ। ਜਿਹੜਾ ਵਿਅਕਤੀ ਉਹਨਾਂ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਦੇ ਖਿਲਾਫ, ਉਹਨਾਂ 'ਚ ਸੁਧਾਰ ਚਾਹੁੰਦਾ ਆ, ਉਹਨਾਂ ਦੇ ਖਿਲਾਫ ਲੜਨ ਵਾਲਾ ਜਿਹੜਾ ਸੈਕਸ਼ਨ ਆ, ਉਹ ਆਪਣੇ ਆਪ ਨੂੰ ਸਨਾਤਨੀ ਕਹਿੰਦੇ ਆ। ਯਾਨੀ ਉਹਨਾਂ ਨੇ ਧਰਮ ਬਾਅਦ 'ਚ ਜੋੜਿਆ ਹੈਗਾ, ਲੇਕਿਨ ਉਹ ਇਹ ਆ ਕਿ ਵੀ ਜਿਹੜਾ ਪ੍ਰਬੰਧ ਦੇਸ਼ ਦੇ ਅੰਦਰ ਉਸਰਿਆ ਹੋਇਆ ਜਮਾਤਾਂ ਦਾ, ਜਾਤਾਂ ਦਾ, ਉਹਨੂੰ ਜਿਹੜਾ ਠੇਸ ਪਹੁੰਚਾਉਂਦਾ ਹੈਗਾ ਆ, ਉਹ ਉਹਨਾਂ ਦੇ ਖਿਲਾਫ ਲੜਦੇ ਆ, ਉਹ ਉਹਨਾਂ ਦੇ ਖਿਲਾਫ ਨੇ। ਜਿਨ੍ਹਾਂ ਨੇ ਵੀ ਇਸ ਗੱਲ ਦੇ ਲਈ, ਜਾਂ ਸੁਧਾਰਵਾਦੀ ਲਹਿਰਾਂ ਜਿਹੜੀਆਂ ਚੱਲੀਆਂ, ਉਹ ਸੁਧਾਰਵਾਦੀ ਲਹਿਰਾਂ ਦਾ ਵਿਰੋਧ ਜਿਨ੍ਹਾਂ ਨੇ ਕੀਤਾ, ਉਹ ਇਹ ਸੈਕਸ਼ਨ ਨੇ। ਔਰ ਉਹਨਾਂ ਦੇ ਵਿੱਚ ਹਿੰਦੂ ਜਿਹੜੇ ਆ ਮਹਾਤਮਾ
ਜਾਂ ਹਿੰਦੂ ਜਿਹੜੇ ਆ ਫਿਲਾਸਫਰ ਜਿਨ੍ਹਾਂ ਨੇ ਮੁਹਿੰਮਾਂ ਚਲਾਈਆਂ ਕਿ ਸਤੀ ਦੇ ਖਿਲਾਫ ਔਰ ਜਾਤ ਪਾਤ ਦੇ ਖਿਲਾਫ, ਇੱਥੋਂ ਤੱਕ ਕਿ ਅੰਤਰਜਾਤੀ ਵਿਆਹਾਂ ਦੇ ਹੱਕ ਦੇ ਵਿੱਚ ਜਿਹੜੀਆਂ ਮੂਵਮੈਂਟਾਂ ਵੀ ਉੱਠੀਆਂ ਇਹਦੇ ਅੰਦਰ, ਉਹ ਸਾਰੀਆਂ ਸੁਧਾਰ ਦੀਆਂ ਲਹਿਰਾਂ ਜਿਹੜੀਆਂ ਉਹਨਾਂ ਦਾ ਵਿਰੋਧ ਜਿਨ੍ਹਾਂ ਲੋਕਾਂ ਨੇ ਡਟ ਕੇ ਕੀਤਾ ਸੀ ਨਾ, ਉਹ ਲੋਕ ਨੇ। ਹੁਣ ਇਹਦਾ ਇਹ ਸ਼ਬਦ ਵਰਤਣਾ, ਇਹ ਬੜਾ ਜ਼ੋਰ ਲਾ ਲਿਆ ਲੋਕਾਂ ਨੇ, RSS ਵੀ ਕਹਿ ਲਿਆ, ਉਹਨਾਂ ਨੇ ਫਾਸਿਸਟ ਆਈਡੀਓਲੋਜੀ ਵੀ ਕਹਿ ਲਈ, ਬਹੁਤ ਕੁਝ ਕਹਿ ਲਿਆ, ਲੇਕਿਨ ਉਹ ਜਿਹੜੀ ਨਾ ਉਹ ਜਿਹੜੀ ਡਿਵੀਜ਼ਨ ਆ ਉਹਨਾਂ ਦੇ ਅੰਦਰ ਆ, ਜਿਹੜੀ ਕਤਾਰਬੰਦੀ ਜੀ ਤੇ ਆਪਣੇ ਅੰਦਰ ਆ ਨਾ, ਉਹ ਨਹੀਂ ਸੀ ਸਾਹਮਣੇ ਆਉਂਦੀ ਕਿ ਕਿਹਨਾਂ ਦੀ ਗੱਲ ਕੀਤੀ ਜਾ ਰਹੀ ਹੈ ਨਾ। ਉਹ ਕਹਿੰਦੇ ਜੇ ਹਿੰਦੂ 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 ਹੈ ਨਾ, ਜਾਂ ਬ੍ਰਾਹਮਣ ਆ ਤਾਂ ਫਿਰ ਸਾਰੇ ਹੀ ਬ੍ਰਾਹਮਣ ਇੱਕ ਜਗ੍ਹਾ ਜਿਹੜਾ ਨਾ ਉਹਨਾਂ ਨੂੰ ਕਰਕੇ, ਔਰ ਉਹ ਬ੍ਰਾਹਮਣਵਾਦ ਤੇ ਬ੍ਰਾਹਮਣ ਨੂੰ ਜੀ ਬਿਲਕੁਲ ਠੀਕ ਜੀ, ਮਤਲਬ ਉਹਨਾਂ ਨੂੰ ਮਿਕਸ ਕਰ, ਯਾਨੀ ਇਦਾਂ ਦਾ ਕਨਫਿਊਜ਼ਨ ਜਿਹੜਾ ਕ੍ਰੀਏਟ ਹੋ ਕੇ ਇਹ ਸਾਰਾ ਕੁਝ ਝੰਜਟ ਦੇਸ਼ ਦੇ ਖੜਾ ਹੋਇਆ ਸੀਗਾ, ਉਹਦੇ ਇੱਕ ਪੱਖ ਦੇ ਵਿੱਚ ਤਾਂ ਜਿਹੜਾ ਨਾ ਨਿਖਾਰ ਇਸ ਬਿਆਨ ਦੇ ਨਾਲ ਹੁਣ ਸਿੱਧਾ ਜਿਹੜੇ ਸਟਾਲਿਨ ਦੇ ਹੱਕ ਦੇ ਵਿੱਚ ਬੋਲਣ ਵਾਲੇ ਲੋਕ ਜਿਹੜੇ ਨਾ, ਉਹ ਦੂਸਰੇ ਹੋਰ ਧਰਮਾਂ ਦੇ ਲੋਕ ਨਹੀਂ ਹੈਗੇ, ਔਰ ਉਹ ਵੀ ਉਹਨਾਂ ਦੇ ਅੰਦਰੋਂ ਜਿਹੜੇ ਸੁਧਾਰ ਦੇ ਹੱਕ 'ਚ ਪਿਛਲੀਆਂ ਲਹਿਰਾਂ ਦੇ ਨਾਲ ਜੁੜੇ ਹੋਏ ਆ ਨਾ, ਉਹ ਨਿਖਰ ਕੇ ਉਹਦੇ ਹੱਕ ਦੇ ਵਿੱਚ ਬਿਆਨ ਦੇ ਵਿਰੋਧ ਵਿੱਚ ਵੀ ਆ। ਵਿਰੋਧ 'ਚ ਤਾਂ ਬਹੁਤ ਵਾਇਲੈਂਟ ਹੈਗਾ, ਜਿਹੜੇ ਉਹਦੇ ਹੱਕ 'ਚ ਆਉਣੇ ਸ਼ੁਰੂ ਹੋਏ ਆ, ਜੇ ਤੁਸੀਂ ਉਹਨਾਂ ਨੂੰ ਦੇਖੋਗੇ ਉਹ ਵੀ ਉਹੀ ਆ ਕਿ ਜਿਹੜੀਆਂ ਪਿਛਲੀਆਂ ਲਹਿਰਾਂ ਚੱਲਦੀਆਂ ਆਈਆਂ, ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਆ ਜਾਂ ਜਿਹੜੇ ਉਹਨਾਂ ਨੂੰ ਠੀਕ ਕਹਿੰਦੇ ਆ, ਉਹ ਸਟਾਲਿਨ ਦੇ ਹੱਕ 'ਚ ਵੀ ਬੋਲਣਾ ਸ਼ੁਰੂ ਹੋ ਗਏ ਆ। ਹੁਣ ਇਹ ਤੇਜ਼ ਹੋ ਰਹੀ ਆ, ਔਰ ਬਹੁਤ ਤੇਜ਼ ਹੋ ਰਹੀ ਆ। ਬੜਾ ਨਿਖਾਰ ਆਏਗਾ ਕਿ ਅਸਲ ਦੇ ਵਿੱਚ ਸਨਾਤਨੀ ਕੌਣ ਨੇ, ਆਰੀਆ ਜਿਹੜੇ ਹੈਗੇ ਆ, ਆਰੀਆ ਸਮਾਜੀ ਕੌਣ ਨੇ, ਜਾਂ ਸਰਸਵਤੀ ਦਇਆਨੰਦ ਜੀ ਦਾ ਫਲਸਫਾ ਕੀ ਸੀ, ਮਹਾਤਮਾ ਗਾਂਧੀ ਕਿੱਥੇ ਖੜੇ ਸਨ। ਹੁਣ ਇਹ ਡਿਸਕਸ਼ਨ, ਹੁਣ ਅਸਲ ਦੇ ਵਿੱਚ ਕੀ ਹੋਇਆ ਕਿ ਜਿਹੜੇ ਬੇਸ ਦੇ ਉੱਤੋਂ ਉਹਨਾਂ ਨੇ ਲੜਾਈ ਸ਼ੁਰੂ ਕੀਤੀ ਆ ਨਾ, ਉਹ ਵਿਚਾਰਧਾਰਕ ਆ, ਹੁਣ ਉਹ ਸੱਭਿਆਚਾਰਕ ਆ। ਹੁਣ ਉਹ ਦੋ ਚੀਜ਼ਾਂ ਇਕੱਠੀਆਂ ਹੋ ਗਈਆਂ, ਇੱਕ ਹਿੰਦੂ ਸਮਾਜ ਦੇ ਅੰਦਰ, ਦੂਸਰਾ ਜਿਹੜਾ ਥੱਲੇ ਦਾ ਜਿਹੜਾ 4 ਸਟੇਟਾਂ ਨੇ ਜਿਨ੍ਹਾਂ ਨੂੰ ਉਹ ਦਰਾਵੜ ਸੱਭਿਅਤਾ ਕਹਿੰਦੇ ਆ, ਔਰ ਉਹ ਦਰਾਵੜ ਸੱਭਿਅਤਾ ਉਹ ਕਲੇਮ ਕਰਦੇ ਆ ਕਿ ਸਾਡੇ ਵਿੱਚ ਤਾਂ ਕੋਈ ਜਾਤ ਪਾਤ ਸਾਡੇ ਸੱਭਿਆਚਾਰ 'ਚ ਹੈ ਹੀ ਨਹੀਂ ਸੀ, ਸਾਡੇ ਤਾਂ ਸਮਾਜਿਕ ਡਿਵੀਜ਼ਨ ਹੈ ਹੀ ਨਹੀਂ ਹੈ। ਔਰ ਇਹ ਬੰਦੇ ਜਿਹੜੇ ਆ ਬਾਹਰੋਂ ਆ ਕੇ ਇੱਥੇ ਜਿਨ੍ਹਾਂ ਨੇ ਸਾਡੇ ਅੰਦਰ ਜਿਹੜੀ ਨਾ ਲੈ ਕੇ ਆਏ ਹੈਗੇ ਆ, ਫਿਰ ਵੀ ਉਹ ਉਹਨਾਂ ਦੇ ਸੱਭਿਆਚਾਰ ਨੂੰ ਇੱਦਾਂ ਢਾਹ ਨਹੀਂ ਲਾ ਸਕੇ ਜਿਹੜਾ ਲੜਾਈ 'ਚ ਰਿਹਾ ਹੈਗਾ। ਸੋ ਮੈਂ ਇਹ ਦੇਖਣ ਵਾਲੀ ਗੱਲ ਜੰਡੂ ਸਾਹਿਬ ਇਹ ਆ ਕਿ ਵੀ ਇਹਨੂੰ ਇਹ ਨਾ ਸਮਝਿਆ ਜਾਏ ਕਿ ਬਿਆਨ ਪਤਾ ਨਹੀਂ ਕੀ ਬਿਆਨ ਦੇ ਦਿੱਤਾ। ਇਹਨੂੰ ਇੱਦਾਂ ਨਹੀਂ ਲੋਕਾਂ ਦੇ ਵਿੱਚ ਕਨਫਿਊਜ਼ ਕਰ ਸਕਦੇ ਕਿ ਜੀ ਉਹ ਇਹਨਾਂ ਦਾ ਨਰਸੰਹਾਰ ਕਰਨਾ ਚਾਹੁੰਦਾ, ਇਹ ਨਹੀਂ ਹੈ। ਇਹ ਕੀ ਆ, ਕਿਉਂਕਿ ਉਹ ਜਿਹੜੀ ਵਿਚਾਰਧਾਰਾ ਉਹਦੇ ਪਿੱਛੇ ਲੁਕੀ ਹੋਈ ਆ ਨਾ, ਉਹਦੇ ਤੇ ਹੁਣ ਡਿਸਕਸ਼ਨ ਜਿਹੜੀ ਨਾ ਸ਼ੁਰੂ ਹੋ ਗਈ ਆ। ਉਹਦੇ 'ਚ ਨਿਖਾਰ ਆਉਣ ਵਾਲਾ ਹੈਗਾ ਕਿ ਸਵਾਮੀ ਆਪਣੇ ਪਰਿਆਰ ਸਾਹਿਬ ਦੀ ਜਿਹੜੀ ਵਿਚਾਰਧਾਰਾ ਸੀਗੀ ਹੈ ਨਾ, ਉਹ ਜਿਹਦੇ ਤੇ ਉਹ ਖੜੇ ਸੀਗੇ, ਜਿਨ੍ਹਾਂ ਨੇ ਲੰਬੀ ਲੜਾਈ ਲੜੀ, ਉਹ ਕੀ ਸੀ ਤੇ ਉਹ ਕਿਸ ਪਾਸੇ ਨੂੰ ਲੈ ਕੇ ਜਾ ਰਹੀ ਹੈ ਨਾ। ਅਸਲ ਦੇ ਵਿੱਚ ਇਹ ਲੜਾਈ ਜਾਤ ਪਾਤ ਦੇ ਖਿਲਾਫ ਵਾਲੀ ਲੜਾਈ ਆ। ਅਸਲ ਦੇ ਵਿੱਚ ਇਹ ਔਰਤਾਂ ਦੇ ਸਟੇਟਸ ਨੂੰ ਬਰਾਬਰਤਾ ਤੇ ਲਿਆਉਣ ਦੀ ਲੜਾਈ ਦੀ ਫਿਲਾਸਫੀ ਹੈਗੀ ਆ, ਜਿਹਦੀ ਹੁਣ ਪ੍ਰੋਜੈਕਸ਼ਨ ਹੋਏਗੀ, ਹੁਣ ਇਹ ਖੁੱਲ੍ਹੇਗਾ ਸਾਰਾ ਕੁਝ। ਸੋ ਇਹ ਸਟਾਲਿਨ ਦੇ ਬਿਆਨ ਦਾ ਇਹੀ ਮਤਲਬ ਨਿਕਲਦਾ ਕਿ ਹੁਣ ਉਹ ਸਾਰਾ ਕੁਝ ਖੁੱਲ੍ਹੇਗਾ ਜਿਹੜਾ ਅਸਲ ਦੇ ਵਿੱਚ ਨਿਖਰ ਕੇ ਸਾਹਮਣੇ ਨਹੀਂ ਆਇਆ ਸੀ। ਸਿੱਧ ਸਾਹਿਬ, ਜਿਸ ਤਰ੍ਹਾਂ ਚਾਨਾ ਜੀ ਨੇ ਕਿਹਾ ਹੈਗਾ, ਔਰ ਅਸੀਂ ਦੇਖਦੇ ਹਾਂ ਕਿ ਬਕਾਇਦਾ ਜੋਤੀ ਰਾਏ ਫੂਲੇ, ਡਾਕਟਰ ਅੰਬੇਦਕਰ, ਉਹਨਾਂ ਸਾਰਿਆਂ ਨੇ ਵੀ ਜਦੋਂ ਇਹ ਸਾਰੇ ਗੱਲਾਂ ਨੂੰ ਵਿਚਾਰਿਆ ਸੀਗਾ, ਔਰ ਉਸ ਦੇ ਵਿੱਚ ਹੀ ਸਾਰਾ ਸਾਡਾ ਸੰਵਿਧਾਨ ਬਣਿਆ। ਤੇ ਹੁਣ ਅਸੀਂ ਦੇਖਦੇ ਹਾਂ ਕਿ ਜਿਹੜਾ ਕਰਨਾਟਕ ਦੇ ਵਿੱਚ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਮੱਲਿਕਾਰਜੁਨ ਖੜਗੇ, ਉਹਨਾਂ ਦਾ ਜਿਹੜਾ ਬੇਟਾ ਪ੍ਰਧਾਨ ਹੈ ਪ੍ਰਿਆੰਕ ਖੜਗੇ, ਉਹਨੇ ਵੀ ਇਹ ਗੱਲ ਕਹੀ ਹੈ ਕਿ ਜਿਹੜਾ ਧਰਮ ਬਰਾਬਰਤਾ ਦੀ ਗੱਲ ਨਹੀਂ ਕਰਦਾ ਜਾਂ ਬਰਾਬਰਤਾ ਦੇ ਹੱਕ 'ਚ ਨਹੀਂ ਖੜਦਾ ਜਾਂ ਜਾਤੀ ਪ੍ਰਥਾ ਦੇ ਖਿਲਾਫ ਨਹੀਂ ਖੜਦਾ, ਉਹ ਧਰਮ ਦੇ ਬਾਰੇ ਉਹਨਾਂ ਨੇ ਵੀ ਉਸ ਤਰ੍ਹਾਂ ਦੀ ਟਿੱਪਣੀ ਕੀਤੀ ਹੈ ਕਿ ਉਹ ਧਰਮ ਜਿਹੜਾ ਐਜ਼ ਗੁੱਡ ਐਜ਼ ਡਿਜ਼ੀਜ਼, ਉਹਨਾਂ ਨੇ ਵੀ ਇਹ ਸ਼ਬਦਾਂ ਦੀ ਵਰਤੋਂ ਕੀਤੀ ਹੈ। ਔਰ ਦੂਸਰੇ ਪਾਸੇ ਅਸੀਂ ਨਾਲ ਹੀ ਦੇਖਦੇ ਹਾਂ ਕਿ ਕਾਂਗਰਸ ਜਿਹੜੀ ਹੈ ਉਸਨੇ ਇਹ ਕਿਹਾ, ਉਹਨਾਂ ਦਾ ਜਿਹੜਾ ਜਨਰਲ ਸੈਕਟਰੀ ਹੈ KC ਵੇਣੂਗੋਪਾਲ, ਉਹਨਾਂ ਦਾ ਬੇਸ਼ੱਕ ਜਿਸ ਤਰ੍ਹਾਂ ਦੀ ਗੱਲ ਰਾਜਸੀ ਤੌਰ ਤੇ ਹੋ ਰਹੀ ਹੈ ਕਿ ਇਸ ਦਾ ਜਿਹੜਾ ਇੰਡੀਆ ਗੱਠਜੋੜ ਬਣਿਆ ਉਹਨੂੰ ਕੋਈ ਨੁਕਸਾਨ ਨਾ ਹੋਵੇ, ਤਾਂ ਹਰੇਕ ਪਾਰਟੀ ਜਿਹੜਾ ਆਪੋ ਆਪਣਾ ਸਪਸ਼ਟੀਕਰਨ ਵੀ ਦੇ ਰਹੀ ਹੈ। ਕਾਂਗਰਸ ਨੇ ਕਿਹਾ ਹੈ ਕਿ ਅਸੀਂ ਤਾਂ
ਸਭ ਧਰਮਾਂ ਦਾ ਜਿਹੜਾ ਸਨਮਾਨ ਕਰਦੇ ਹਾਂ, ਸਭ ਧਰਮ ਜਿਹੜੇ ਬਰਾਬਰ ਨੇ ਸਾਡੇ ਲਈ ਸਨਮਾਨਿਤ, ਤੇ ਸਾਡੀ ਜਿਹੜੀ ਪ੍ਰੋਗਰਾਮ ਦਾ, ਸਾਡੀ ਜਿਹੜੀ ਆਈਡੀਓਲੋਜੀ ਦਾ ਇਹ ਹਿੱਸਾ ਹੈ ਪਹਿਲਾਂ ਹੀ। ਔਰ ਦੂਸਰੇ ਪਾਸੇ ਮਮਤਾ ਬੈਨਰਜੀ ਨੇ ਆਪਣੇ ਢੰਗ ਨਾਲ ਗੱਲ ਕਹੀ ਹੈ। ਸੋ ਇੱਕ ਇਸ ਤਰ੍ਹਾਂ ਦਾ ਵੀ ਪ੍ਰੋਜੈਕਸ਼ਨ ਕਰਨ ਦਾ ਯਤਨ ਹੋ ਰਿਹਾ ਹੈ ਕਿ ਇਸ ਦੇ ਨਾਲ ਇੰਡੀਆ 'ਚ ਡਿਵੀਜ਼ਨ ਹੋਏਗੀ, ਪਰ ਉਹ ਸਾਰੀਆਂ ਪਾਰਟੀਆਂ ਇਸ ਗੱਲ ਤੇ ਖੜੀਆਂ ਹੋਈਆਂ ਹੈ ਕਿ ਇਹ ਜੋ ਕੁਝ ਵੀ ਹੋ ਰਿਹਾ ਹੈ, ਇਹ ਸਾਡੇ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਆਉਣੀ ਚਾਹੀਦੀ। ਤੇ ਉਹਨਾਂ ਨੇ ਬਕਾਇਦਾ ਇਹ ਕਹਿਣਾ ਸ਼ੁਰੂ ਕਰਤਾ ਹੈ ਕਿ ਇਹ ਹਰੇਕ ਪਾਰਟੀ ਦੀ ਆਪਣੀ ਵਿਚਾਰਧਾਰਾ ਹੈ ਤੇ ਉਹਦਾ ਆਪਣਾ ਪ੍ਰੋਗਰਾਮ ਹੈ, ਉਹਨੂੰ ਫਰੀडम ਹੈ ਕਿ ਉਹ ਆਪਣੀ ਕੋਈ ਗੱਲ ਕਹਿ ਸਕਦੀ ਹੈ ਆਪਣੀ ਵਿਚਾਰਧਾਰਾ ਦੇ ਮੁਤਾਬਕ। ਸੋ ਇਹ ਸਾਰੀ ਜਿਹੜੀ ਸਥਿਤੀ ਹੈ, ਤੁਹਾਡੀ ਇਹਦੇ ਬਾਰੇ ਕੀ ਰਾਏ? ਦੇਖੋ, ਕਾਫੀ ਸਪਸ਼ਟ ਹੈ ਵੀ ਕਾਂਗਰਸ ਹੈ ਜਿਹੜੀ, ਕਾਂਗਰਸ ਨੇ ਵੀ ਨਾਰਥ ਇੰਡੀਆ ਤੋਂ ਜਿਹੜੇ ਸਨਾਤਨੀ, ਕਿੱਥੇ ਕਾਫੀ ਵੱਡਾ ਹਿੱਸਾ ਹਿੰਦੂਆਂ ਦਾ ਸਨਾਤਨੀ ਵੀ, ਉਹਨਾਂ ਤੋਂ ਵੋਟਾਂ ਵੀ ਲੈਣੀਆਂ। ਉਹਨਾਂ ਨੇ ਇਸ ਗੱਲ ਵਿੱਚ ਪੈਣਾ ਹੀ ਨਹੀਂ, ਉਹਨਾਂ ਨੇ ਥੋੜਾ ਜਿਹਾ ਆਪਣੇ ਆਪ ਨੂੰ ਪਾਸੇ ਰੱਖਣਾ। ਪਰ ਸਾਊਥ ਵਾਲਿਆਂ ਨੂੰ ਕੋਈ ਪ੍ਰੋਬਲਮ ਨਹੀਂ। ਸਾਊਥਲੇ ਵੇਲੇ ਸਾਨੂੰ ਸਮਝ ਲੈਣਾ ਚਾਹੀਦਾ, ਦੋ ਹਿੰਦੂ ਧਰਮ ਦੇ ਦੋ ਹਿੱਸੇ ਪਹਿਲਾਂ ਵੀ ਹੈ। ਇਹ ਜਿਹੜਾ ਵੈਸ਼ਨਵ ਹੈ ਹਿੰਦੂ, ਵੈਸ਼ਨਵ ਜੀ ਦੇ ਚ ਮਹਾਭਾਰਤ ਰਾਮਾਇਣ, ਇਹ ਸਾਰਾ ਜਿਹੜਾ ਇਸ ਕਿਸਮ ਦਾ ਹੈ ਸਾਰਾ, ਤੇ ਇਹ ਵੈਸ਼ਨਵ ਵਾਲੇ ਨਾਰਥ ਇੰਡੀਆ ਤੇ ਉੱਪਰਲੇ ਥਾਵਾਂ ਤੇ। ਸਾਊਥ ਵਾਲੇ ਸਾਰੇ ਜਿਹੜੇ ਹੈ ਉਹ ਸ਼ਿਵ ਦੇ ਭਗਤ ਹੈ। ਉੱਥੇ ਸ਼ਿਵਾਈਟਸ ਕਹਿੰਦੇ ਆ ਉਹਨਾਂ ਨੂੰ, ਸ਼ਿਵ ਦੇ ਫਾਲੋਅਰ ਹੈ। ਜਦੋਂ ਬਾਬਰੀ ਮਸਜਿਦ 1992 ਵਿੱਚ ਗਿਰਾਈ ਗਈ, ਉਹ ਗਿਰਾਈ ਗਈ, ਉਸ ਦੇ ਵੇਲੇ ਵੀ ਇਹ ਮਸਲਾ ਉੱਠਿਆ। ਸਾਊਥ ਵਿੱਚ ਉਹ ਸਪੋਰਟ ਨਹੀਂ ਸੀ ਕਿਉਂਕਿ ਉਹ ਸ਼ਿਵਾਈਟ ਸੀ। ਉਹ ਕਹਿੰਦੇ ਸੀ ਵੀ ਸਾਡੇ ਲੈਵਲ ਤੇ ਰੁਤਬੇ ਤੇ ਲੈ ਕੇ ਜਾਂਦੇ, ਰਾਮ ਮੰਦਿਰ ਬਣਾਉਣਾ, ਸਾਡੇ ਲਈ ਤਾਂ ਰਾਮ ਹੈ ਨਹੀਂ, ਉੱਥੇ ਤਾਂ ਰਾਵਣ ਦੀ ਉਸ ਲੈਵਲ ਤੇ ਜਿਹੜਾ ਪੂਜਾ ਹੁੰਦੀ ਹੈ। ਇਸ ਕਰਕੇ ਦੋਨਾਂ ਧਰਮਾਂ ਦਾ ਫਰਕ ਬਹੁਤ ਹੈ। ਦੋਨੋਂ, ਇਹ ਸਾਊਥ ਪਹਿਲਾਂ ਹੀ ਸ਼ਿਵਾਈਟ ਹੈ। ਅੱਛਾ, ਮੇਰੇ ਨਾਲ ਕਈ ਸਾਊਥ ਦੇ ਲੋਕ ਕੰਮ ਕਰਦੇ ਸੀ ਉੱਥੇ ਉਹਨਾਂ ਦਿਨਾਂ ਦੇ ਵਿੱਚ ਦਿੱਲੀ 'ਚ, ਉਹ ਬਕਾਇਦਾ ਸੀ, ਉਹ ਕਹਿੰਦੇ ਸੀ ਅਸੀਂ ਕੋਈ ਜਿਸ ਕਿਸਮ ਦਾ ਇੱਥੇ ਨਾਲ ਦੇ ਸਾਡੇ ਕੋਈ ਪੱਤਰਕਾਰ ਛਾਲਾ ਮਾਰੀ ਜਾਂਦੇ ਸੀ ਜਿਸ ਦਿਨ, ਕਈ ਹਿੰਦੂ ਟਾਈਪ ਪੱਤਰਕਾਰ ਸੀਗੇ, ਜਿਸ ਦਿਨ ਬਾਬਰੀ ਮਸਜਿਦ ਗਿਰੀ ਹੈ, ਤੇ ਉਹ ਦੂਜੇ ਪਾਸੇ ਵਾਲੇ ਉਹ ਹਿੰਦੂ ਹੀ ਸਾਊਥ ਵਾਲੇ ਔਖੇ ਬੈਠੇ ਸੀਗੇ ਵੀ ਕਹਿੰਦੇ ਸਾਡੇ ਲਈ ਨਹੀਂ ਹੈ। ਇਸ ਕਰਕੇ ਸਾਨੂੰ ਪਹਿਲਾਂ ਤਾਂ ਇਹ ਫਰਕ ਲੈਣਾ ਚਾਹੀਦਾ ਵੀ ਇਹ ਪੀਰੀਅਡ ਦੀ ਮੂਵਮੈਂਟ ਖੜੀ ਕਾਸਟ ਸਿਸਟਮ ਵਿਰੁੱਧ ਕਿਉਂ ਤੇਜ਼ੀ ਨਾਲ ਹੋ ਗਈ ਸੀ ਸਾਊਥ ਵਿੱਚ, ਤੇਜ਼ੀ ਨਾਲ ਐਕਸੈਪਟੈਂਸ ਕਿਉਂ ਹੈ, ਸਨਾਤਨੀ ਦਾ ਵਿਰੋਧ ਕਿਉਂ ਹੈ, ਇਹ ਮੰਨਣਾ ਚਾਹੀਦਾ। ਇੱਕ ਲਾਈਨ ਨਾਲ ਇਹਦੇ ਮੈਂ ਹੋਰ ਕਰਨਾ ਵੀ ਜਦੋਂ ਅੰਗਰੇਜ਼ ਆਏ ਤਾਂ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ 1857 ਤੋਂ ਆ ਕੇ ਬਾਅਦ ਚ ਕਲਕੱਤੇ ਆਪ ਦਾ ਜਿਹੜਾ ਬਣਾਇਆ ਅੱਡਾ, ਉਹਨਾਂ ਨੇ ਸਟੱਡੀ ਵਗੈਰਾ ਕੀਤੀ, ਤਾਂ ਉਹਨਾਂ ਨੇ ਸੰਸਕ੍ਰਿਤ ਦੀ ਸਟੱਡੀ ਕੀਤੀ। ਉਦੋਂ ਦੇ ਕਈ ਅੰਗਰੇਜ਼ ਜਿਹੜੇ ਪੜ੍ਹੇ ਲਿਖੇ ਆਏ ਸੀਗੇ, ਸੰਸਕ੍ਰਿਤ ਦੀ ਵੀ ਸਟੱਡੀ ਉੱਥੋਂ ਦੇ ਪੰਡਤਾਂ ਤੋਂ ਸਾਰਾ ਵੈਸ਼ਨਵ ਧਰਮ ਦੀ ਕੀਤੀ। ਉਸੇ ਲੈਵਲ ਤੇ ਉਹਨਾਂ ਨੇ ਕਿਤਾਬ ਹੈ, ਉਹਦੇ ਅਲੋਸ਼ੀਅਸ ਨੇ ਸਾਰਾ ਡਿਟੇਲ ਦਿੱਤਾ ਵੀ ਹਿੰਦੂ ਧਰਮ ਦੇ ਵਿੱਚ ਬਣਾਏ ਜਿਹੜੇ ਇੱਧਰਲੇ ਪਾਸੇ ਅੰਗਰੇਜ਼ਾਂ ਨੇ ਇੱਥੋਂ ਵਾਲੇ ਪਾਸੇ ਆ ਕੇ ਬਣਾ ਲਏ ਕਾਨੂੰਨ, ਹਿੰਦੂ ਧਰਮ ਦੀ ਸਪੋਰਟ ਦੇ ਨਾਲ ਲੈ ਕੇ ਜਾਓ, ਉਹਨਾਂ ਤੋਂ ਪਤਾ ਕਰਕੇ ਵੀ ਕਿਵੇਂ ਹੈ। ਉਹਨਾਂ ਨੂੰ ਲੱਗਿਆ ਦੇਸ਼ ਵੱਡਾ ਹਿੰਦੂਆਂ ਦਾ, ਤਾਂ ਸਾਊਥ ਵਿੱਚ ਉਹ ਐਕਸੈਪਟ ਨਹੀਂ ਸੀ ਹੋਏ ਤੇ ਪ੍ਰੋਬਲਮਾਂ ਕ੍ਰੀਏਟ ਹੋਈਆਂ ਸੀ। ਤਾਂ ਇਸ ਕਰਕੇ ਬੜੀ ਡੂੰਘੀ ਹੈ ਗੱਲਬਾਤ। ਪਰ ਜਦੋਂ ਸਾਨੂੰ ਇਹ ਵੀ ਥੋੜਾ ਜਿਹਾ ਧਿਆਨ ਰੱਖਣਾ ਪਊ, ਜਦੋਂ ਨੈਸ਼ਨਲਿਜ਼ਮ ਖੜਾ ਹੋਇਆ 1870 ਦੇ ਨੇੜੇ ਤੇ, ਇੱਧਰ ਹਿੰਦੂ ਧਰਮ ਖੜਾ ਹਿੰਦੂਆਂ 'ਚ ਸ਼ੁਰੂ ਹੋਇਆ, ਪੜ੍ਹੇ ਲਿਖਿਆਂ 'ਚ ਹਿੰਦੂ ਨੈਸ਼ਨਲਿਜ਼ਮ ਜਾਂ ਇੰਡੀਅਨ ਨੈਸ਼ਨਲਿਜ਼ਮ ਦਾ ਰੂਪ ਦਿੱਤਾ ਗਿਆ, ਨਾਲ ਹਿੰਦੂ ਧਰਮ ਨੂੰ ਵੀ ਸਪੋਰਟ ਬਣਾਇਆ। ਉਹਨਾਂ ਦਿਨਾਂ 'ਚ ਫਿਰ ਇਹਨਾਂ ਨੂੰ ਲੱਗਿਆ ਵੀ ਸਾਡਾ ਜਿਹੜਾ ਇਸਲਾਮ ਨਾਲ ਸਾਡਾ ਮੁਕਾਬਲਾ ਹੈ, ਉਹ ਵੀ ਰਿਲੀਜਨ ਆਫ ਦਾ ਬੁੱਕ ਹੈ, ਕਿਤਾਬ ਹੈ, ਉੱਥੇ ਕੁਰਾਨ ਹੈ, ਬਾਈਬਲ ਦੀ ਵੀ ਕੁਰਾਨ ਹੈ, ਇਹਨਾਂ ਨਾਲ ਮੁਕਾਬਲਾ ਸਾਡਾ। ਇਸ ਕਰਕੇ ਫਿਰ ਇਹਨਾਂ ਨੇ ਆਪਦੇ ਧਰਮ ਨੂੰ ਇੱਕ ਉਹਦਾ ਸਕ੍ਰਿਪਚਰ ਵੀ, ਲਿਖਤੀ ਲੈਵਲ ਦੀ ਬਾਣੀ ਵੀ ਉਹਦੀ ਇਕੱਠੀ ਕਰਨ ਦਿੱਤੀ। ਇਸੇ ਵਿੱਚੋਂ ਗੀਤਾ ਬਣਾਈ ਉਹਨਾਂ ਨੇ, ਮਹਾਭਾਰਤ ਦਾ ਹਿੱਸਾ ਕੱਢ ਕੇ। ਇਹਦੇ ਵਿੱਚ ਹੀ ਫਿਰ ਦੂਜੀ ਮੂਵਮੈਂਟ ਜਿਹਦਾ ਖਾਸ ਕਰਕੇ ਚਾਣਾ ਜੀ ਨੇ ਵੀ ਨਾਂ ਲਿਆ, ਜਿਹਦੇ ਵਿੱਚ ਆਰੀਆ ਸਮਾਜੀ ਆਏ, ਤਾਂ ਉਹਨਾਂ ਨੇ ਸੁਧਾਰ ਦੇ ਨਾਂ ਉੱਤੇ ਫਿਰ ਵੇਦਾਂ ਤੱਕ ਪਹੁੰਚ ਗਏ। ਉਹਨਾਂ ਨੇ ਇਹ ਵੀ ਕਿਹਾ ਵੀ ਵੇਦਾਂ ਦੇ ਵਿੱਚ ਜਿਹੜਾ ਵੇਦਾਂ ਵਿੱਚ ਜਾਤ ਪਾਤ ਹੈ ਨਹੀਂ ਸੀ, ਜਾਤ ਪਾਤ ਤਾਂ ਮਨੂ ਸਮ੍ਰਿਤੀ ਆਰਾ ਵਗੈਰਾ ਜਿਹੜੀਆਂ ਪਿੱਛੋਂ ਇੰਟਰਪ੍ਰੀਟੇਸ਼ਨ ਹੋਈ ਆ, ਉਹਦੇ ਵਿੱਚ ਜਾ ਕੇ ਜਾਤ ਪਾਤ ਜੋੜੀ ਹੈ। ਵੇਦ ਤਾਂ ਬਿਲਕੁਲ ਜਾਤ ਪਾਤ ਤੋਂ ਮੁਕਤ ਹੈ। ਇਸ ਕਰਕੇ ਉਹਨਾਂ ਨੇ ਜਾਤ ਪਾਤ ਦਾ ਵਿਰੋਧ ਕੀਤਾ। ਉਹਨਾਂ ਨੇ ਮੂਰਤੀ ਪੂਜਾ ਦਾ ਵਿਰੋਧ ਕੀਤਾ, ਕਿਉਂਕਿ ਉਹ ਮੁਕਾਬਲੇ ਦਾ ਧਰਮ
ਇਸਲਾਮ ਤੇ ਈਸਾਈ ਧਰਮ ਦੇ ਬਾਈਬਲ ਤੇ ਕੁਰਾਨ ਦੇ ਬਰਾਬਰ ਦਾ ਹੀ ਇੱਕ ਦੇਣਾ ਚਾਹੁੰਦੇ ਸੀ। ਇਸ ਕਰਕੇ ਇਹ ਜਦੋਂ ਸੁਧਾਰ ਦੀਆਂ ਮੂਵਮੈਂਟਾਂ ਧਰਮ 'ਚ ਚੱਲੀਆਂ, ਉਦੋਂ ਫਿਰ ਆਹ ਗੱਲਾਂ ਵੀ ਨਾਲ ਚੱਲੀਆਂ, ਜਿਹਦੇ ਵਿੱਚੋਂ ਇੱਕ ਕੰਸਟਰਕਟ ਕਰਨ ਦੀ ਕੋਸ਼ਿਸ਼ ਕੀਤੀ ਵੀ ਇੱਕ ਹਿੰਦੂ ਧਰਮ ਦੀ ਕੋਰ ਨੂੰ ਅਸੀਂ ਕੰਸਟਰਕਟ ਕਰੀਏ, ਵੇਦਾਂ ਨੂੰ ਕਰੀਏ। ਤੇ ਇਹਦੇ ਵਿੱਚ ਫਿਰ ਉਦੋਂ ਹੀ ਰਿਐਕਸ਼ਨ ਆਇਆ, ਸਾਰਾ ਜਿਹੜਾ ਰਿਐਕਸ਼ਨ ਆਇਆ ਸਨਾਤਨੀ, ਉਦੋਂ ਹੀ ਸ਼ਬਦ ਸਾਰਾ ਪ੍ਰਚਲਿਤ ਹੋਇਆ ਵੀ ਅਸੀਂ ਤਾਂ ਸਨਾਤਨੀ ਹੈ। ਸਨਾਤਨੀ ਦਾ ਮਤਲਬ ਜਿਹੜਾ ਕੋਈ ਸਨਾਤਨ ਰਿਲੀਜਨ ਤਾਂ ਹੈ ਨਹੀਂ ਹਿੰਦੂ। ਸਨਾਤਨ ਦਾ ਮਤਲਬ ਵੀ ਜਿਹੜਾ ਪੁਰਾਣੀ ਜਾਤ ਪਾਤ ਤੇ ਉਹ ਸਾਰੇ ਆਦਿਕਾਲ ਦੇ ਸਮੇਂ ਤੋਂ, ਆਦਿਕਾਲ ਦੇ, ਜੀ ਜੀ, ਉਹਦੀ ਮਾਨਤਾ ਕਰਦਾ, ਉਹ ਸਨਾਤਨੀ ਹੈ। ਤੇ ਉਸ ਕਰਕੇ ਉਹ ਸਨਾਤਨ ਸ਼ਬਦ ਉਦੋਂ ਹੀ ਆਇਆ ਸੀ। ਤੇ ਜਿਹੜਾ ਹੁਣ ਇਹ ਹਿੰਦੂਆਂ ਵਿੱਚ ਜਿਹੜੀ ਇੱਕ ਗੱਲ ਖਾਸ ਚਾਲਾਂ ਜੀ ਨੇ ਕੀਤੀ, ਉਹਨੂੰ ਮੈਂ ਫਿਰ ਰਿਪੀਟ ਕਰਨਾ ਚਾਹੁੰਦਾ ਤੇ ਉਸ ਤੇ ਵੇਲੇ ਜ਼ੋਰ ਵੀ ਦੇਣਾ ਚਾਹੁੰਦੇ ਆ ਵੀ ਜਿਹੜਾ ਪਤਾ ਨਹੀਂ ਸੀ ਲੱਗ ਰਿਹਾ ਇਹ ਬੀਜੇਪੀ ਵਾਲੇ, RSS ਜਾਂ ਹਿੰਦੂ ਰਾਸ਼ਟਰ ਦੀ ਹਿੰਦੂਤਵ ਵਾਲੇ, ਇਹ ਸਾਰਿਆਂ ਨੂੰ ਇੱਕੋ ਲੌਟ ਚਾਪ ਦੇ ਹਿੰਦੂਵਾਦੀ 85% ਖੜਾ ਕਰਕੇ ਨਾਲ ਲਈ ਜਾ ਰਹੇ ਸੀ। ਇਹਦੇ ਨਾਲ ਹੁਣ ਜਿਹੜੀ ਪੋਲਰਾਈਜੇਸ਼ਨ ਹੋਊਗੀ, ਤਿੱਖਾ ਹੋ ਗਿਆ, ਇਹ ਆਪਣੇ ਆਪ 'ਚ ਬਹੁਤ ਵੱਡਾ ਬਿਆਨ ਤੋਂ ਬਾਅਦ ਦਾ ਪੋਲੀਟੀਕਲ ਕੰਪੋਨੈਂਟ ਇਹਦਾ ਬਹੁਤ ਵੱਡਾ ਹੈ। ਕਿੰਨਾ ਲਾਗੂ ਹੁੰਦਾ ਕਿੰਨਾ ਨਹੀਂ ਹੁੰਦਾ ਕਹਿ ਨਹੀਂ ਸਕਦੇ, ਪਰ ਇਹਦੇ ਹਾਲਾਤ ਆ ਘੇਰਾ, ਹੁਣ ਉਹਨਾਂ ਨੂੰ ਬਦਲ ਨਹੀਂ ਦਿਖਦਾ। ਹੈਲੋ, ਇਹ ਗੱਲ ਇਸ ਕਰਕੇ ਇਹ ਆਪਣੇ ਆਪ ਵਿੱਚ ਵੱਡੀ ਗੱਲ ਹੋਈ ਆ। ਦੂਸਰੀ ਗੱਲ ਇਹ ਹੋਈ ਆ ਵੀ ਇਹ ਹੁਣ ਜਿਹੜਾ ਗਾਂਧੀ ਨੇ ਨੂੰ ਪਤਾ ਸੀ ਪੋਲੀਟੀਕਲ, ਗਾਂਧੀ ਇਸ ਗੱਲ ਦਾ ਪੋਲਿਟਿਕਸ ਸਮਝਦਾ ਸੀ। ਉਹਨੂੰ ਇਹ ਸੀ ਜਦੋਂ ਵੀ ਅਸੀਂ ਇੱਕ ਹਿੰਦੂ ਦੇਸ਼ ਦੱਸਣਾ, ਜੇ ਨੈਸ਼ਨਲਿਜ਼ਮ ਲਿਆਉਣਾ, ਕਾਂਗਰਸ ਦਾ ਧੁਰਾ ਬਣਨਾ, ਹਿੰਦੂ ਹੀ ਸਾਡੇ ਵੱਡੇ ਮੈਂਬਰ ਹੈ। ਇਹ 97% ਹਿੰਦੂ ਰਿਹਾ ਉਹਦਾ ਕੇਡਰ ਜੁੜਿਆ ਨਾਲ, ਬਾਕੀ 3% ਤੋਂ ਬਾਅਦ ਕਦੇ ਮੁਸਲਮਾਨ ਨਹੀਂ ਕਾਂਗਰਸ ਵਿੱਚ ਆਇਆ। ਤੇ ਉਹ ਜਿਹੜਾ ਹੈ ਸਾਨੂੰ ਉਹਦੇ ਲਈ ਵੀ ਇੱਕ ਹਿੰਦੂ ਮਾਹੌਲ ਵੀ ਸਿਰਜਣਾ ਪਊ। ਪੂਨਾ ਪੈਕਟ ਇਸੇ ਦੀ ਦੇਣ ਸੀ। ਜਦੋਂ ਅੰਬੇਦਕਰ ਵੱਖਰੀ ਦਲਤਾਂ ਲਈ 25% 25-30% ਪਾਪੂਲੇਸ਼ਨ ਇਲੈਕਟੋਰੇਟ ਵੱਖਰਾ ਲੈ ਆਇਆ ਵੀ ਸਾਡੀ ਚੋਣ ਵੱਖਰੀ, ਚੋਣ ਹਲਕੇ ਸਾਡੇ ਵੱਖਰੇ ਹੋਣਗੇ, ਉਦੋਂ ਫਿਰ ਉਹਦੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ। ਉਹਦੇ ਨਾਲ ਬੰਦੇ ਵੀ ਤੋੜੇ ਜਿਹੜੇ ਜੁੜੇ ਹੋਏ ਸੀਗੇ, ਸਾਊਥ ਵਾਲੇ ਜੁੜੇ ਵੀ ਤੋੜੇ, ਸਾਰੇ ਉਹਦੇ ਨਾਲ ਤੋੜੇ, ਕੱਲਾ ਛੱਡ ਕੇ। ਇਹ ਵੀ ਹੋ ਗਿਆ ਵੀ ਤੇਰੀ ਲਿੰਚਿੰਗ ਹੋ ਜੂਗੀ। ਉਹ ਇੰਨਾ ਜ਼ਿਆਦਾ ਡਰਾ ਕੇ ਫਿਰ ਉਸ ਤੋਂ ਇਹ ਪੂਨਾ ਪੈਕਟ 1932 ਵਾਲਾ ਕਰਾਇਆ ਗਿਆ। ਤੇ ਉਹਦੇ ਚ ਫਿਰ ਇੱਕ ਗੱਲ ਇਹ ਕੀਤੀ ਵੀ ਹਾਂ ਅਸੀਂ ਅਨਟੱਚੇਬਿਲਿਟੀ ਵਿਰੁੱਧ ਅਸੀਂ ਐਕਸ਼ਨ ਕਰਾਂਗੇ। ਗਾਂਧੀ ਨੇ ਅਨਟੱਚੇਬਿਲਿਟੀ ਵਿਰੁੱਧ ਸ਼ੁਰੂ ਕੀਤਾ ਔਰ ਦਲਤਾਂ ਦੇ ਮੰਦਰਾਂ 'ਚ ਦਾਖਲੇ ਵਾਲੀ ਗੱਲ ਵੀ ਸ਼ੁਰੂ ਕੀਤੀ, ਪਰ ਉਹ ਗੱਲ ਉੱਥੇ ਦੀ ਉੱਥੇ ਹੀ ਰਹਿ ਗਈ ਫਿਰ ਉਸ ਨਾਲ। ਇਸ ਕਰਕੇ ਜਿਹੜਾ ਮਸਲਾ ਹੈ ਆਪਣੇ ਆਪ ਵਿੱਚ ਬਹੁਤ ਵੱਡਾ, ਐਸ ਜਿਹੜਾ ਹੈ ਸਾਰੀ ਗੱਲ ਨੇ ਸ਼ੁਰੂ ਕਰਤਾ ਇਸ ਬਿਆਨ ਨੇ, ਜਿਹੜਾ ਉਹਦੇ ਨਿਧੀ ਸਟਾਲਨ ਹੈ, ਇਹਦੇ ਨਾਲ ਇੰਨਾ ਵੱਡਾ ਮਸਲਾ ਸ਼ੁਰੂ ਹੋ ਗਿਆ ਤੇ ਇਹ ਪੋਲਰਾਈਜੇਸ਼ਨ ਦਾ ਸਬੱਬ ਬਣੇਗਾ। ਇਹ ਗੱਲ ਅੱਗੇ ਤੁਰੂਗੀ, ਰੁਕਣੀ ਨਹੀਂ, ਕਿਉਂਕਿ ਇਹ ਸਾਰੇ ਉੱਤੇ ਜਿਵੇਂ ਅਸੀਂ 32 ਦੇ ਪੂਨਾ ਐਕਟ ਵਿੱਚ ਕਹਿੰਦੇ ਹੁੰਦੇ ਆ ਵੀ 25-30% ਦਲਿਤ ਪਾਪੂਲੇਸ਼ਨ ਜਿਹਨੂੰ ਇਹ ਟੱਚ ਵੀ ਨਹੀਂ ਸੀ ਕਰਦੇ, ਮੰਦਰਾਂ 'ਚ ਨਹੀਂ ਵੰਡ ਦਿੰਦੇ, ਬੰਦੇ ਦਾ ਅਧਿਕਾਰ ਨਹੀਂ ਸੀ ਦਿੱਤਾ। ਚਾਦਰ ਪਾ ਕੇ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਹਿੰਦੂ ਬਣਾਤਾ, ਹਿੰਦੂ ਫੋਲਡ ਚ ਲੈ ਆਂਦਾ, ਚਾਦਰ ਉੱਤੇ ਦੇਤੀ। ਜਿਵੇਂ ਆਪਾਂ ਉਹ ਕਰੇਵਾ ਕਰਨ ਵੇਲੇ ਚਾਦਰ ਪਾ ਦਿੰਦੇ, ਐਂ ਚਾਦਰ ਪਾਤੀ ਇਹਨਾਂ ਤੇ, ਜਿਹੜਾ ਸਾਡੇ ਰਿਵਾਜ ਹੈ ਸਾਰਾ। ਇਹੋ ਜਿਹਾ ਕਰਕੇ ਸਾਰਾ ਕੁਝ ਉਹਨਾਂ ਨੂੰ ਆਪਦੇ ਹਿੰਦੂ ਵੋਟਰ ਬਣਾ ਲਿਆ। ਉਹ ਵਿਚਾਰੇ ਨਿਕਲ ਹੀ ਨਹੀਂ ਸਕੇ। ਰਿਜ਼ਰਵੇਸ਼ਨ ਨੇ ਹੋਰ ਫਸਾਤਾ। ਰਿਜ਼ਰਵੇਸ਼ਨ ਨਾਲ ਉਹੀ ਆਪਣਾ ਬੰਦਾ ਹੀ ਖੜਾ ਕੀਤਾ ਜਾਂਦਾ ਸੀ ਜਿਹੜਾ ਮੈਜੋਰਿਟੀ ਦੀ ਗੱਲ ਕਰੇ। ਜੀ ਜੀ ਜੀ। ਤੇ ਚਾਹਨਾ ਜਿਸ ਤਰ੍ਹਾਂ ਨਾਮ ਦੇ ਲੈਵਲ ਤੇ ਇਹ ਹੋਵੇ। ਹਾਂਜੀ, ਚਾਹਨਾ ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਗੱਲ ਕੀਤੀ ਆ, ਅਸੀਂ ਦੇਖਦੇ ਹਾਂ ਕਿ 1999 ਦੇ 90 ਦੇ ਵਿੱਚ ਮੰਡਲ ਕਮਿਸ਼ਨ ਆਇਆ, ਤਾਂ ਉਸ ਤੋਂ ਬਾਅਦ ਜਿਹੜੀਆਂ ਸਾਡੇ ਦੇਸ਼ ਦੇ ਅੰਦਰ ਸਮਾਜਿਕ ਨਿਆਂ ਲਈ ਲੜ ਰਹੀਆਂ ਸ਼ਕਤੀਆਂ ਸੀ, ਉਹਨਾਂ ਨੂੰ ਬਹੁਤ ਇਸ ਗੱਲ ਨਾਲ ਹੁਲਾਰਾ ਵੀ ਮਿਲਿਆ, ਉਹ ਮਜ਼ਬੂਤ ਵੀ ਹੋਈਆਂ। ਤੇ ਹੁਣ ਜਦੋਂ ਇਹ ਸਿਚੁਏਸ਼ਨ ਬਣੀ ਹੈ ਤੇ ਜੋ ਕੁਝ ਉਦੈਨਿਧੀ ਸਟਾਲਨ ਨੇ ਕਿਹਾ, ਜਿਹੜੀਆਂ ਸਮਾਜਿਕ ਨਿਆਂ ਦੀਆਂ ਸਾਰੀਆਂ ਸ਼ਕਤੀਆਂ ਹੈਗੀਆਂ ਜਾਂ ਉਹਨਾਂ ਦੇ ਜਿਹੜੇ ਪੈਰੋਕਾਰ ਹੈ, ਫਾਲੋਅਰ ਹੈ, ਉਹਨਾਂ ਦੇ ਪਿੱਛੇ ਚੱਲਣ ਵਾਲੇ ਆ, ਉਹ ਤੇ ਜਿਹੜੇ ਅੰਬੇਦਕਰ ਦੇ ਪੈਰੋਕਾਰ ਹੈ, ਉਹ ਸਾਰੇ ਹੀ ਇਸ ਮਾਮਲੇ ਦੇ ਉੱਤੇ ਆਣ ਕੇ ਜਿਹੜੇ ਹੈ ਸਟਾਲਨ ਦੇ ਨਾਲ ਖੜ ਗਏ। ਤਾਂ ਇਹ ਸਥਿਤੀ ਦੇ ਵਿੱਚ ਜਿਹੜੀ ਸੋਸ਼ਲ ਇੰਜੀਨੀਅਰਿੰਗ ਦੀ ਗੱਲ ਆਉਂਦੀ ਸੀ ਅੱਗੇ, ਉਸ ਨੂੰ ਵੀ ਕੀ ਸੱਟ ਪਏਗੀ, ਇੱਕ ਪਹਿਲਾ ਸਵਾਲ ਹੈ। ਦੂਸਰਾ ਕੀ ਇਹਦੇ ਨਾਲ ਜਿਹੜਾ ਹੈ ਇਹ ਜੋ ਕੁਛ ਜਨਗਣਨਾ ਦੀ ਜਿਹੜੀ ਗੱਲ ਆ ਰਹੀ ਹੈ, ਜਾਤੀ ਜਨਗਣਨਾ ਦੀ, ਉਸ ਨੂੰ ਵੀ ਹੋਰ ਹੁਲਾਰਾ ਮਿਲੇਗਾ ਤੇ ਹੋਰ ਕੀ ਇਹਦੇ ਅਸਰ ਪੈਣ ਦੇ ਜਿਹੜੇ ਤੁਹਾਨੂੰ ਲੱਗਦਾ ਅਨੁਮਾਨ ਹੈ? ਦੇਖੋ ਜੰਡੂ ਸਾਹਿਬ, ਇੱਕ ਤਾਂ ਗੱਲ ਪਹਿਲਾਂ ਨਿਖਾਰ ਲੈਣੀ ਚਾਹੀਦੀ ਆ ਕਿ ਇਹ ਜਿਹੜੀ ਪੋਲਰਾਈਜੇਸ਼ਨ ਦੀ ਆਪਾਂ ਗੱਲ ਕਰਦੇ ਹਾਂ ਨਾ,
ਇਸ ਪੋਲਰਾਈਜੇਸ਼ਨ ਦਾ ਮਾਇਨਾ ਕੀ ਆ? ਮੇਰੇ ਹਿਸਾਬ ਦੇ ਨਾਲ ਇਹਦੀਆਂ ਦੋ ਪਰਤਾਂ ਨੇ। ਇੱਕ ਜੀ ਤਾਂ ਇਹ ਕਿ ਜੇ ਸਿਰਫ ਆਪਾਂ ਹਿੰਦੂ ਫਲਸਫੇ ਨੂੰ ਹੀ ਦੇਖੀਏ, ਇਹਦਾ ਲੰਬੀ ਹਿਸਟਰੀ ਦੇਖੀਏ, ਵੇਦਾਂ ਤੋਂ ਲੈ ਕੇ ਅੱਗੇ ਤੱਕ ਦੀ ਡਿਵੈਲਪਮੈਂਟ ਹੈ ਜਿਹੜੀ ਸਾਰੀ, ਇਹਦੇ ਅੰਦਰ ਹੀ ਬਹੁਤ ਸੰਘਰਸ਼ ਹੋਇਆ। ਔਰ ਉਹ ਸੰਘਰਸ਼ ਜਿਹੜਾ ਵੇਦਾਂ ਤੱਕ, ਜਿੱਦਾਂ ਇਹਨਾਂ ਨੇ ਸਿੱਧੂ ਸਾਹਿਬ ਨੇ ਕਿਹਾ ਕਿ ਇਹ ਜਿਹੜੇ ਸਾਡੇ ਪਵਿੱਤਰ 4 ਵੇਦ ਨੇ, ਉਹਨਾਂ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੈ ਜਿਹੜੀ ਬਾਅਦ ਦੇ ਵਿੱਚ ਪੈਦਾ ਹੋਈ। ਯਾਨੀ ਉਹਦੇ ਸਮਾਜਿਕ ਲੈਵਲ ਤੇ ਜਾ ਕੇ ਜਦੋਂ ਉਹਦੀ ਤਬਦੀਲੀਆਂ ਕੀਤੀਆਂ। ਔਰ ਉਹ ਤੋਂ ਬਾਅਦ ਦੂਸਰਾ ਇਹ ਆ ਕਿ ਵੇਦਾਂ ਤੋਂ ਬਾਅਦ ਜਿਹੜੇ ਗ੍ਰੰਥ ਵੇਦਾਂ ਦੀ ਵਿਆਖਿਆ ਦੇ ਲਈ ਲਿਖੇ ਗਏ, ਜਾਂ ਉਹਦੇ ਜਿਹੜੇ ਜਿਹਦੇ 'ਚ ਮਰਿਆਦਾ ਕ੍ਰੀਏਟ ਕੀਤੀ ਗਈ, ਉਹਨਾਂ ਅਸਲ 'ਚ ਪੁਸਤਕਾਂ ਦਾ ਨਾਮ ਬ੍ਰਾਹਮਣ ਸੀ, ਹਨਾ। ਵੇਦ ਤੇ ਬ੍ਰਾਹਮਣ ਪੁਸਤਕਾਂ ਜਦੋਂ ਲਿਖੀਆਂ ਗਈਆਂ, ਪਰ ਉਹ ਸੰਸਕ੍ਰਿਤ ਦੇ ਵਿੱਚ ਸੀਗੀਆਂ। ਉਹਨਾਂ ਦੀ ਵਿਆਖਿਆ ਕਰਨ ਦੇ ਲਈ, ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਜਿਹੜਾ ਵਿਅਕਤੀ ਸੀਗਾ, ਉਹਦਾ ਹੌਲੀ ਹੌਲੀ ਕਰਕੇ ਨਾਂ ਹੀ ਬ੍ਰਾਹਮਣ ਪੈ ਗਿਆ। ਇੱਕ ਤਾਂ ਇਹ ਆ ਕਿ ਬ੍ਰਾਹਮਣ ਦੀ ਜਿਹੜੀ ਆ ਡੈਫੀਨੇਸ਼ਨ, ਉਹਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਕਿ ਬ੍ਰਾਹਮਣ ਜਿਹੜਾ ਇੱਕ ਸਟੇਜ ਤੇ ਜਿਹੜਾ ਉਹਦੀ ਵਿਆਖਿਆ ਕਰਦਾ ਸੀ, ਉਹਨੂੰ ਬ੍ਰਾਹਮਣ। ਫਿਰ ਜਦੋਂ ਉਹ ਪਰਿਵਾਰਾਂ ਦੇ ਨਾਲ ਜੁੜ ਗਿਆ, ਉਹ ਪਿਤਾ ਪੁਰਖੀ ਕਿੱਤਾ ਹੋ ਗਿਆ, ਤਾਂ ਫਿਰ ਉਹਦੇ ਵਿੱਚੋਂ ਜਿਹੜੇ ਲੋਕ ਹੋਰ ਵੀ ਪੈਦਾ ਹੋਏ, ਜਿਨ੍ਹਾਂ ਦਾ ਵਾਦ ਦੇ ਨਾਲ ਸੰਬੰਧ ਉਹ ਨਹੀਂ ਹੈ, ਲੇਕਿਨ ਉਹ ਇੱਕ ਜਾਤ ਦੇ ਤੌਰ ਤੇ ਉਹਨਾਂ ਨੂੰ ਇਸ ਕਰਕੇ ਬ੍ਰਾਹਮਣਵਾਦ। ਤਾਂ ਹੀ ਇਹ ਬਾਰ-ਬਾਰ ਲੋਕ ਜਿਹੜੇ ਸੁਚੇਤ ਆ, ਉਹ ਕਹਿੰਦੇ ਅਸੀਂ ਬ੍ਰਾਹਮਣਾਂ ਦੇ ਨਹੀਂ, ਅਸੀਂ ਬ੍ਰਾਹਮਣਵਾਦ ਦੇ ਖਿਲਾਫ ਹਾਂ। ਔਰ ਇਹ ਅੰਬੇਡਕਰ ਸਾਹਿਬ ਵੀ, ਜਿਨ੍ਹਾਂ ਨੇ ਇੰਨੀ ਫੀਅਰਸ ਫਾਈਟ ਦਿੱਤੀ, ਔਰ ਉਹਨਾਂ ਦੀ ਮੈਂ ਤੁਹਾਨੂੰ ਇੱਕ ਸਟੇਟਮੈਂਟ ਜ਼ਰੂਰ ਸੁਣਾਉਣੀ ਚਾਹੁੰਦਾ। ਉਹ ਕਹਿੰਦੇ ਆ ਕਿ ਵੀ ਇਹ ਮੇਰੀ ਬਦਕਿਸਮਤੀ ਸੀ, ਮੈਂ ਅਛੂਤ ਹਿੰਦੂ ਪੈਦਾ ਹੋਇਆ, ਉਹ ਮੇਰੇ ਵੱਸ 'ਚ ਨਹੀਂ ਸੀ, ਪਰ ਮੈਂ ਹੁਣ ਮਰੂੰਗਾ ਹਿੰਦੂ ਨਹੀਂ, ਇਹ ਮੇਰੇ ਆਪਣੇ ਵੱਸ 'ਚ ਹੈਗਾ ਆ। ਜਿਸ ਕਰਕੇ ਉਹਨੇ ਧਰਮ ਪਰਿਵਰਤਨ ਦਾ ਆਪਣਾ ਜਿਹੜਾ ਨਾ ਉਹ ਐਟੀਟਿਊਡ ਲਿਆ ਸੀ। ਉਸ ਤੋਂ ਬਾਅਦ ਫਿਰ ਬਹੁਤ ਸਾਰੇ ਧਰਮਾਂ ਦਾ ਨੇ ਉਹਦੇ ਮਗਰ। ਪਰ ਉਹ ਨਾਲ ਇਹ ਕੀ ਕਹਿੰਦੇ ਆ, ਜਦੋਂ ਪਾਣੀ ਦੇ ਮੋਰਚਾ ਲੱਗਾ, ਉੱਥੋਂ ਐਂਟੀ ਬ੍ਰਾਹਮਣ ਸਭਾ ਦੇ ਲੋਕ ਗਏ ਉਹਦੇ ਕੋਲ, ਉਹਦੇ ਜਾ ਕੇ ਪਾਰਟੀਸਪੇਟ ਕੀਤਾ। ਨਾਲ ਉਹ ਕਹਿਣ ਲੱਗੇ, ਕਿਉਂਕਿ ਜੇ ਬਈ ਇਹ ਜਿਹੜੇ ਹਿੰਦੂ ਹੈਗੇ ਨੇ, ਬ੍ਰਾਹਮਣ ਨੇ, ਜੇ ਤੁਸੀਂ ਇਹਨਾਂ ਨੂੰ ਦੂਰ ਕਰਦੇ ਹੋ ਤਾਂ ਅਸੀਂ ਤੁਹਾਡੇ ਮੋਰਚੇ 'ਚ ਕੁੱਦ ਜਾਵਾਂਗੇ। ਮਹਾੜ 'ਚ ਜਿਹੜਾ ਉਹਨਾਂ ਨੇ ਪਾਣੀ ਦਾ ਮੋਰਚਾ ਲਾਇਆ ਸੀਗਾ। ਔਰ ਤੁਹਾਨੂੰ ਇਹ ਯਾਦ ਹੋਣਾ ਆ, ਜਿਹੜਾ ਇਤਿਹਾਸ ਦਾ ਭਾਗ ਆ ਹੈ ਕਿ ਵੀ ਉੱਥੇ ਮਨੂ ਸਿਮਰਤੀ ਨੂੰ ਜਿਹੜਾ ਉੱਥੇ ਦਹਨ ਕੀਤਾ ਗਿਆ ਸੀਗਾ। ਔਰ ਅਸੀਂ ਕਹਿੰਦੇ ਕਿ ਜੀ ਉੱਥੇ ਅੰਬੇਡਕਰ ਸਾਹਿਬ ਨੇ, ਲੇਕਿਨ ਜਿਹਨੇ ਮਤਾ ਰੱਖਿਆ ਸੀਗਾ ਉਹ ਸਹਾਸਰ ਬੁੱਧੇ ਸੀ, ਉਹਦਾ ਨਾਂ, ਉਹ ਚਿਤ ਪਾਵਨ ਬ੍ਰਾਹਮਣ ਸੀ। ਯਾਨੀ ਮਤਾ ਕਿਹਨੇ ਰੱਖਿਆ ਸੀ ਉੱਥੇ ਕਿ ਇਹਨੂੰ ਸਾੜਿਆ ਜਾਵੇ, ਹਨਾ, ਜਿਹਦੇ ਤੇ ਉਹਨਾਂ ਨੇ ਜਿਹੜਾ ਜਵਾਬ, ਮਨੂ ਸਿਮਰਤੀ ਨੂੰ ਸਾੜਿਆ ਜਾਵੇ। ਹਾਂ, ਉਹਨੇ ਜਿਹਨੇ ਮਤਾ ਰੱਖਿਆ ਸੀ, ਉਹਦਾ ਨਾਂ ਸੀ ਸਹਾਸਰ ਬੁੱਧੇ, ਉਹ ਚਿਤ ਪਾਵਨ ਬ੍ਰਾਹਮਣ ਸੀਗਾ। ਜਦੋਂ ਬ੍ਰਾਹਮਣ ਸਭਾ ਦੇ ਬੰਬੇ ਤੋਂ ਵਿਅਕਤੀਆਂ ਨੇ ਜਾ ਕੇ ਕਿਹਾ ਕਿ ਇਹਨਾਂ ਨੂੰ ਤੂੰ ਨਾਲ ਨਾ ਰੱਖ ਭਾਈ, ਅਸੀਂ ਤੇਰੇ ਮੂਵਮੈਂਟ 'ਚ ਕੁੱਦ ਜਾਵਾਂਗੇ, ਉਹ ਕਹਿੰਦੇ ਕਿ ਮੈਨੂੰ ਤੁਹਾਡੀ ਬੜੀ ਮਿਹਰਬਾਨੀ, ਐਡੀ ਦੂਰੋਂ ਤੁਸੀਂ ਚੱਲ ਕੇ ਆਏ ਹੋ, ਮੇਰੀ ਸਪੋਰਟ ਕੀਤੀ ਆ, ਇਸ ਮੂਵਮੈਂਟ ਦੀ ਸਪੋਰਟ ਕੀਤੀ ਆ, ਪਰ ਮੈਨੂੰ ਤੁਹਾਡਾ ਇਹ ਪ੍ਰਸਤਾਵ ਮਨਜ਼ੂਰ ਨਹੀਂ ਹੈ, ਕਿਉਂਕਿ ਬ੍ਰਾਹਮਣ ਸਾਡੇ ਮਿੱਤਰ ਵੀ ਨੇ। ਇਹ ਅੰਬੇਡਕਰ ਸਾਹਿਬ ਨੇ ਗੱਲ ਕਹੀ, ਹਨਾ। ਸੋ ਇਸ ਕਰਕੇ ਬ੍ਰਾਹਮਣਵਾਦ ਤੇ ਬ੍ਰਾਹਮਣ ਨੂੰ ਇੱਕਮਿਕ ਕਰਨ ਦਾ ਜਿਹੜਾ ਨਾ ਇਹ ਤਰੀਕਾ ਹੈ, ਇਹ ਬਿਲਕੁਲ ਕਨਫਿਊਜ਼ ਕਰਨ ਵਾਲਾ ਜਿਹੜਾ ਸੋ ਇਸ ਕਰਕੇ ਇਹ ਜਿਹੜੀ ਸਾਊਥ ਦੀ, ਮੈਂ ਇੱਕ ਤਾਂ ਇਹਨੂੰ ਦੋ ਹਿੱਸੇ ਕਰ ਲੈਣੇ ਚਾਹੀਦੇ ਬੜੇ ਕਲੀਅਰ ਕੱਟ। ਇੱਕ ਤਾਂ ਪੋਲਰਾਈਜੇਸ਼ਨ ਜਿਹੜੀ ਹਿੰਦੂ ਸਮਾਜ ਦੇ ਅੰਦਰ, ਕਿ ਉਹ ਲੋਕ ਜਾਤ ਪਾਤ ਦੇ ਖਿਲਾਫ ਲੜੇ, ਜਿਹੜੇ ਔਰਤਾਂ ਦੇ ਹੱਕਾਂ ਦੇ ਲਈ ਲੜੇ, ਜਿਨ੍ਹਾਂ ਨੇ ਕਿਹਾ ਕਿ ਇਹ ਵਰਨ ਵਿਵਸਥਾ ਠੀਕ ਨਹੀਂ ਹੈ ਔਰ ਅਸੀਂ ਇਹਦਾ ਖਾਤਮਾ ਚਾਹੁੰਦੇ ਹਾਂ, ਅੰਤਰਜਾਤੀ ਵਿਆਹਾਂ ਤੱਕ ਦੇ ਏਜੰਡੇ ਲੈ ਕੇ ਲੜੇ। ਉਹ ਹਿੰਦੂ ਸਮਾਜ ਦੇ ਅੰਦਰਲੀ ਮੂਵਮੈਂਟਾਂ ਜਿਹੜੀਆਂ ਉੱਠੀਆਂ, ਉਹਨਾਂ ਨੂੰ ਤਾਂ ਇੱਕ ਪਾਸੇ ਉਹਨਾਂ ਨੂੰ ਕਰ ਲੈਣਾ ਚਾਹੀਦਾ। ਦੂਸਰਾ ਜਿਹੜਾ ਹੁਣ ਇੱਕ ਦਰਾਵੜ ਸਮਾਜ ਦਾ ਹੈਗਾ, ਜਿਹੜਾ ਉਹਦੀ ਅਲੱਗ ਤੋਂ ਜਿਹੜੀ ਮੂਵਮੈਂਟ ਆ, ਉਹ ਕਹਿੰਦੇ ਆ ਕਿ ਸਾਡੀ ਸਭਿਅਤਾ ਦੇ ਵਿੱਚ ਜਾਤ ਪਾਤ ਤੇ ਸੋਸ਼ਲ ਡਿਵੀਜ਼ਨ ਦੀ ਕੋਈ ਨਾਮੋ ਨਿਸ਼ਾਨ ਵੀ ਨਹੀਂ ਸੀ। ਸਾਡਾ ਇਹ ਸੁਸਾਇਟੀ ਦਾ, ਸਾਡੇ ਸੱਭਿਆਚਾਰ ਦਾ, ਸਾਡੇ ਸਭਿਅਤਾ ਦਾ ਹਿੱਸਾ ਹੀ ਨਹੀਂ ਸੀ। ਸਾਡੇ 'ਚ ਤਾਂ ਇਹ ਲੈ ਕੇ ਆਏ ਆ, ਹਨਾ, ਆਰੀਆ ਲੈ ਕੇ ਆਏ ਆ।
ਹਨ ਆਰੀਅਨ ਲੈ ਕੇ ਆਏ ਆ। ਉਹ ਆਰੀਅਨ ਉਹਨਾਂ ਨੂੰ ਬਾਅਦ ਚ, ਲੇਕਿਨ ਉਹਨਾਂ ਨੇ ਪਹਿਲਾਂ ਜਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਆ ਉਹ ਬ੍ਰਾਹਮਣਵਾਦ ਦਾ ਹੀ ਨਾਂ ਲਿਆ ਕਿ ਬ੍ਰਾਹਮਣਿਜ਼ਮ ਜਿਹੜਾ ਨਾ ਉਹ ਲੈ ਕੇ ਆਇਆ। ਜਦੋਂ ਇਹ ਗਾਂਧੀ ਜੀ ਦੀ ਮੂਵਮੈਂਟ ਉੱਠੀ ਤਾਂ ਜਿਹੜੇ ਰਾਮਾਸਾਮੀ ਜਿਹੜੇ ਪ੍ਰਿਆਰ ਸੀਗੇ ਉਹ ਉਹਨਾਂ ਦੇ ਬਹੁਤ ਵੱਡੇ ਸਪੋਰਟਰ ਸੀ ਔਰ ਉਹਨਾਂ ਨੇ ਬੜੀ ਵੱਡੀ ਮੂਵਮੈਂਟ ਸਾਊਥ ਦੀਆਂ ਸਟੇਟਾਂ 'ਚ ਲੜੀ, ਜਿਨ੍ਹਾਂ ਨੂੰ ਉਹ ਪ੍ਰਭਾਸ਼ਿਤ ਕਰਦੇ ਸੀਗੇ ਕਿ ਇਹ ਦਰਾਵੜ ਸੱਭਿਆਚਾਰ ਦਾ ਜਿਹੜਾ ਨਾ ਹੈਗਾ ਖਿੱਤਾ ਆ, ਜਿਹਦੇ 'ਚੋਂ 4 ਸਟੇਟਾਂ ਜਿਹੜੀਆਂ ਨਾ ਉਹ ਬਾਅਦ ਦੇ ਵਿੱਚੋਂ ਕਾਫੀ ਡਿਟੇਲ ਦੇ ਵਿੱਚ ਹੋਈ। ਲੇਕਿਨ ਔਰ ਉਹ ਤੋਂ ਬਾਅਦ ਉਹਨਾਂ ਨੇ ਏਡੀ ਵੱਡੀ ਮੂਵਮੈਂਟ ਖੜੀ ਕੀਤੀ ਕਿ ਉਹ ਹੀਰੋ ਸੀ ਉਸ ਮੂਵਮੈਂਟ ਦੇ, ਠੀਕ, ਸਾਊਥ ਦੇ ਵਿੱਚ। ਬਾਅਦ ਦੇ ਵਿੱਚ ਉਹਨਾਂ ਨੇ ਇਹ ਦੇਖਦਿਆਂ ਹੋਇਆਂ ਕਿ ਇਹ ਜਿਹੜਾ ਜਾਤ ਪਾਤ ਵਾਲਾ ਆਨਸਰ ਹੈਗਾ, ਜਾਂ ਜਿਹੜੀ ਕਾਉਂਸਲ ਦੀ ਕਮੇਟੀ ਵੀ ਆ ਉਹਦੀ ਵੀ ਜਿਹੜੀ ਕੰਪੋਜੀਸ਼ਨ ਦੇ ਜਾਂ ਜਿਹੜੀਆਂ ਸਰਕਾਰ ਦੇ ਅੰਦਰ ਪੋਸਟਾਂ ਨੇ ਜਾਂ ਲੈਜਿਸਲੇਟਿਵ ਹੈ ਉਹਨਾਂ ਦੇ ਅੰਦਰ ਜਦੋਂ ਉਹਨਾਂ ਨੇ ਐਨਾਲਾਈਜ਼ ਕਰਕੇ ਪੇਸ਼ ਕਰਦੇ ਸੀ, ਜਿਨ੍ਹਾਂ ਦੇ ਟੇਬਲ ਵੀ ਅਵੇਲੇਬਲ ਨੇ ਕਿ ਜਿਹੜੇ ਇਹ ਏਰੀਆ ਸੀ, ਇਸ ਏਰੀਆ ਦੇ ਵਿੱਚ 3.2% ਹੀ ਸਿਰਫ ਸੀਗੇ ਉਹ ਜਿਨ੍ਹਾਂ ਨੂੰ ਉਹ ਬ੍ਰਾਹਮਣ ਕਹਿੰਦੇ ਸੀਗੇ, ਹੈ ਨਾ। ਪਰ ਜਿਹੜੀਆਂ ਉਹਨਾਂ ਦੀਆਂ ਪੋਸਟਾਂ ਸੀਗੀਆਂ ਉਹ ਦੇਖ ਕੇ ਫਿਰ ਉਹਦੇ ਤੋਂ ਬਾਅਦ ਇਹ ਸਿੱਧੀ ਲੜਾਈ ਜਿਹੜੀ ਨਾ ਉਹ ਪ੍ਰਿਆਰ ਸਾਹਿਬ ਨੇ ਲੜਨ ਦਾ ਫੈਸਲਾ ਕੀਤਾ, ਰਾਮਾਸਾਮੀ ਪ੍ਰਿਆਰ ਨੇ, ਤੇ ਉਹਨੇ ਆਪਣੀ ਜਸਟਿਸ ਪਾਰਟੀ ਬਣਾ ਲਈ। ਜਸਟਿਸ ਪਾਰਟੀ ਨੇ ਫਿਰ ਇਹਨਾਂ ਇਸ਼ੂਜ਼ ਨੂੰ ਉਠਾਇਆ ਕਿ ਉਹਦੇ 'ਚ ਇੱਕ ਤਾਂ ਇਹ ਆ ਕਿ ਸਮਾਜ ਜਿਹੜਾ ਉਹ ਡਿਵੀਜ਼ਨ ਤੋਂ ਬਿਨਾਂ, ਹੈ ਨਾ, ਸਮਾਜਿਕ ਡਿਵੀਜ਼ਨ ਤੋਂ ਬਿਨਾਂ, ਜਾਣੀ ਉਹਦਾ ਮੈਨਾ ਕਿ ਜਾਤ ਪਾਤ ਤੋਂ ਬਿਨਾਂ ਔਰਤਾਂ ਦਾ ਬਰਾਬਰ ਦਾ ਅਧਿਕਾਰ, ਜਿਹੜਾ ਡੋਮੀਨੈਂਸ ਹੈਗੀ ਆ ਬਾਹਰਲੀ ਉਹਦਾ ਖਾਤਮਾ, ਹੈ ਨਾ। ਫਿਰ ਉਹਨਾਂ ਨੇ ਆਪਣਾ ਦੇਸ਼ ਆ ਜਿਹੜਾ ਉਹ ਇਸ ਤਰ੍ਹਾਂ ਦਾ ਦੇਸ਼ ਇੱਕ ਨੈਸ਼ਨੈਲਿਟੀ ਦੇ ਤੌਰ 'ਤੇ ਤਾਂ ਪਹਿਲਾਂ ਇੱਦਾਂ ਦੇ ਇੱਕ ਰਾਜ ਦੇ ਅਧੀਨ ਕਦੇ ਰਿਹਾ ਹੀ ਨਹੀਂ। ਰਾਜੇ ਸੀ, ਛੋਟੇ ਸੀ, ਵੱਡੇ ਸੀ, ਬਹੁਤ ਸਾਰੀ ਸੈਂਕੜਿਆਂ ਦੇ ਵਿੱਚ ਗਿਣਤੀ, ਸਾਨੂੰ ਵੀ ਪਤਾ। ਜਦੋਂ ਨੇਸ਼ਨ ਦੇ ਤੌਰ ਦੇ ਉੱਤੇ ਸਾਹਮਣੇ ਉੱਭਰ ਕੇ ਆਇਆ ਉਦੋਂ ਫਿਰ ਇਸ ਤਰ੍ਹਾਂ ਦੀਆਂ ਪ੍ਰਪੋਜ਼ਲਾਂ ਉੱਠੀਆਂ ਕਿ ਹੁਣ ਇਹਨੂੰ ਕਿਸ ਤਰ੍ਹਾਂ ਜਾਣੀ ਇੱਕ ਫੈਡਰੇਸ਼ਨ ਦੇ ਤੌਰ 'ਤੇ ਕਿਸ ਤਰ੍ਹਾਂ ਦੀ ਇਹ ਫੈਡਰੇਸ਼ਨ ਹੋਣੀ ਚਾਹੀਦੀ ਆ, ਹੈ ਨਾ। ਇਹ ਨਹੀਂ ਸੀ ਕਿ ਵੀ ਸਾਨੂੰ ਅਲੱਗ ਦੇ ਦਿਓ, ਇੱਦਾਂ ਦਾ ਕੁਝ ਨਹੀਂ ਸੀਗਾ, ਲੇਕਿਨ ਕਿਸ ਤਰ੍ਹਾਂ ਦਾ ਇਹਨੂੰ ਕਿੱਦਾਂ ਡਿਵਾਈਡ ਕੀਤਾ ਜਾਵੇ। ਉਹਦੇ 'ਚ ਫਿਰ ਜਿਹੜੀ ਪ੍ਰਿਆਰ ਸਾਹਿਬ ਦੀ ਵੀ ਪ੍ਰਪੋਜ਼ਲ ਸੀ, ਉਹਨਾਂ ਨੇ ਇਹਨੂੰ 3 ਹਿੱਸਿਆਂ ਦੇ ਵਿੱਚ ਪ੍ਰਪੋਜ਼ ਕੀਤਾ ਸੀ। ਇੱਕ ਨੂੰ ਜਿਹਨੂੰ ਉਹ ਕਹਿੰਦੇ ਸੀਗੇ ਕਿ ਦਰਾਵੜ ਨਾਡੂ, ਜਿੱਦਾਂ ਹੁਣ ਤਾਮਿਲਨਾਡੂ ਹੈਗਾ ਉਹ ਦਰਾਵੜ ਨਾਡੂ ਕਹਿ ਕੇ, ਔਰ ਉਹ ਤੋਂ ਬਾਅਦ ਫਿਰ ਇਹ ਆ ਕਿ ਉਹ ਤੋਂ ਬਾਅਦ ਇਹਦੀ ਅੱਗੇ ਮੂਵ ਫਿਰ ਦੂਸਰਾ ਸੀਗਾ ਕਿ ਜਿਸ ਏਰੀਏ ਦੇ ਵਿੱਚ ਇਹ ਹਿੰਦੂ ਰਹਿੰਦੇ ਨੇ, ਜਿਨ੍ਹਾਂ ਦਾ ਕਲਚਰ ਇਹ ਹੈਗਾ ਆ, ਜਿਹਦੇ 'ਚ ਆਰੀਅਨ ਕਲਚਰ ਹੈਗਾ, ਉਹਨਾਂ ਕਹਿੰਦੇ ਵੀ ਇਹ ਆਰੀਅਨ ਦਾ। ਤੀਸਰਾ ਜਿਹੜਾ ਉਹ ਜਿਹਦੇ 'ਚ ਮੁਸਲਮਾਨ ਕਲਚਰ ਦੇ ਲੋਕ ਰਹਿਣ ਵਾਲੇ, ਉਹ 3 ਪ੍ਰਪੋਜ਼ ਕੀਤੇ ਦਾ ਨਾਮ ਦਿੱਤਾ। ਭਲੇ ਇਹਨਾਂ ਦੀ ਫੈਡਰੇਸ਼ਨ ਹੋਵੇ ਔਰ ਇਹਨਾਂ ਦਾ ਆਪਣੀਆਂ ਜ਼ੁਬਾਨਾਂ, ਖਾਸ ਤੌਰ 'ਤੇ ਸਾਊਥ ਦੇ ਜਿਹੜੇ ਦਰਾਵਿੜੀਅਨ ਲੈਂਗੁਏਜਸ ਦਾ ਜਿਹੜਾ ਇਲਾਕਾ ਹੈਗਾ ਆ, ਜਿਹਦੇ 'ਚ ਦੂਸਰੀਆਂ ਲੈਂਗੁਏਜਸ ਵੀ ਉਹਦਾ ਹਿੱਸਾ ਨੇ, ਜਿਹਦੇ 'ਚ ਕੰਨੜ ਵੀ ਹੈ, ਜਿਹਦੇ 'ਚ ਉੜੀਆ ਵੀ ਹੈ, ਜਿਹਦੇ 'ਚ ਤਾਮਿਲ ਵੀ ਹੈ, ਨਾ, ਮਲਿਆਲਮ ਵੀ ਹੈ। ਔਰ ਉਹ ਜਿਹੜਾ ਆ ਉਹਨਾਂ ਨੂੰ ਉਹ ਜਾਣੀ ਲਿੰਗੁਇਸਟਿਕ ਐਂਗਲ ਦੇ ਉੱਤੋਂ ਜਿਹੜਾ ਸਮਝਦੇ ਕਿ ਇਹ ਸਾਡੇ ਪੁਰਾਣੇ ਉਹ ਸਾਰੀਆਂ ਸਟੇਟਾਂ ਆਪਣੀ ਜ਼ੁਬਾਨ ਪ੍ਰਤੀ ਬਹੁਤ ਜ਼ਿਆਦਾ ਸੈਂਸਿਟਿਵ ਨੇ। ਔਰ ਸੈਂਸਿਟਿਵ ਜਦੋਂ ਇਹ 57 ਦੇ ਵਿੱਚ ਜਾ ਕੇ ਸਕੂਲਾਂ ਦੇ ਵਿੱਚ ਹਿੰਦੀ ਵਗੈਰਾ ਲਾਉਣ ਦੀ ਕੋਸ਼ਿਸ਼ ਕੀਤੀ, ਬੜੀ ਵੱਡਾ ਵਿਰੋਧ ਹੋਇਆ, ਬੜੀ ਵੱਡੀ ਉਹਦੇ 'ਤੇ ਉਹ ਲੜੀ ਗਈ। ਸੋ ਜਦੋਂ ਉਹਨਾਂ ਨੇ ਪ੍ਰਿਆਰ ਸਾਹਿਬ ਨੇ ਮੂਵਮੈਂਟ ਆਈ, ਔਰ ਇੱਥੇ ਇਹ ਵੀ ਦੱਸ ਦੇਣਾ ਚਾਹੀਦਾ ਕਿ ਜਿਹੜਾ ਜਿਨਾਹ ਸੀਗਾ, ਜਿਨਾਹ ਨੇ ਵੀ ਇੱਕ ਪੱਖ ਤੋਂ ਉਦੋਂ ਜਦੋਂ ਕਿ ਉਹਨੂੰ ਪਾਕਿਸਤਾਨ ਦਾ ਖਿਆਲ ਨਹੀਂ ਸੀਗਾ ਕਿ ਪਾਕਿਸਤਾਨ ਹੋਣਾ ਚਾਹੀਦਾ, ਹੈ ਨਾ। ਅਤੇ ਜਦੋਂ ਇਹ ਅੰਬੇਡਕਰ ਸਾਹਿਬ ਵੀ ਕਿ ਕਿਸ ਤਰ੍ਹਾਂ ਦਾ ਇਹਨੂੰ ਜਿਸ ਤੋਂ ਬਾਅਦ ਫਿਰ ਜਿਹੜਾ ਜ਼ੁਬਾਨ ਦੇ ਆਧਾਰਿਤ ਸੂਬਿਆਂ ਦਾ ਫਾਰਮੂਲਾ ਬਾਅਦ 'ਚ ਨਿਕਲਿਆ, ਬਾਅਦ 'ਚ ਬਣਿਆ, ਤਾਂ ਕਿ ਉਹਦੇ 'ਚ ਇੱਦਾਂ ਦੀ ਕੋਈ ਸਕਸੈਸ਼ਨਿਸਟ ਜਿਹੜੀ ਨਾ ਉਹ ਚੀਜ਼ ਨਾ ਨਿਕਲੇ, ਤਾਂ ਫਿਰ ਉਹ ਲੈਂਗੁਏਜ ਦੇ ਆਧਾਰ ਦੇ ਉੱਤੇ, ਅਤੇ ਦੂਸਰੀਆਂ ਸਟੇਟਾਂ ਨੇ ਕੋਈ ਇਹਦਾ ਸਪੋਰਟ ਵੀ ਨਾ ਕੀਤੀ। ਇਸ ਕਰਕੇ ਉਹ ਦੇਖਦਿਆਂ ਹੋਇਆਂ ਕਿ ਜਿਹਨੂੰ ਉਹ ਕਹਿੰਦੇ ਆ ਕਿ ਦਰਾਵੜ ਸਭਿਅਤਾ ਦਾ ਜਿਹੜਾ ਭਾਗ ਹੈਗਾ ਆ, ਉਹ ਕਲੇਮ ਇਹ ਕਰਦੇ ਆ ਕਿ ਇਹ ਸਾਡੀ ਸਭਿਅਤਾ ਦਾ ਭਾਗ ਨਹੀਂ ਹੈ, ਜਿਹਨੂੰ ਅਸੀਂ ਜਾਤ ਪਾਤ ਕਹਿੰਦੇ ਆ। ਇਹ ਸਿੱਧੂ ਸਾਹਿਬ ਨੇ ਠੀਕ ਕਿਹਾ ਕਿ ਜਿਹੜਾ ਪੂਨਾ ਪੈਕਟ ਦੇ ਉੱਤੇ ਤੱਕ, ਉਸ ਤੋਂ ਬਾਅਦ ਵੀ ਮਹਾਤਮਾ ਗਾਂਧੀ ਜੀ ਦੇ ਇਸ ਗੱਲ ਦੇ ਉੱਤੇ ਕਿ ਮੈਂ ਦਲਿਤਾਂ ਨੂੰ
ਹਿੰਦੂ ਸਮਾਜ ਤੋਂ ਵੱਖਰਾ ਨਹੀਂ ਹੋਣ ਦੇਣਾ। ਔਰ ਉਹਦੇ ਵਿੱਚ ਹੀ ਤੇ ਨਾਲ ਉਹ ਦਲੀਲ ਇਹ ਵੀ ਦਿੰਦੇ ਆ ਕਿ ਵੀ ਜਾਤ ਪਾਤ ਮਾੜੀ ਨਹੀਂ ਹੈ, ਛੂਤ ਛਾਤ ਮਾੜੀ ਆ। ਅਲਟੀਮੇਟਲੀ ਫਿਰ ਜਦੋਂ ਇਹਨਾਂ ਦਾ ਉਹ ਰਾਉਂਡ ਟੇਬਲ ਤੋਂ ਜਿੱਤ ਕੇ ਲੈ ਆਏ, ਆਪਣੇ ਅੰਬੇਡਕਰ ਸਾਹਿਬ ਆਪਣੀ ਰਿਜ਼ਰਵੇਸ਼ਨ ਦੀ ਜਿਹੜੀ ਨਾ ਉਹ ਜਿੱਤ ਪ੍ਰਾਪਤ ਕਰਕੇ ਆ ਗਏ। ਉੱਥੋਂ ਟੇਬਲ ਤੋਂ ਹਾਰ ਗਏ ਮਹਾਤਮਾ ਗਾਂਧੀ ਜੀ, ਕਿਸੇ ਨੇ ਸਾਥ ਨਹੀਂ ਦਿੱਤਾ ਉੱਥੇ ਉਹਨਾਂ ਦਾ। ਆ ਕੇ ਜਦੋਂ ਉਹਨਾਂ ਨੇ ਜੇਲ੍ਹ 'ਚ ਮਰਨ ਵਰਤ ਰੱਖ ਲਿਆ ਤਾਂ ਉਹ ਮਰਨ ਵਰਤ ਦੇ ਹਥਿਆਰ ਦੇ ਨਾਲ ਉਹ ਜਿੱਤ ਗਏ, ਯਾਨੀ ਟੇਬਲ ਹਾਰ ਕੇ ਜੇਲ੍ਹ ਦੇ ਵਿੱਚ ਮਰਨ ਵਰਤ ਰੱਖਣ ਤੋਂ ਬਾਅਦ ਜਿੱਤ ਗਏ। ਤੇ ਉਹ ਕੋਈ ਡਰ ਡਰ ਤਾਂ ਸੀਗਾ, ਪਰ ਅੰਬੇਡਕਰ ਸਾਹਿਬ ਨੇ ਇਦਾਂ ਦੇ ਕਿਸੇ ਡਰ ਦੀ ਪਰਵਾਹ ਨਹੀਂ ਕੀਤੀ ਕਿ ਵੀ ਮੇਰੇ ਤੇ ਹਮਲਾ ਕਰਨਗੇ। ਉਹਨੂੰ ਪਤਾ ਸੀਗਾ ਕਿ ਮੇਰੇ ਤੇ ਹਮਲਾ ਵੀ ਹੋ ਸਕਦਾ, ਲੇਕਿਨ ਉਹਨਾਂ ਨੂੰ ਜਦੋਂ ਪੂਨਾ ਪੈਕਟ ਜਦੋਂ ਹੁੰਦਾ ਆ ਉਹਦੇ ਤੇ ਉਹ ਮੰਨ ਜਾਂਦੇ ਆ। ਰਾਉਂਡ ਟੇਬਲ ਤੇ ਮਿਲੀਆਂ ਸੀ ਉਹਨਾਂ ਨੂੰ 78 ਸੀਟਾਂ, ਪੂਨਾ ਪੈਕਟ ਤੇ ਉਹਨਾਂ ਨੂੰ ਦੇ ਦਿੱਤੀਆਂ 149 ਜਾਂ 53, ਇਹਦੇ ਆਸ-ਪਾਸ, ਮੈਨੂੰ ਐਗਜ਼ੈਕਟ ਨੰਬਰ ਨਹੀਂ ਯਾਦ ਹੈ ਨਾ। ਔਰ ਉਸ ਅੱਧੀ ਰਾਤ ਨੂੰ ਨਿਊਯਾਰਕ ਟਾਈਮ ਤੇ ਗਾਰਡੀਅਨ ਦੇ 2 ਪੱਤਰਕਾਰ ਮਿਲਣ ਜਾਂਦੇ ਆ ਅੱਧੀ ਰਾਤ ਵੇਲੇ ਅੰਬੇਡਕਰ ਸਾਹਿਬ ਨੂੰ, ਤਾਂ ਬੈਠੇ ਪੜ੍ਹ ਰਹੇ ਹੁੰਦੇ ਆ। ਔਰ ਉਹਨਾਂ ਸਗੋਂ ਜਾ ਕੇ ਕਹਿੰਦੇ ਕਿ ਅਸੀਂ ਕਾਂਗਰਸੀ ਲੀਡਰਾਂ ਦੇ ਵੀ ਘਰਾਂ 'ਚ ਗਏ ਸੀ, ਸਾਰੇ ਵੱਡੇ ਲੀਡਰਾਂ ਦਾ ਨਾਂ ਲੈਂਦੇ ਆ, ਤੇ ਉਹ ਕਹਿੰਦੇ ਵੀ ਤੁਸੀਂ ਹੁਣ ਇੱਥੇ ਆਏ ਹੋ, ਤੁਹਾਡੀ ਤਸੱਲੀ ਨਹੀਂ ਹੋਈ ਉਹਨਾਂ ਦੇ ਨਾਲ? ਕਹਿੰਦੇ ਨਹੀਂ ਜੀ, ਉਹ ਸੌਂ ਰਹੇ ਸੀਗੇ ਤੇ ਤੁਸੀਂ ਜਾਗ ਰਹੇ ਆ। ਉਹ ਕਹਿੰਦਾ ਹਾਂ, ਉਹ ਸੌਂ ਸਕਦੇ ਆ ਕਿਉਂਕਿ ਉਹਨਾਂ ਦੀ ਕੌਮ ਜਾਗਦੀ ਆ, ਮੇਰੀ ਕੌਮ ਸੁੱਤੀ ਪਈ, ਇਸ ਕਰਕੇ ਮੈਨੂੰ ਜਾਗਣਾ ਪੈਂਦਾ। ਉਹ ਤੋਂ ਬਾਅਦ ਉਹ ਸਿੱਧਾ ਸਵਾਲ ਪੁੱਛਦੇ ਆ ਵੀ ਤੁਹਾਨੂੰ ਕੀ ਫਾਇਦਾ ਹੋਇਆ? ਕਹਿੰਦੇ ਸਾਨੂੰ ਇਹਦਾ ਕੋਈ ਫਾਇਦਾ ਨਹੀਂ ਹੋਣਾ, ਸਾਡੇ ਸਮਾਜ ਨੂੰ ਇਹਦਾ ਕੋਈ ਖਾਸ ਫਾਇਦਾ ਨਹੀਂ ਹੋਣਾ ਹੈ। ਤੁਸੀਂ ਕਹਿੰਦਾ ਆਪੇ ਹੀ ਸੋਚੋ, ਜੇ ਜਨਰਲ ਵੋਟਾਂ ਲੈ ਕੇ ਕੋਈ ਦਲ ਜਿੱਤੂਗਾ ਤਾਂ ਉਹ ਕਿੰਨਾ ਕੁ ਜਾਣੀ ਉਹ ਖੜਾ ਹੋ ਜਾਊਗਾ ਆਪਣੇ ਲੋਕਾਂ ਦੇ ਵਾਸਤੇ, ਉਹ ਤਾਂ ਫਿਰ ਪਾਰਟੀਆਂ ਦੇ ਆਖੇ ਲੱਗੂਗਾ ਨਾ, ਪਾਰਟੀਆਂ ਦੇ ਸਿਧਾਂਤ ਨੂੰ ਲੈ ਕੇ। ਇਹ ਕਹਿੰਦੇ ਹੋਏ ਨਾ ਉਹ ਜਦੋਂ ਜਵਾਬ ਦਿੰਦੇ, ਉਹ ਕਹਿੰਦੇ ਫਿਰ ਕੀਤਾ ਕਿਉਂ? ਉਹ ਕਹਿੰਦੇ ਇੱਕ ਤਾਂ ਇਹ ਆ ਕਿ ਸਾਡੇ ਦੇਸ਼ ਦਾ ਫਿਰ ਵੀ ਉਹ ਸਭ ਤੋਂ ਮਹਾਨ ਬੰਦਾ ਹੈ, ਇੱਕ ਉਹਦੀ ਜਾਨ ਸੀ ਮਹਾਤਮਾ ਗਾਂਧੀ ਦੀ। ਦੂਸਰਾ ਇਹ ਆ ਕਿ ਜੇ ਜਿੱਦ 'ਚ ਆ ਕੇ, ਮੈਂ ਜਿੱਦ 'ਚ ਆ ਕੇ ਆਪਣਾ ਪ੍ਰਿੰਸੀਪਲ ਤਿਆਗ ਦਿੰਦਾ ਤੇ ਉਹ ਜਿੱਦ 'ਚ ਆ ਕੇ ਉਹਨੇ ਆਪਣੀ ਜਾਨ ਗਵਾ ਦੇਣੀ ਸੀ, ਤਾਂ ਜਿਹੜਾ ਉਹਦਾ ਰਿਐਕਸ਼ਨ ਹੋਣਾ ਸੀਗਾ 5.5 ਕਰੋੜ ਲੋਕਾਂ ਦੇ ਉੱਪਰ, ਉਹ ਵੀ ਮੇਰੇ ਸਾਹਮਣੇ ਸੀ, ਹੈ ਨਾ। ਸੋ ਉਹ ਆਪਣੀ ਜਾਨ ਦਾ ਉਹਨੂੰ ਖਤਰਾ ਨਹੀਂ ਸੀਗਾ, ਉਹਨਾਂ ਨੂੰ ਪਤਾ ਸੀ ਕਿ ਪਿੰਡਾਂ ਦੇ ਵਿੱਚ ਜੋ ਕੁਝ ਹੋਣਾ ਵਾਪਰਨਾ ਬਾਅਦ ਦੇ ਵਿੱਚ। ਸੋ ਇਸ ਕਰਕੇ, ਲੇਕਿਨ ਜਦੋਂ ਆਪਾਂ 1946 ਦੇ ਆਸ-ਪਾਸ ਜਾ ਕੇ ਮਹਾਤਮਾ ਗਾਂਧੀ ਜੀ ਦਾ ਦੇਖਦੇ ਨਾ ਰਵੱਈਆ, ਉਹਨਾਂ ਨੂੰ ਇਸ ਗੱਲ ਦੀ ਸਮਝ ਲੱਗ ਗਈ ਸੀ ਔਰ ਉਹ ਉੱਥੇ ਜਾ ਕੇ ਉਹ ਬਦਲੇ ਹੋਏ ਨਜ਼ਰ ਆਉਂਦੇ ਆ। ਜਦੋਂ ਕਹਿੰਦੇ ਕਿ ਨਹੀਂ ਜਾਤ ਪਾਤ 'ਚ ਕੋਈ ਨੁਕਸ ਨਹੀਂ ਹੈਗਾ, ਜਦੋਂ ਇਹਨਾਂ ਨੂੰ ਇੱਕ ਵਾਰੀ ਪਛਤਾਵੇ ਦਾ ਮੌਕਾ, ਇਹ ਲਫ਼ਜ਼ ਕਿਹਾ ਗਿਆ ਅੰਬੇਡਕਰ ਸਾਹਿਬ ਨੂੰ ਮਹਾਤਮਾ ਗਾਂਧੀ ਜੀ ਵੱਲੋਂ ਕਿ ਹਿੰਦੂਆਂ ਨੂੰ ਇੱਕ ਵਾਰੀ ਆਪਣਾ ਪਛਤਾਵਾ ਕਰਨ ਦਾ ਮੌਕਾ ਦੇ ਦੇ, ਹੈ ਨਾ। ਔਰ ਉਹਦੇ ਵਿੱਚੋਂ ਫਿਰ ਉਹ ਨਿਕਲੀ ਵੀ ਮੂਵਮੈਂਟ ਕਿ ਹਾਂ ਮੰਦਿਰਾਂ ਦੇ ਵਿੱਚ ਜਾਣ ਦੀ ਇੱਕ ਮੂਵਮੈਂਟ ਵੀ ਚੱਲੀ ਕਿ ਇਹਨਾਂ ਨੂੰ ਵਾੜਨ ਦਾ, ਹੈ ਨਾ। ਇਸ ਗੱਲ ਦੇ ਉੱਤੇ ਇੰਪਲੀਮੈਂਟੇਸ਼ਨ ਹੋਈ ਵੀ, ਭਾਵੇਂ ਜਿੱਦਾਂ ਦੀ ਵੀ ਹੋਈ। ਲੇਕਿਨ ਇਹ ਆ ਕਿ ਵੀ ਇਹ ਠੀਕ ਆ, ਇਹ ਜਦੋਂ ਸੁਧਾਰ ਹੋ ਜਾਊਗਾ ਆਪਣੇ ਆਪ ਜਿਹੜਾ ਨਾ ਦਲਿਤਾਂ ਦਾ ਦਰਜਾ ਉੱਪਰ ਉੱਠ ਜਾਣਾ ਹੈਗਾ। ਉਹ ਅੰਬੇਡਕਰ ਸਾਹਿਬ ਕਹਿੰਦੇ ਕਿ ਕਿਸੇ ਦੇ ਤਰਸ ਦੇ ਨਾਲ ਨਹੀਂ ਹੈ ਦਰਜਾ ਉੱਪਰ ਉੱਠਣਾ, ਇਹ ਦਰਜਾ ਉੱਠਣਾ ਆ ਜਦੋਂ ਮੇਰੇ ਲੋਕਾਂ ਦੇ ਕੋਲ ਵੀ ਉੱਦਾਂ ਹੀ ਪੈਸੇ ਤੇ ਸਟੇਟਸ ਆ ਜਾਊਗਾ, ਹੈ ਨਾ। ਉਹ ਤਾਂ ਆਊਗਾ ਜੇ ਉਹਨਾਂ ਨੂੰ ਆਪਣਾ ਕੰਮ ਕਰਨ ਦਾ ਪੂਰਾ ਮੌਕਾ। ਸੋ ਮੇਰਾ ਮਤਲਬ ਕਹਿਣ ਤੋਂ ਇਹ ਆ ਕਿ ਇਹ ਉੱਪਰਲਾ ਹਿੱਸਾ ਜਿਹੜਾ ਆਪਣੇ ਭਾਰਤ ਦਾ, ਉਹਦੇ ਵਿੱਚ ਜਿਹੜਾ ਜਾਤ ਪਾਤ ਦਾ ਜਿਹਦੇ ਖਿਲਾਫ ਜਿੱਦਾਂ ਦੀ ਲੜਾਈ ਲੜੀ ਉਹ ਆਪਣੇ ਕਿਸਮ ਦੀ ਆ। ਜਿਹੜੀ ਸਾਊਥ ਦੀ ਲੜਾਈ ਹੈਗੀ ਆ ਦਰਾਵਿਡੀਅਨ ਪੁਆਇੰਟ ਆਫ ਵਿਊ ਤੋਂ, ਉਹ ਆਪਣੇ ਕਿਸਮ ਦੀ। ਉਹ ਕਹਿੰਦੀ ਸਾਡੇ ਤਾਂ ਹੈ ਹੀ ਨਹੀਂ ਸੀ, ਇਹ ਲੈ ਕੇ ਆਏ। ਇਹਦਾ ਹੁਣ ਕੀ ਅਸਰ ਹੋਏਗਾ? ਜਿਹੜੀ ਆਪਾਂ ਅੱਜ ਦੇ ਜਿਹੜੇ ਇਸ਼ੂ ਤੇ ਗੱਲ ਕਰ ਰਹੇ ਹਾਂ, ਹੁਣ ਕੀ ਅਸਰ ਹੋਏਗਾ? ਇਹ ਤਾਂ ਸਾਰਾ ਇਤਿਹਾਸ ਜਿਹੜਾ ਪ੍ਰਸੰਗ ਹੈ ਜਿਹਦੇ ਵਿੱਚ ਸਾਰੀ ਗੱਲ ਆ ਗਈ। ਹੁਣ ਉਹਦੇ ਵਿੱਚ ਇਹ ਹੋਇਆ ਆ ਕਿ ਉਹ ਸਾਰੀਆਂ ਫੋਰਸਿਸ ਦੇ ਇਕੱਠੇ ਹੋਣ ਦਾ ਆਧਾਰ ਪੈਦਾ ਹੋ ਗਿਆ, ਜਿਹੜੀਆਂ ਫੋਰਸਿਸ ਜਾਤ ਪਾਤ ਦੇ ਖਿਲਾਫ ਤੇ ਔਰਤਾਂ ਦੇ ਅਧਿਕਾਰਾਂ ਵਾਸਤੇ ਲੜ ਰਹੀਆਂ, ਚਾਹੇ ਉਹ ਹਿੰਦੂ ਸੈਕਸ਼ਨ ਦੇ ਵਿੱਚ ਹੈਗੀਆਂ, ਚਾਹੇ ਉਹ ਜਿਹੜੇ ਸਾਊਥ ਦੀਆਂ ਸਟੇਟਾਂ ਵਿੱਚ ਹੈ, ਚਾਹੇ ਉਹ ਦੂਸਰੀਆਂ ਹੋਰ ਪ੍ਰੋਗਰੈਸਿਵ ਫੋਰਸਿਸ ਹੈਗੀਆਂ ਜਿਨ੍ਹਾਂ 'ਚ ਆਪਾਂ ਫੋਰ ਫਰੰਟ 'ਤੇ ਵੀ ਕਹਿ ਸਕਦੇ, ਜਿਨ੍ਹਾਂ ਨੇ ਲੜਾਈ ਵੀ ਲੜੀ। ਉਹਨਾਂ 'ਚ ਸਿੱਖ ਕਮਿਊਨਿਟੀ ਵੀ ਹੈਗੀ ਆ, ਉਹਨਾਂ 'ਚ ਕਾਮਰੇਡ ਵੀ ਹੈਗੇ ਆ। ਜਾਣੀ ਇਹ ਆ ਕਿ ਹੁਣ ਜਦੋਂ ਹਾਲਾ ਲਾਲਾ ਮਚੀ ਆ ਤੇ ਸਿੱਧੀ ਜਿਹੜੀ ਕਲੈਰੀਫਿਕੇਸ਼ਨ ਜਿਹੜਾ ਨਾ ਉਹਦਾ ਤੇਜ਼ ਕਲੈਰੀਫਿਕੇਸ਼ਨ ਦਾ ਦੌਰ ਸ਼ੁਰੂ ਹੋ ਗਿਆ ਕਿ ਸਨਾਤਨੀ ਕੌਣ ਨੇ
ਤਾਂ ਆਰੀਆ ਸਮਾਜੀ ਕੌਣ ਨੇ, ਤਾਂ ਹਿੰਦੂ ਜਿਹੜੇ ਆ ਨਾ ਉਹ ਉਹਨਾਂ ਦੀ ਅਸਲ ਡੈਫੀਨੇਸ਼ਨ ਕੀ ਹੈ, ਕਿਹਨਾਂ ਨੂੰ ਕਿਹਾ ਜਾਂਦਾ ਹੈ, ਹਨਾ। ਇਸੇ ਤਰ੍ਹਾਂ ਜਿਹੜਾ ਥੱਲੇ ਸਾਊਥ ਦਾ ਜਿਹੜੇ ਆਪਣੇ ਲੈਂਗੁਏਜਸ ਪ੍ਰਤੀ ਜਿਹੜੇ ਨਾ ਬਹੁਤ ਸਾਵਧਾਨ ਰਹੇ ਹੁਣ ਤੱਕ ਉਹਨਾਂ ਨੇ। ਔਰ ਤੁਹਾਨੂੰ ਇੱਕ ਵਾਰੀ ਇਹ ਦੱਸ ਦਈਏ ਕਿ ਇਹ ਮੰਗ ਕਰਦਿਆਂ ਵੀ ਪਰਿਆਰ ਸਾਹਿਬ ਜਦੋਂ 62 ਦੇ ਵਿੱਚ ਚੀਨ ਦਾ ਹਮਲਾ ਹੋਇਆ, ਉਹਨਾਂ ਨੇ ਉਦੋਂ ਹੀ ਜਿਹੜਾ ਨਾ ਉਹਦੇ ਖਿਲਾਫ ਕਿ ਇੱਕ ਨੈਸ਼ਨਲਿਜ਼ਮ ਦਾ ਜਿਹੜਾ ਇਸ਼ੂ ਸੀਗਾ ਅੱਗੇ ਹੋ ਕੇ ਉਭਾਰਿਆ, ਹਨਾ, ਅੱਗੇ ਹੋ ਕੇ ਉਭਾਰਿਆ। ਜਾਣੀ ਉਹ ਸਕਸੈਸ਼ਨਿਸਟ ਐਂਗਲ ਤੋਂ ਨਹੀਂ ਸੀਗਾ, ਹਨਾ, ਇਹ ਉਹਨਾਂ ਨੇ ਸਾਬਤ ਕਰ ਦਿੱਤਾ ਉਦੋਂ। ਤੇ ਇਸ ਕਰਕੇ ਜਿਹੜੀ ਉਹ ਜਿਹੜਾ ਇਹ ਜਿਹੜਾ ਨਿਖਾਰ ਹੁਣ ਆਇਆ ਆ, ਇਹ ਸਿੱਧਾ ਇੱਕ ਪਹਿਲਾਂ ਪਤਾ ਨਹੀਂ ਸੀ ਲੱਗਦਾ ਕਿ ਰਾਜਨੀਤਿਕ ਮੰਗ ਕਿਹੜੀ ਇਹਦੀ। ਹੁਣ ਇਹ ਚੱਲ ਗਿਆ ਸੱਭਿਆਚਾਰ ਦੇ ਲੈਵਲ ਦੇ ਉੱਤੇ। ਹੁਣ ਜੇ ਸੱਭਿਆਚਾਰ ਦੇ ਲੈਵਲ ਤੇ ਗਈ ਆ ਲੜਾਈ, ਤਾਂ ਹੁਣ ਇਹ ਨਿਖਾਰ ਆਏਗਾ ਕਿ ਕਿਹੜੇ ਲੋਕ ਜਾਤ ਪਾਤ ਛੂਤ ਛਾਤ ਦੇ ਖਿਲਾਫ ਖੜੇ ਆ, ਜਿਹੜੇ ਇਹ ਵਿਤਕਰੇਬਾਜ਼ੀ ਦੇ ਸਮਾਜਿਕ ਡਿਵੀਜ਼ਨ ਦੇ ਖਿਲਾਫ ਆ ਕਿ ਸਮਾਜ ਦੀ ਵੰਡ ਨਹੀਂ ਹੋਣੀ ਚਾਹੀਦੀ, ਤਾਂ ਕਿਹੜੇ ਉਹ ਲੋਕ ਹੈਗੇ ਆ ਜਿਹੜੇ ਔਰਤਾਂ ਨੂੰ ਬਰਾਬਰ ਦੇ ਅਧਿਕਾਰਾਂ ਦੇ ਹੱਕ ਦੇ ਵਿੱਚ ਖੜੇ ਆ। ਇਹ ਉਹ ਏਜੰਡਾ ਜਿਹੜਾ ਨਾ ਸ਼ੁਰੂ ਹੋ ਗਿਆ ਆ। ਹੁਣ ਇਹ ਸਿੱਧੀ ਕਿਸਮ ਦੀ ਕਲਾਸ ਬੇਸ ਤੇ ਲੜਾਈ ਹੈ ਜਿਹੜੀ, ਉਹਦਾ ਮੁੱਢ ਵੱਜ ਗਿਆ। ਸਿੱਧੂ ਸਾਹਿਬ, ਜਿਸ ਤਰ੍ਹਾਂ ਚਾਨਾ ਜੀ ਨੇ ਸਾਰੀ ਗੱਲ ਕੀਤੀ ਹੈ, ਡਾਕਟਰ BR ਅੰਬੇਦਕਰ ਹੋਣਾ ਵਾਲੀ, ਦੂਸਰਾ ਜਿਹੜਾ ਉਹ ਸਾਰਾ ਪ੍ਰਸੰਗ ਇਹਨਾਂ ਨੇ ਸਾਡੇ ਇਤਿਹਾਸ ਦਾ ਸੀਗਾ ਜਿਹਦੇ ਵਿੱਚ ਇਹ ਸਾਰਾ ਕੁਝ ਵਾਪਰਦਾ ਰਿਹਾ, ਤਾਂ ਜਿਸ ਤਰ੍ਹਾਂ ਇਸ ਦਾ ਸਿੱਖ ਸਮਾਜ ਤੇ ਕੀ ਅਸਰ ਹੋਏਗਾ ਜਿਹੜੀ ਹੁਣ ਇਹ ਸਾਰੇ ਚਰਚਾ ਸ਼ੁਰੂ ਹੋਈ ਹੈ, ਔਰ ਜਿਸ ਤਰ੍ਹਾਂ ਚਾਨਾ ਜੀ ਨੇ ਵੀ ਜ਼ਿਕਰ ਕੀਤਾ ਹੈ ਕਿ ਸਿੱਖ ਸਮਾਜ ਨੇ ਜਿਸ ਤਰ੍ਹਾਂ ਉਸ ਸਮੇਂ ਆਪਣੀ ਭੂਮਿਕਾ ਨਿਭਾਈ, ਤਾਂ ਹੁਣ ਤੁਸੀਂ ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਮੈਂ ਥੋੜੀ ਜਿਹੀ ਪ੍ਰੈਕਟੀਕਲ ਇਹਨਾਂ ਨੇ ਥਿਉਰੀ ਦੇ ਲੈਵਲ ਤੇ ਹਿਸਟਰੀ ਲੈਵਲ ਤੇ ਬਹੁਤ ਡਿਟੇਲ ਦੱਸਤਾ ਹੈ ਚਾਨਾ ਜੀ ਨੇ, ਪਰ ਮੈਂ ਪ੍ਰੈਕਟੀਕਲੀ ਗੱਲ ਇਹ ਕਰਦਾ ਹਾਂ ਵੀ ਤੁਸੀਂ ਇਹ ਦੇਖੋ ਵੀ ਸਿੱਖ ਸਮਾਜ ਬਹੁਤ ਛੋਟਾ ਜਿਹਾ ਸਮਾਜ ਹੈ, ਪਾਪੂਲੇਸ਼ਨ ਵਾਈਜ਼ ਵੀ ਸਾਰੀ ਗੱਲ ਹੈ, ਉਹ ਮੋਨੋਲਿਥਿਕ ਨਹੀਂ। ਇਹ ਐਡੇ ਵੱਡੇ ਸਮਾਜ ਨੂੰ ਮੋਨੋਲਿਥਿਕ ਮੰਨੇ ਇੱਕੋ ਮੋਰੀ ਲੰਘਣ ਵਾਲਾ, ਇੱਕੋ ਹੀ ਵਿਚਾਰਧਾਰਾ ਮੰਨਣ ਵਾਲਾ, ਇੱਕੋ ਹੀ ਸੱਭਿਆਚਾਰ ਦਾ ਇਹ ਕਦੇ ਹੋ ਹੀ ਨਹੀਂ ਸਕਦਾ। ਇਹ ਬਿਲਕੁਲ ਕਲੀਅਰ ਸਾਨੂੰ ਮੰਨ ਲੈਣਾ ਚਾਹੀਦਾ ਹੈ ਵੀ ਇਹ ਪ੍ਰੈਕਟੀਕਲੀ ਗੱਲਬਾਤ ਇਹ ਹੈ ਵੀ ਇੱਥੇ ਬ੍ਰਾਹਮਣਵਾਦ ਹੈ ਕਿ ਨਾ, ਜਿਹੜਾ ਸਨਾਤਨੀ ਧਰਮ ਹੈ, ਸਨਾਤਨ ਜਿਹੜਾ ਵਰਸ਼ਨ ਹੈ ਸਾਰਾ ਹਿੰਦੂ ਧਰਮ ਦੇ ਵਿੱਚ, ਜਿਹੜੇ ਓਲਡ ਬੰਦੇ ਆ ਜਿਹਦੇ ਚ ਜਾਤ ਪਾਤ, ਔਰਤ ਦਾ ਤੇ ਹੋਰ ਸਾਰੀ ਜਿਹੜੀ ਨਾ ਬਰਾਬਰੀ ਤੇ ਹੋਰ ਸਾਰੀ ਗੱਲਬਾਤ ਹੈ, ਉਹ ਜਿਹੜੀ ਸਾਰੀ ਆਈਡੀਓਲੋਜੀਕਲ ਵਿਵਸਥਾ ਹੈ ਉਹ ਲਾਗੂ ਹੋ ਰਹੀ ਹੈ ਹਿੰਦੂਤਵ ਰਾਹੀਂ। ਲਿੰਚਿੰਗ ਹੋਣੀ, ਹੋਰ ਸਾਰਾ ਕੁਝ ਕਰਨਾ, ਜਾਂ ਪੈਟਰੀਆਰਕੀ ਜਿਹਨੂੰ ਆਪਾਂ ਪਿਤਰੀ ਵਿਵਸਥਾ ਕਹਿੰਦੇ ਆ, ਤੇ ਉਹ ਸਾਰੀ ਲਾਗੂ ਪਿਤਰੀ ਪ੍ਰਣਾਲੀ ਕਹਿੰਦੇ ਆ, ਇਹ ਸਾਰੀ ਲਾਗੂ ਕਿਹਦੇ ਰਾਹੀਂ ਹੋ ਰਹੀ ਹੈ? ਇਹ ਸਾਰੀ ਲਾਗੂ ਹੋ ਰਹੀ ਹੈ ਇਹ ਜਿਹੜਾ ਹਿੰਦੂਤਵ ਰਾਹੀਂ। ਹਿੰਦੂਤਵ ਜਾਂ ਹਿੰਦੂ ਰਾਸ਼ਟਰ, ਉਹਦਾ ਧੁਰਾ ਹੀ ਬ੍ਰਾਹਮਣਵਾਦ ਹੈ, ਜਿਹਦਾ ਇਹਨਾਂ ਨੇ ਕਾਫੀ ਵਿਆਖਿਆ ਕਰਤੀ। ਬ੍ਰਾਹਮਣਵਾਦ ਹੈ, ਬ੍ਰਾਹਮਣਵਾਦ ਨੂੰ ਅਸੀਂ ਜੇ ਦੂਜੇ ਲੈਵਲ ਤੇ, ਅਸੀਂ ਸਿੱਧੇ ਲੈਵਲ ਤੇ ਕਹੀਏ, ਉਹਦਾ ਸਨਾਤਨ ਜਿਹੜਾ ਸਨਾਤਨੀ ਵਰਸ਼ਨ ਹੈ ਹਿੰਦੂ ਧਰਮ ਦਾ, ਸਨਾਤਨੀ ਹਿੱਸਾ, ਉਹੀ ਉਹਦਾ ਸਾਰਾ ਬੇਸ ਹੈ। ਤੇ ਇਸੇ ਕਰਕੇ ਸਾਰੀ ਚੀਜ਼ ਅਸੀਂ ਕਹਿੰਦੇ ਪੁੱਠੇ ਪਾਸੇ ਪੈ ਰਹੀ ਹੈ, ਜਾਤ ਪਾਤ ਦਾ ਨਾਂ ਹੀ ਨਹੀਂ ਲਿਆ ਜਾ ਰਿਹਾ, ਤੇ ਜਾਤ ਪਾਤ ਤੇ ਇਸੇ ਕਰਕੇ ਵੱਡਾ ਸਮਾਜ, ਸ਼ੋਸ਼ਿਤ ਸਮਾਜ ਹੈ, ਉਸ ਨੂੰ ਐਕਸਪਲੈਟ ਕੀਤਾ ਜਾ ਰਿਹਾ ਹੈ। ਦਲਤਾਂ ਨੂੰ ਤਾਂ ਖਾਸ ਕਰਕੇ ਕੀਤਾ, ਇਸੇ ਕਰਕੇ RS ਜਾਂ ਹਿੰਦੂਤਵਾ ਦੇ ਟਾਰਗੇਟ ਦਲਤ ਵੀ ਹੈ, ਉਹਨਾਂ ਦੀ ਲਿੰਚਿੰਗ ਵੀ ਬਰਾਬਰ ਹੁੰਦੀ ਹੈ। ਜੇ ਔਰਤ ਨਾਲ ਧੱਕਾ, ਉਹਨਾਂ ਦੀ ਲਿੰਚਿੰਗ ਵੀ, ਉਹਨਾਂ ਨੂੰ ਮਾਰਿਆ ਕੁੱਟਿਆ ਇਸੇ ਤਰੀਕੇ ਨਾਲ ਲਟਕਾਇਆ ਜਾ ਰਿਹਾ ਤੇ ਪਬਲਿਕਲੀ ਕੁੱਟਿਆ ਜਾ ਰਿਹਾ, ਤੇ ਉਹਦੀਆਂ ਫਿਰ ਵੀਡੀਓ ਬੜੇ ਪ੍ਰਾਊਡ ਨਾਲ ਬਣਾ ਕੇ ਭੇਜ ਰਹੇ ਆ। ਇਹੀ ਪ੍ਰੈਕਟਿਸ ਹੈ ਜਿਹੜੀ ਇਹ ਸਿੱਖ ਧਰਮ 'ਚ, ਜਿਹੜੀ ਤੁਸੀਂ ਪੁੱਛ ਰਹੇ ਹੋ। ਸਿੱਖ ਧਰਮ 'ਚ ਹਿੰਦੂ ਧਰਮ ਦੀਆਂ ਕਈ ਕਿਤਾਬਾਂ ਇਹੋ ਜਿਹੀਆਂ ਧਾਰਮਿਕ ਸਕ੍ਰਿਪਚਰ ਆ ਜਿਹੜੇ ਜਾਤ ਪਾਤ ਦੀ ਸਪੋਰਟ ਕਰਦੇ ਆ, ਜਿਹੜਾ ਇਹਨਾਂ ਨੇ ਡਿਟੇਲ ਦੱਸਿਆ। ਤੇ ਸਿੱਖ ਧਰਮ ਵਿੱਚ ਗੱਲ ਹੀ ਜਿਹੜੀ ਆ, ਸਾਰਾ ਸਿੱਖ ਧਰਮ ਦਾ ਜਿਹੜਾ ਧਾਰਮਿਕ ਗ੍ਰੰਥ ਹੈ, ਉਹ ਹੈ ਹੀ ਸਾਰੇ ਸ਼ੁਰੂ ਇਹਦੇ ਵਿਰੁੱਧ ਹੀ ਹੋਏ, ਸਾਰੇ ਜਾਤ ਪਾਤ ਵਿਵਸਥਾ ਦੇ ਵਿਰੁੱਧ 'ਚ। ਜਾਤ ਪਾਤ ਨੂੰ ਤੋੜਨ ਲਈ ਸਾਰਾ ਕੁਝ ਖੜਾ ਹੋਇਆ। ਗੁਰੂ ਨਾਨਕ ਦੇਵ ਜੀ ਦਾ ਸਾਰਾ ਸ਼ੁਰੂ ਇੱਥੋਂ ਹੋਇਆ, ਗੁਰੂ ਪੀਰੀਅਡ 'ਚ। ਗੁਰੂ ਪੀਰੀਅਡ ਸਾਰਾ ਜਿਹੜਾ ਸੀਗਾ ਉਹ ਸਮਾਜਿਕ ਲੈਵਲ ਦੀ ਬਰਾਬਰੀ ਤੇ ਸਮਾਜਿਕ ਲੈਵਲ ਦਾ ਇਨਸਾਫ, ਸੋਸ਼ਲ ਜਸਟਿਸ ਤੇ ਸੋਸ਼ਲ ਇਕੁਐਲਿਟੀ ਦੇ ਉੱਤੇ ਖੜਾ ਸੀ ਸਾਰਾ। ਗੁਰੂਆਂ ਨੇ ਤਾਂ ਇਹੀ ਦੋ ਚੀਜ਼ਾਂ ਦੇ ਉੱਤੇ ਹੀ ਸਾਰਾ ਆਪਦੇ ਸਾਰਾ ਉਹਨਾਂ ਦਾ ਸਾਰੀ ਜਿਹੜੇ ਲਾਈਫ ਹੈ, ਉਹਨਾਂ ਦਾ ਅਮਲ ਹੈ, ਸਾਰਾ ਇਸ ਤੇ ਖੜਾ। ਪਰ ਪ੍ਰੈਕਟਿਸ 'ਚ ਕੀ ਹੈ? ਪ੍ਰੈਕਟਿਸ ਵਿੱਚ ਸਾਡੇ ਜਾਤ ਪਾਤ ਦੀ ਵਿਵਸਥਾ ਦੀ ਪੂਰੀ ਜ਼ਿਆਦਾ ਉਸ ਤਰੀਕੇ ਨਾਲ ਅਮਲ ਕੀਤਾ ਜਾ ਰਿਹਾ ਹੈ। ਅਮਲ ਬਹੁਤ ਜ਼ੋਰ ਸ਼ੋਰ ਨਾਲ ਕਰ ਰਿਹਾ, ਜਿਹਦੇ ਨਾਲ ਇੱਕ ਗੱਲ ਮੈਂ ਬੜੇ ਕਹਿਣਾ ਚਾਹੁੰਦਾ
ਵੀ ਜਦੋਂ ਜੀ, ਅਸੀਂ ਜੀ। 100 ਸਾਲਾਂ ਬਾਅਦ 12 ਅਕਤੂਬਰ 1920 ਨੂੰ 2020 ਨੂੰ 1920 ਨੂੰ ਇਹ ਦਲਤਾਂ ਦੀ ਐਂਟਰੀ ਹੋਈ ਸੀ, ਤੇ ਅਸੀਂ ਐਤਕੀ ਸਿੰਘ ਸਭਾ ਵੱਲੋਂ 12 ਅਕਤੂਬਰ 2020 ਨੂੰ 100 ਸਾਲਾਂ ਉੱਤੇ ਉਸੇ ਤਰੀਕੇ ਦੀ ਅਸੀਂ ਦਲਤਾਂ ਵਾਲਾ ਸਾਰਾ ਉਹ ਜਿਹੜਾ ਸੀਨ ਸੀ ਉਸ ਨੂੰ ਦੁਬਾਰਾ ਅਸੀਂ ਉਸੇ ਤਰੀਕੇ ਨਾਲ ਖੜਾ ਕਰਨ ਦੀ ਕੋਸ਼ਿਸ਼ ਕੀਤੀ। ਉਸੇ ਤਰੀਕੇ ਨਾਲ ਅਸੀਂ ਦੇਗ ਸਿਰ ਤੇ, ਸਾਡੇ ਜਿਹੜੇ ਦਲਤ ਸੀ ਉਹਨਾਂ ਦੇ ਸਿਰ ਤੇ ਦੇਗ ਲਿਜਾ ਕੇ ਦਰਬਾਰ ਸਾਹਿਬ ਗਏ, ਤੇ ਪਿੱਛੇ ਸਾਰਾ ਉਸੇ ਤਰੀਕੇ ਨਾਲ ਅਸੀਂ ਜਲੂਸ ਕੱਢ ਕੇ ਤੇ ਬਰਾਬਰੀ ਦੀ, ਜਾਤ ਪਾਤ ਦੇ ਵਿਰੋਧ ਦੀ ਸਾਰੀ ਅਸੀਂ ਗੱਲ ਕੀਤੀ। ਅਸੀਂ ਸਾਰੇ ਪੰਜਾਬ 'ਚ ਉਦੋਂ ਪਹਿਲਾਂ ਮੀਟਿੰਗਾਂ ਕਰਕੇ ਲੋਕਾਂ ਨੂੰ ਕਿਹਾ ਸੀ ਵੀ ਸਾਡੇ ਨਾਲ ਆਇਓ, ਵੱਡਾ ਇਕੱਠ ਕੀਤਾ, ਵੱਡੇ ਅਸੀਂ ਹਾਲ ਦਾ ਇੰਤਜ਼ਾਮ ਕੀਤਾ, ਪਰ ਕੋਈ ਨਹੀਂ ਪਹੁੰਚਿਆ। ਅਸੀਂ ਗਿਣਤੀ ਮਿੰਤੀ 'ਚ ਸਾਰੇ 20-50 ਲੋਕ ਰਹਿ ਗਏ ਸੀਗੇ ਸਾਰੇ। ਸਾਡਾ ਸਭ ਤੋਂ ਵਿਰੋਧ ਹੋਇਆ। ਸਾਡੇ ਤਾਂ ਜਿਹੜੇ ਤਾਂ ਦੇਸ਼ ਵੱਖਰਾ ਬਣਾਉਣਾ ਚਾਹੁੰਦੇ ਆ, ਸਿੱਖ ਰਾਜ ਖੜਾ ਕਰਨਾ ਚਾਹੁੰਦੇ, ਉਹ ਤਾਂ ਕਹਿੰਦੇ ਤੁਸੀਂ ਸਿੱਖਾਂ ਦੇ ਵਿੱਚ ਫੁੱਟ ਪਾ ਰਹੇ ਹੋ। ਦਲਤ ਉਦੋਂ ਉਹਨਾਂ ਦਿਨਾਂ 'ਚ ਤਾਂ ਅਕਾਲ ਤਖਤ ਦਾ ਜਥੇਦਾਰ ਦਲਤ ਓਰੀਜਨ ਚੋਂ ਹੈ, ਉਹ ਵੀ ਆਇਆ ਨਹੀਂ ਮੌਕੇ ਤੇ, SGPC ਨੇ ਵੀ ਨਹੀਂ ਸਪੋਰਟ ਕੀਤੀ। ਸਾਡਾ ਪ੍ਰਸ਼ਾਦ ਉਸੇ ਤਰੀਕੇ ਨਾਲ ਹੀ ਸਨਮਾਨਿਤ ਤਰੀਕੇ ਨਾਲ ਲਿਆ ਨਹੀਂ ਗਿਆ। ਜਾਣ ਪਛਾਣ ਸਾਡੀ ਚਲੋ ਇੰਨੀ ਕੁ ਸੀਗੀ ਕੁਝ ਬੰਦਿਆਂ ਦੀ, ਉਹਦੇ ਨਾਲ ਕੁਝ ਬੰਦੇ ਵਿੱਚੋਂ ਆਪਣੇ ਲੈਵਲ ਤੇ ਹੀ SGPC ਦੇ ਆ ਕੇ ਤੇ ਉਹਨਾਂ ਨੇ ਥੋੜਾ ਜਿਹਾ ਸਾਡਾ ਅਰਦਾਸ ਕਰਤੀ ਉੱਥੇ। ਇੰਨੇ ਤੇ ਦਿਨ ਤਾਂ ਉਹ ਮਨਾਉਣਾ ਹੀ ਕੀ ਸੀਗਾ, ਜਿੱਦਣ ਇਹ ਇਸ ਕਿਸਮ ਦੀ ਐਂਟਰੀ ਖੁੱਲੇ ਦਰਸ਼ਨ ਦਿਦਾਰ ਹੋਏ ਸੀ। ਸਭ ਤੋਂ ਉਲਟਾ ਬਹੁਤ ਜ਼ਿਆਦਾ ਬੁੱਧੀਜੀਵੀ ਉਹਨਾਂ ਨੇ ਲਿਖਣਾ ਸ਼ੁਰੂ ਕਰਤਾ, ਕੌਣ ਕਹਿੰਦਾ ਜੀ ਐਂਟਰੀ ਬੈਨ ਸੀ। ਚਲੋ ਇਸ ਗੱਲ 'ਚ ਮੈਂ ਨਹੀਂ ਪੈਂਦਾ, ਐਂਟਰੀ ਬੈਨ ਨਹੀਂ ਸੀ, ਐਂਟਰੀ ਰਿਸਟ੍ਰਿਕਟਡ ਸੀ। ਖਾਸ ਕਰਕੇ ਉਸ ਵੇਲੇ ਪੁਜਾਰੀਆਂ ਨੇ ਟਾਈਮ ਦਿੱਤਾ ਸੀ, ਇਸ ਵੇਲੇ ਆ ਜਿਹੜੇ ਦਲਤ ਦਰਬਾਰ ਸਾਹਿਬ 'ਚ ਆ ਸਕਦੇ ਆ, ਪੁਜਾਰੀਆਂ ਦਾ ਕੁਝ ਟਾਈਮ ਦਿੱਤਾ ਸੀ, ਖੁੱਲੇ ਦਰਸ਼ਨ ਦਿਦਾਰੇ ਦਾ ਮੌਕਾ ਨਹੀਂ ਸੀ। ਜਿਹੜਾ ਕਿ ਉਦੋਂ ਬਾਅਦ ਫਿਰ ਉਸੇ ਘਟਨਾ ਤੋਂ ਬਾਅਦ 12 ਅਕਤੂਬਰ 1920 ਵਾਲੀ ਘਟਨਾ ਤੋਂ ਬਾਅਦ ਸਾਰਾ ਕੁਝ ਸ਼ੁਰੂ ਹੋਇਆ, ਜਿਹਦੇ ਚੋਂ SGPC ਅਕਾਲੀ ਦਲ ਨਿਕਲਿਆ। ਇਸ ਦੇ ਬਾਵਜੂਦ ਵੀ ਉਹ ਸਾਡੇ ਨਾਲ ਕੋਈ ਵੀ ਮਨਾਉਣ ਨਹੀਂ ਆਇਆ। ਤੇ ਸਿੱਖਾਂ ਦੇ ਵਿੱਚ ਜਿੰਨੇ ਡੇਰੇਦਾਰੀਆਂ, ਆ ਜਿਹੜਾ ਸਨਾਤਨ ਸ਼ਬਦ ਆਇਆ, ਜਿੰਨੇ ਡੇਰੇਦਾਰੀਆਂ, ਜਿੰਨਾ ਇਹਨਾਂ ਦਾ ਸਾਰਾ ਗੁਰਦੁਆਰਿਆਂ ਵਿੱਚ ਵਿਆਖਿਆ ਦਾ ਪ੍ਰਸੰਗ ਹੈ, ਉਹ ਸਾਰਾ ਆਲਮੋਸਟ ਸਨਾਤਨੀ ਹੈ। ਮੈਨੂੰ ਇਸ ਕਹਿਣ 'ਚ ਕੋਈ ਗਰੇਜ ਨਹੀਂ, ਸਾਰਾ ਸਨਾਤਨੀ ਹੈ। ਜਾਤ ਪਾਤ ਉਵੇਂ ਹੀ ਖੜੀ ਹੈ, ਇਹਨਾਂ ਦੇ ਉਸੇ ਤਰੀਕੇ ਨਾਲ ਹੀ ਖੜੀ ਹੈ ਸਾਰਾ ਸਾਡੇ ਸਾਰਾ। ਇਸ ਕਰਕੇ ਜਾਤ ਪਾਤ ਦਾ ਜਿਹੜਾ ਇਹ ਇਸ਼ੂ ਖੜਾ ਹੋਇਆ, ਇਹ ਤੇ ਬਹਿਸ ਹੋਏਗੀ ਤੇ ਬਹੁਤ ਚੰਗੀ ਗੱਲ ਹੈ, ਬਹਿਸ ਹੋਣੀ ਚਾਹੀਦੀ ਹੈ। ਤੇ ਹਿੰਦੂ ਸਮਾਜ ਤਾਂ ਤੁਸੀਂ ਜੋ ਐਡਾ ਛੋਟਾ ਜਿਹਾ ਸਿੱਖ ਸਮਾਜ ਇਕੱਠਾ ਹੈ ਨਹੀਂ ਇੱਕ, ਉਹਦੇ ਜੋ ਜਾਤ ਪਾਤ ਨਹੀਂ ਤੋੜ ਸਕੇ, ਜਿਹਦਾ ਬੇਸ ਹੀ ਐਂਟੀ ਜਾਤ ਪਾਤ ਸੀ, ਜਾਤ ਪਾਤ ਵਿਰੋਧੀ ਖੜਾ ਹੋਇਆ ਸੀ ਸਾਰਾ, ਉਹਦੇ 'ਚ ਨਹੀਂ ਤੇ ਵੱਡੇ ਸਮਾਜ ਵਿੱਚੋਂ ਜਾਤ ਪਾਤ ਕਿਵੇਂ ਕੱਢੋਗੇ। ਤੁਸੀਂ ਇਹ ਦੇਖੋ ਵੀ 70 ਤੱਕ 80 70 75 ਦੇ ਵਿੱਚ ਅੰਕੜੇ ਛਪੇ ਸੀ ਸਾਰੇ, ਪਤਵੰਤ ਸਿੰਘ ਨੇ ਇਕੱਠੇ ਕਰਕੇ, ਰਾਈਟਰ ਹੈ ਜਿਹੜਾ, ਤੇ ਉਹਨੇ ਛਾਪਿਆ ਸੀਗਾ। ਤੇ ਪਤਵੰਤ ਸਿੰਘ ਦੇ ਅੰਕੜੇ ਸੀ ਵੀ 65% ਜਿਹੜੀ ਜੁਡੀਸ਼ਰੀ ਆ ਉਹਦੇ 'ਚ ਬ੍ਰਾਹਮਣ ਹੈ, ਜਿਹਦੇ 'ਚ 3 ਜਾਂ 3 ਤੋਂ 6% ਸਾਰੀ ਪਾਪੂਲੇਸ਼ਨ ਹੈ ਬ੍ਰਾਹਮਣ ਫੈਮਲੀਆਂ ਦੇ ਆ। ਤੇ ਉੱਥੋਂ ਉਹਨੇ ਸਾਰੇ ਵੱਡੇ ਮਿਨਿਸਟਰ ਤੇ ਸਾਰਾ ਤਾਹਾਂ ਤੱਕ ਸਾਰਾ ਕਿਹਾ ਸੀ, ਜਿਹਦੇ 60 ਤੋਂ ਲੈ ਕੇ 70 ਤੱਕ ਸਾਰੀਆਂ ਉੱਪਰਲੀਆਂ ਪੋਜੀਸ਼ਨਾਂ, ਡਿਪਲੋਮੈਟ, ਅੰਬੈਸਡਰ, ਸਾਰਾ ਇਹਨਾਂ ਕੋਲੇ ਸੀ ਸਾਰਾ ਕੁਝ। ਇਸ ਕਰਕੇ ਸਾਰੀ ਗੱਲ ਤਾਂ ਜਿਹੜੀ ਇਸੇ ਕਰਕੇ ਵਿਵਸਥਾ ਉਹ ਚੱਲੀ ਤੁਰੀ ਆਉਂਦੀ ਆ, ਕਾਸਟ ਹਿੱਲਿਆ ਨਹੀਂ ਜਾਂਦਾ। ਤੇ ਦਲਤਾਂ ਦੀ ਜਿਹੜੀ ਗੱਲਬਾਤ ਆ ਉਹ ਇੰਪਲੀਮੈਂਟ ਨਹੀਂ ਹੁੰਦੀ, ਵੈਲਫੇਅਰ ਸਕੀਮਾਂ ਨਹੀਂ ਇੰਪਲੀਮੈਂਟ ਹੁੰਦੀਆਂ। ਇਹ ਸਾਰਾ ਕੁਝ ਸਾਡੇ ਸਿਸਟਮ 'ਚ ਖੜਾ ਹੈ, ਉਸੇ ਤੇ ਹੀ RSS ਖੜੀ ਹੈ। ਤੇ ਕਿਉਂਕਿ RSS ਦਾ ਚੀਫ ਵੀ ਚਿੱਟ ਬ੍ਰਾਹਮਣ ਸੀ, ਜਿਹੜਾ ਆਪਣੇ ਵੱਡੇ ਬ੍ਰਾਹਮਣ ਗਿਣੇ ਜਾਂਦੇ ਆ ਮਹਾਰਾਸ਼ਟਰ 'ਚ, ਜਿਹਦਾ ਨਾਂ ਲਿਆ ਹੁਣੇ ਚਾਨਾ ਜੀ ਨੇ ਨਾਂ ਲਿਆ, ਚਿੱਤਪਵਨ, ਹਾਂ ਚਿੱਤਪਵਨ ਬ੍ਰਾਹਮਣ ਉਹ ਵੀ ਸੀਗੇ ਸਾਰੇ। ਤੇ ਫਿਰ ਇਹ ਵੀ ਕਿਹਾ ਵੀ ਕਾਸਟ ਦੇ ਹੱਕ 'ਚ ਗੋਲਵਾਲਕਰ ਵੀ ਕਾਸਟ ਦੇ ਹੱਕ 'ਚ ਬੋਲਿਆ। ਇਹ ਸਾਰੇ ਹੁਣ ਤੱਕ ਬੋਲਦੇ ਤੁਰੇ, ਕਾਸਟ ਦੇ ਹੱਕ 'ਚ ਬੋਲਣ ਦਾ ਮਤਲਬ ਇਹ ਹੈ, ਉਹ ਤਾਂ ਇੱਥੋਂ ਤੱਕ ਕਹਿ ਦਿੰਦੇ ਵੀ ਜੇ ਤੁਸੀਂ ਕਾਸਟ ਕੱਢ ਦਿਓਗੇ ਤਾਂ ਬ੍ਰਾਹਮਣਵਾਦ ਸਾਰਾ ਹਿੰਦੂਵਾਦ ਡਿੱਗੀ ਪਊ। ਇਸ ਲੈਵਲ ਤੇ ਗੱਲ ਲੈ ਰਹੇ ਆ, ਹਾਲਾਂਕਿ ਸੱਚ ਨਹੀਂ ਹੈ, ਪਰ ਉਹ ਇਸ ਲੈਵਲ ਤੇ ਪੇਸ਼ ਕਰਾਂ ਵੀ ਕਾਸਟ ਜੋ ਕੱਢ ਦਿਓਗੇ ਤਾਂ ਹਿੰਦੂ ਧਰਮ ਹੀ ਡਿੱਗ ਪਊ, ਧਰਮ ਖੜਾ ਹੀ ਨਹੀਂ ਰਹਿੰਦਾ। ਸਵਾਲ ਹਿੰਦੂ ਧਰਮ ਨਹੀਂ, ਹਿੰਦੂਤਵਾ ਨਹੀਂ ਖੜਾ ਰਹਿੰਦਾ। ਇਸ ਕਰਕੇ ਇਹ ਆਪਣੇ ਆਪ ਵਿੱਚ ਬਹੁਤ ਵਧੀਆ ਗੱਲ ਸ਼ੁਰੂ ਹੋਈ ਹੈ। ਕਿੰਨੀ ਕੁ ਇਹਦਾ ਨਾਰਥ ਵਿੱਚ ਅਸਰ ਪੈਂਦਾ ਉਹ ਦੇਖਿਆ ਜਾਏਗਾ। ਪਰ ਸਿੱਖਾਂ ਦੀ ਦੁਰਗਤੀ, ਮੈਂ ਫੇਰ ਕਹਿਣਾ, ਸਾਡਾ ਜਿਹੜੇ ਆਡੀਅנס ਵਿੱਚ ਬਹੁਤ ਜ਼ਿਆਦਾ ਪੰਜਾਬੀ ਹੋਣਗੇ ਸੁਣਨ ਵਾਲੇ, ਸਿੱਖਾਂ ਦੀ ਦੁਰਗਤੀ ਤੇ ਸਾਰੀ ਜਿਹੜੀ ਉਹਨਾਂ ਦੀ ਹੋ ਰਹੀ ਆ ਸਿਆਸੀ ਲੈਵਲ ਦੀ ਦੁਰਗਤੀ ਆ, ਉਹਨਾਂ ਦੀ ਕੋਈ ਕਲਾਊਡ ਨਹੀਂ ਰਿਹਾ ਇੰਡੀਆ ਦੀ ਕਿਸੇ ਪੋਲਿਟਿਕਸ ਵਿੱਚ, ਕੋਈ ਅਸਰ ਨਹੀਂ ਜਾਂ ਕੋਈ ਗਿਣਤੀ ਨਹੀਂ ਰਹੀ। ਉਹਦਾ ਕਾਰਨ ਇਹ ਹੈ
ਇਹ ਜਾਤ ਪਾਤੀ ਬਣ ਗਏ ਆ। ਇਹ ਉਸੇ ਕਿਸਮ ਦੇ ਇਹ ਜਿਹੜੀ ਇਸ ਕਿਸਮ ਦੀ ਜਿਹੜੀ ਆਹ ਕਲਾਸੀਕਲ ਜਿਹੜਾ ਹਿੰਦੂਤਵ ਹੈ ਉਹਦੇ ਤੇ ਜਾ ਕੇ ਖੜੇ ਹੋ ਗਏ ਆ ਤੇ ਇਸੇ ਚੋਂ ਇਹਨਾਂ ਨੂੰ ਮਾਰ ਪੈ ਰਹੀ ਹੈ। ਹਾਂਜੀ ਚਾਹਨਾ ਜੀ ਆਪਣਾ ਸਮਾਂ ਵੀ ਸਮਾਪਤੀ ਵੱਲ ਵਧ ਰਿਹਾ, ਜਿਹੜੀ ਕੋਈ ਆਖਰੀ ਤੁਹਾਡੀ ਟਿੱਪਣੀਆਂ ਸੰਖੇਪ ਚ, ਤੇ ਉਸ ਤੋਂ ਬਾਅਦ ਸਿੱਧੂ ਸਾਹਿਬ ਵੀ ਸੰਖੇਪ ਚ ਆਪਣੀ ਟਿੱਪਣੀ ਕਹਿ ਲੈਣਗੇ। ਦੇਖੋ ਜੰਡੂ ਸਾਹਿਬ, ਇਹਨੂੰ ਆਪਾਂ ਸਮ ਅਪ ਕਰਨ ਦੇ ਲਈ ਤੁਸੀਂ ਪਹਿਲਾਂ ਵੀ ਇੱਕ ਸਵਾਲ ਉਠਾਇਆ, ਉਹਦੇ ਨਾਲ ਰਲਦਾ ਮਿਲਦਾ ਕਿ OBC ਦੀ ਗੱਲ ਕੀਤੀ ਹੈ ਨਾ। ਹੁਣ ਜਿਹੜੀ ਕਲੀਅਰ ਕੱਟ ਜੋ ਨਜ਼ਰ ਆਉਂਦਾ ਕਿ ਕਿੱਧਰ ਨੂੰ ਜਾ ਰਹੀ ਆ ਇਸ ਬਿਆਨ ਤੋਂ ਬਾਅਦ, ਉਹ ਅੰਦਰ ਖਾਤੇ ਦਾ ਉਹ ਜਿਹੜਾ ਨਾ ਉਹ ਚੱਲ ਰਹੀ ਹੋਊਗੀ ਵੇਵ, ਲੇਕਿਨ ਹੁਣ ਜਿਹੜਾ ਇਹਦਾ ਬਾਹਰ ਨਿਕਲ ਕੇ ਲਾਮਬੰਦ ਹੋਣ ਦਾ ਸਮਾਂ ਕੀ ਹੈ, ਇੱਕ ਚਾਂਸ ਪੈਦਾ ਹੋ ਗਿਆ। ਉਹ ਇਹ ਆ ਕਿ ਸਾਰਾ ਤਾਂ ਦਰਾਵਿੜੀਅਨ ਜਿਹੜਾ ਸੱਭਿਆਚਾਰ ਆ ਉਹਦੇ ਨਾਲ ਜੁੜੇ ਹੋਏ ਲੋਕ ਜਿਹੜੇ ਪਹਿਲਾਂ ਹੀ ਜਾਤ ਪਾਤ ਦੇ ਖਿਲਾਫ ਆ। ਦੂਸਰਾ ਇਹ ਆ ਕਿ ਜਿਹੜਾ ਦਲਿਤ ਸੈਕਸ਼ਨ ਹੈ ਇਸ ਦੇਸ਼ ਦਾ, ਜਿਹੜਾ ਉਸ ਤੋਂ ਸਭ ਤੋਂ ਵੱਧ ਪੀੜਤ ਸੈਕਸ਼ਨ ਹੈ ਜਿਹੜਾ, ਉਹ ਸਾਰਾ ਜਿਹੜਾ ਮਹਾਤਮਾ ਫੂਲੇ ਨੇ ਜਿਨ੍ਹਾਂ ਨੂੰ ਲਾਮਬੰਦ ਕਰਨ ਦਾ ਜਿਹੜਾ ਸ਼ੁਰੂ ਕੀਤਾ ਸੀ, ਔਰ ਉਹਦੇ ਤੇ ਸੱਤਿਆਸੋਧਕ ਸਮਾਜ ਵੀ ਕ੍ਰੀਏਟ ਕੀਤਾ, ਔਰ ਉਹਦੇ ਤੇ ਬਹੁਤ ਸਾਰੇ ਜਾਣੀ ਇੱਕ ਜਿਹੜੇ ਸ਼ਿਵਾਜੀ ਦੇ ਪੜਪੋਤੇ ਹੋਏ ਆ ਉਹਨਾਂ ਨੇ ਉਹਦੇ ਤੇ ਅਮਲ ਵੀ ਕੀਤਾ, ਸ਼ਾਹੂ ਜੀ ਮਹਾਰਾਜ ਨੇ। ਔਰ ਉਹਦੇ ਤੇ ਰਿਜ਼ਰਵੇਸ਼ਨ ਜਿਹੜੀ ਮੈਂ ਤੁਹਾਨੂੰ ਇੱਥੇ ਐਡ ਕਰ ਦੇਵਾਂ ਆਪਣੇ ਦਰਸ਼ਕਾਂ ਵਾਸਤੇ, ਕਿ ਰਿਜ਼ਰਵੇਸ਼ਨ ਨਾ ਸਿਰਫ ਦੇਸ਼ ਦੀ ਆਜ਼ਾਦੀ ਤੋਂ ਬਾਅਦ ਨਹੀਂ, ਜਾਂ ਅੰਬੇਡਕਰ ਸਾਹਿਬ ਦੇ ਉਹ ਤੋਂ ਪਹਿਲਾਂ ਸ਼ਾਹੂ ਜੀ ਮਹਾਰਾਜ ਨੇ ਕੋਲਾਪੁਰ ਦੀ ਸਟੇਟ ਦੇ ਵਿੱਚ 50% ਸੀਟਾਂ, ਸਰਕਾਰੀ ਸੀਟਾਂ ਜਿਹੜੀਆਂ ਉਹਦੀਆਂ, ਉਹ ਰਾਖਵੀਆਂ ਰੱਖੀਆਂ ਹੋਈਆਂ ਸੀਗੀਆਂ ਦਲਿਤਾਂ ਵਾਸਤੇ, ਅਛੂਤਾਂ ਵਾਸਤੇ। ਉਦੋਂ ਦਲਿਤ ਸ਼ਬਦ ਨਹੀਂ ਹੁੰਦਾ ਸੀ, ਦਲਿਤ ਸ਼ਬਦ ਆਇਆ ਹੈਗਾ 72 ਦੇ ਵਿੱਚ, ਜਦੋਂ ਮੂਵਮੈਂਟ ਚੱਲੀ ਸੀ ਦਲਿਤ ਪੈਂਥਰ ਵਗੈਰਾ ਦੀ ਨਾ, ਕਿਉਂਕਿ ਮਰਾਠੀ ਸ਼ਬਦ ਹੈਗਾ ਅਛੂਤਾਂ ਵਾਸਤੇ। ਔਰ ਰਿਜ਼ਰਵੇਸ਼ਨ ਦੀ ਇੰਪਲੀਮੈਂਟੇਸ਼ਨ, ਰਿਜ਼ਰਵੇਸ਼ਨ ਨੂੰ ਕੰਸਟੀਟਿਊਸ਼ਨਲ ਮਾਨਤਾ ਮਿਲਣ ਤੋਂ ਕਿਤੇ ਪਹਿਲਾਂ ਸ਼ੁਰੂ ਹੋ ਚੁੱਕੀ ਸੀ। ਇੱਕ ਉਹ ਸੈਕਸ਼ਨ, ਦੂਸਰਾ ਉਹ ਸੈਕਸ਼ਨ ਜਿਹਨੂੰ ਤੁਸੀਂ OBC ਕਹਿੰਦੇ ਆ, ਉਹ ਸੈਕਸ਼ਨ। ਤਿੰਨ ਹੋ ਗਏ ਦ੍ਰਵਿਡੀਅਨ ਸੱਭਿਆਚਾਰ ਦੇ ਲੋਕ, ਔਰ ਦਲਿਤ ਲੋਕ, ਤੇ OBC ਦੇ ਲੋਕ ਜਿਨ੍ਹਾਂ ਨੂੰ ਅਛੂਤਾਂ ਦੇ ਵਿੱਚ ਗਿਣਿਆ ਹੋਇਆ, ਆਪਣਾ ਹਿੰਦੂਆਂ ਚ ਗਿਣਿਆ, ਸ਼ੂਦਰਾਂ ਦੀ ਕੈਟਾਗਰੀ 'ਚ ਜਿਹੜੇ ਆਉਂਦੇ ਆ ਲੋਕ ਇਹਨਾਂ ਦੇ ਹਿਸਾਬ ਦੇ ਨਾਲ, ਉਹ ਲੋਕ, ਤੇ ਉਹ ਲੋਕ ਜਿਨ੍ਹਾਂ ਨੇ ਸੁਧਾਰ ਦੀ ਲਹਿਰ ਨੂੰ ਚੁੱਕਿਆ ਸੀ, ਤੇ ਹੁਣ ਵੀ ਬਹੁਤ ਵੱਡੇ ਪੈਮਾਨੇ ਤੇ ਇਸ ਕਮਿਊਨਿਟੀ ਦੇ ਅੰਦਰ ਲੋਕ ਸੁਧਾਰ ਦੀ ਲਹਿਰ ਦੇ ਨਾਲ ਜੁੜੇ ਹੋਏ ਆ ਤੇ ਲੱਗੇ ਹੋਏ ਆ। ਔਰ ਇਹ ਸਾਰਾ ਜਿਹੜਾ ਸੈਕਸ਼ਨ ਹੈ ਜਿਹਨੂੰ ਇਹ ਹੁਣ ਇਹ ਉਲਟੇ ਪਾਸੇ 85% ਦੇ ਇੱਕ ਜਗ੍ਹਾ ਹੋਣ ਦਾ ਪਲੇਟਫਾਰਮ ਬਣ ਸਕਦਾ ਹੈ, ਜਿੱਦਾਂ ਇੱਥੇ ਡਿਸਕਸ਼ਨ ਸ਼ੁਰੂ ਹੋ ਗਈ ਹੈ। ਔਰ ਇਹ ਡਿਸਕਸ਼ਨ ਉਹਨਾਂ ਨੇ ਸ਼ੁਰੂ ਕੀਤੀ ਆ ਜਿਨ੍ਹਾਂ ਨੂੰ ਅਸਲ ਦੇ ਵਿੱਚ ਇਹ ਨੁਕਸਾਨ, ਇਹ ਜਿਨ੍ਹਾਂ ਨੂੰ ਅਸਲ ਵਿੱਚ ਆਈਸੋਲੇਟ ਕਰੇਗੀ। ਔਰ ਇਹ ਹਾਈਲਾਈਟ ਕਰ ਦਿੱਤਾ ਇੰਨਾ ਜ਼ਿਆਦਾ ਕਿ ਹੁਣ ਸਾਰੇ ਸੈਕਸ਼ਨਾਂ ਦੇ ਅੰਦਰ ਇਹਦੀ ਪੋਲਰਾਈਜੇਸ਼ਨ ਹੋਊਗੀ। ਇਹ ਚਾਰੇ ਸੈਕਸ਼ਨ ਜੋ ਮੈਨੂੰ ਜੋ ਨਜ਼ਰ ਆਉਂਦਾ ਹੈਗਾ, ਉਹ ਇੱਕ ਇਕੱਠੇ ਹੋਣ ਦਾ ਜਿਹੜਾ ਨਾ ਚਾਂਸ ਬਣਦਾ ਜਾ ਰਿਹਾ। ਔਰ ਜਿੱਥੇ ਜਿੱਥੇ ਵੀ, ਜਿੱਦਾਂ ਆਪਾਂ ਪੰਜਾਬੀਆਂ ਦੀ ਗਿਣਤੀ ਕਰਦੇ ਆ ਨਾ, ਕਿ ਜੇ ਆਪਾਂ ਸਾਰੀ ਦੁਨੀਆ 'ਚ ਗਿਣ ਲਈਏ ਤੇ ਪੰਜਾਬੀ ਕਿੰਨੇ ਹੈਗੇ ਆ, ਇਸੇ ਤਰ੍ਹਾਂ ਜਿਹੜੇ ਦਰਾਵੜ ਸੱਭਿਆਚਾਰ ਦੇ ਨਾਲ ਜੁੜੇ ਹੋਏ ਉਹ ਬੋਲੀਆਂ ਬੋਲਣ ਵਾਲੇ, ਤੇ ਉਹਨਾਂ ਦੀ ਗਿਣਤੀ 100 ਮਿਲੀਅਨ ਦੇ ਕਰੀਬ ਜਿਹੜਾ ਨਾ ਉਹ ਰਜਿਸਟਰ ਅੱਜ ਤੋਂ ਕਾਫੀ ਸਾਲਾਂ ਪੁਰਾਣੀ ਦਾ ਇਹ ਹੈਗਾ ਆ। ਸੋ ਇਸ ਕਰਕੇ ਉਹ ਏਡਾ ਵੱਡਾ ਇੱਕ ਸੈਕਸ਼ਨ ਹੈ ਜਿਹੜਾ, ਉਹ ਇਸ ਡਿਸਕਸ਼ਨ ਦੇ ਹੋਰ ਭਖਣ ਦੇ ਨਾਲ, ਜੇ ਤਾਂ ਇਹ ਦਬ ਲਈ ਗਈ ਨਾ, ਸਮਝ ਆ ਗਈ ਉਹਨਾਂ ਨੂੰ, ਤਾਂ ਜੇ ਹੋਰ ਭਖੀ ਤਾਂ ਪੋਲਰਾਈਜੇਸ਼ਨ ਹੋਰ ਵਧੂਗੀ। ਸੋ ਇਸ ਕਰਕੇ, ਔਰ ਇਹ ਇੱਕ ਐਸੇ ਸਮੇਂ ਦੇ ਉੱਤੇ ਇਹ ਇੱਕ ਕਿਸਮ ਦਾ ਜਾਤ ਪਾਤ ਦੇ ਖਿਲਾਫ ਹੋਰ ਡੂੰਘੀ ਹੋਣ ਵਾਲੀ ਇੱਕ ਲਹਿਰ ਜਿਹੜੀ ਹੈ ਨਾ, ਉਹਦੇ ਲਈ ਰਾਹ ਖੁੱਲ੍ਹ ਰਿਹਾ ਹੈ, ਜਿਹੜਾ ਮੈਨੂੰ ਨਜ਼ਰ ਆਉਂਦਾ। ਸਭ ਤੁਹਾਡੀ ਕੋਈ ਇਹਦੇ ਤੇ ਸੰਖੇਪ ਟਿੱਪਣੀ? ਸੰਖੇਪ ਟਿੱਪਣੀ ਤੁਸੀਂ ਮੈਨੂੰ ਉਹਦਾ ਦੱਸੋ ਜਿਹੜਾ BP ਸਿੰਘ ਨੇ ਰਿਪੋਰਟ ਜਾਰੀ ਕੀਤੀ ਸੀ, ਇੰਪਲੀਮੈਂਟ ਕੀਤੀ ਸੀ ਮੰਡਲ ਕਮਿਸ਼ਨ ਦੀ ਰਿਪੋਰਟ। ਦੇਖੋ, ਮੰਡਲ ਕਮਿਸ਼ਨ ਵੇਲੇ ਮੈਂ ਦਿੱਲੀ ਦੇ ਵਿੱਚ ਕਵਰ ਕਰਦਾ ਰਿਹਾ, ਤੇ ਮੰਡਲ ਤੇ ਜਿਹੜੀ ਕਮੰਡਲ ਮਿਸ਼ਨ ਜਿਹੜੀ ਇਹਨਾਂ ਨੇ, ਕਰਮੰਡਲ ਸੀ ਜਿਹੜੀ ਹਿੰਦੂਤਵ ਜਿਹੜੀ ਸ਼ੁਰੂ ਕੀਤੀ ਸੀ, ਉਹ ਅਡਵਾਨੀ ਵਰਗਿਆਂ ਨੇ ਕੀਤੀ ਸੀ ਉਹਨਾਂ ਦਿਨਾਂ ਦੇ ਵਿੱਚ, ਤੇ ਉਹਦਾ ਪੋਲਰਾਈਜੇਸ਼ਨ ਸਾਰੀ ਅਸੀਂ ਦੇਖਦੇ ਰਹੇ ਹਾਂ, ਤੇ ਕਿਵੇਂ
ਉੱਥੇ ਮਤਲਬ ਕਿ ਵੀ ਕਿਸੇ ਨੂੰ ਗੁੰਮਰਾਹ ਕਰਕੇ ਮੁੰਡਿਆਂ ਨੂੰ ਫਿਰ ਜਿਨ੍ਹਾਂ ਨੇ ਹਜੇ ਨੌਕਰੀ ਦਾ ਉਹਨਾਂ ਨੂੰ ਪਤਾ ਵੀ ਨਹੀਂ ਸੀ, ਹਜੇ ਕਾਲਜ ਦੀ ਪਹਿਲੀ ਜਾਂ ਫਸਟ ਈਅਰ ਸੈਕੰਡ ਈਅਰ ਕਾਲਜ 'ਚ ਪੜ੍ਹਦੇ ਹੁੰਦੇ ਸੀ, ਉਹਨਾਂ ਨੂੰ ਉਸਕਾ ਕੇ ਲਿਆ ਕੇ ਤੇ ਅੱਗ ਮਿੱਟੀ ਦਾ ਤੇਲ ਪਾ ਕੇ ਕਰ ਦੇਣਾ, ਜਿਹਦੀਆਂ 2-3 ਘਟਨਾਵਾਂ ਸਾਡੇ ਸਾਹਮਣੇ ਅਸੀਂ ਰਿਪੋਰਟ ਵੀ ਕੀਤੀਆਂ। ਤੇ ਕਿਵੇਂ ਸਾਡੇ ਮੀਡੀਆ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਫੈਲਾ ਕੀਤਾ ਜਾਂਦਾ ਸੀ, ਛੋਟੀ ਜਿਹੀ ਗੱਲ ਹੁੰਦੀ ਸੀ ਵਧਾ ਦਿੱਤੀ ਜਾਂਦੀ ਸੀ। ਇਹ ਸਾਰਾ ਇਸੇ ਤਰੀਕੇ ਦਾ ਉਦੋਂ ਹੋਇਆ ਸੀਗਾ। ਮੰਡਲ ਤੇ ਕਰਮੰਡਲ ਦਾ ਆਪਸ ਵਿੱਚ ਦੀ ਟਕਰਾਅ ਉਹ ਦੇ ਉੱਤੇ ਲਾਸਟ ਕੋਈ ਟਿੱਪਣੀ ਕਰਨਾ ਚਾਹੁੰਦਾ ਵੀ ਮਾਸਟਰ ਤਾਰਾ ਸਿੰਘ ਨੇ ਜਦੋਂ ਰਿਜ਼ਰਵੇਸ਼ਨ ਦਲਿਤਾਂ ਨੂੰ ਦਵਾਈ ਤਾਂ ਉਹ ਸਿੱਖ ਧਰਮ ਦੇ ਵਿੱਚ ਐਕਸੈਪਟ ਕਰ ਲਿਆ ਗਿਆ। ਕਨਫੈਸ਼ਨ ਸੀ ਵੀ ਸਾਡੇ ਵਿੱਚ ਪ੍ਰੈਕਟਿਸ ਵਿੱਚ ਲੈ ਜਾਂਦਾ ਗਿਆ ਵੀ ਇਹ ਸਾਡੇ ਵਿੱਚ ਵੀ ਇਹ ਕਾਸਟ ਸਿਸਟਮ ਹੈਗਾ ਤੇ ਇਹ ਮੰਨਿਆ ਗਿਆ। ਉਹੀ ਗੱਲ ਫਿਰ ਐਸਜੀਪੀਸੀ ਵਿੱਚ ਵੀ ਹੁਣ ਰਿਜ਼ਰਵੇਸ਼ਨ ਹੈ, ਐਸਜੀਪੀਸੀ 'ਚ ਵੀ ਰਿਜ਼ਰਵੇਸ਼ਨ ਮੰਨੀ ਗਈ ਹੈ। ਜਿਹੜਾ ਕਿ ਧਾਰਮਿਕ ਬਿਲਕੁਲ ਧਾਰਮਿਕ ਅਦਾਰਾ ਜਿਹਦਾ ਮਤਬਲੀ ਧਰਮ ਦੇ ਉੱਤੇ ਹੈ ਜਾਂ ਸਕ੍ਰਿਪਚਰ ਦੇ ਉੱਤੇ ਆਧਾਰਿਤ ਹੈ, ਗੁਰੂ ਗ੍ਰੰਥ ਸਾਹਿਬ ਉੱਤੇ ਆਧਾਰਿਤ ਸਾਰਾ ਕੁਝ ਹੈ, ਉਹਦੇ ਵਿੱਚ ਵੀ ਤੁਸੀਂ ਰਿਜ਼ਰਵੇਸ਼ਨ ਪਾਤੀ ਹੈ। ਕਿਉਂਕਿ ਉਂਝ ਤੁਸੀਂ ਆਉਣ ਹੀ ਨਹੀਂ ਦਿੱਤਾ ਐਸਜੀਪੀਸੀ ਦੇ ਮੈਂਬਰਾਂ ਵਿੱਚ, ਕੋਈ ਦਲਿਤਾਂ ਤੋਂ ਵਾਲੇ ਪਾਸੇ ਆਉਣ ਹੀ ਨਹੀਂ ਸੀ ਦਿੱਤਾ। 1930 ਵਿੱਚ ਤੁਸੀਂ ਫੜ ਕੁੱਟੇ ਆ ਸਾਰੇ ਬੰਦੇ ਜਿਹੜੇ ਦਲਿਤਾਂ ਵਾਲੇ ਪਾਸਿਓਂ ਜਿਹੜੇ ਸਿੱਖ ਸੀਗੇ, ਦਲਿਤ ਸਿੱਖ ਕਹਿ ਦਈਏ ਜਾਂ ਉਸ ਕਿਸਮ ਦੇ ਸਿੱਖ ਸੀ ਉਸ ਵੇਲੇ ਦੇ, ਤੇ ਉਹ ਇਕੱਠੇ ਹੋ ਕੇ ਆਏ ਤੇ ਉੱਥੇ ਕਈ ਵਾਰ ਇਨਸੀਡੈਂਟ ਹੋਏ ਵੀ ਕੁੱਟ ਕੇ ਭਜਾਏ ਉੱਥੋਂ ਵੀ ਸਾਡਾ ਹਿੱਸਾ ਵੀ ਦਿਓ। ਤਾਂ ਫਿਰ ਬਾਬੇ ਗਦਰੀਆਂ ਨੇ ਉਦੋਂ ਥੋੜਾ ਜਿਹਾ ਇੰਟਰਵੀਨ ਕਰਕੇ 2 ਮੈਂਬਰ ਪਹਿਲੀ ਵਾਰ ਲਏ ਸੀਗੇ। ਚਲੋ ਇਹ ਹਿਸਟਰੀ 'ਚ ਮੈਂ ਪੈਣਾ ਨਹੀਂ ਚਾਹੁੰਦਾ। ਤੇ ਇਸ ਕਰਕੇ ਸਿੱਖ ਧਰਮ ਦੇ ਵਿੱਚ ਜਦੋਂ ਕਿ ਜਾਤ ਪਾਤ ਵਿਰੋਧੀ ਸਾਰਾ ਧਰਮ ਖੜਾ ਹੈ, ਸਾਰੇ ਸਾਡੇ ਧਾਰਮਿਕ ਗ੍ਰੰਥ ਖੜੇ ਆ ਤੇ ਸਾਰੇ ਗੁਰੂਆਂ ਦੀ ਸਾਰਾ ਜਿਹੜੀ ਅਮਲ ਆ ਸਾਰੇ ਇਸੇ ਦੇ ਵਿਰੁੱਧ ਖੜਾ ਤੇ ਉਹਨਾਂ ਦਾ, ਫੇਰ ਵੀ ਸਾਡੇ ਜਾਤ ਪਾਤ ਉਸੇ ਤਰੀਕੇ ਨਾਲ ਪ੍ਰੈਕਟਿਸ 'ਚ ਲਿਆਂਦੀ ਗਈ ਹੈ ਤੇ ਜਿਹਦਾ ਐਸਜੀਪੀਸੀ ਨੇ ਵੀ ਲਿਆਂਦਾ। ਹਰ ਧਾਰਮਿਕ ਅਦਾਰੇ ਵਿੱਚ ਸਾਡੇ ਇੱਥੋਂ ਤੱਕ ਹੈ ਵੀ ਸਾਡੇ ਤਾਂ ਇੰਨੀ ਡਿਵੀਜ਼ਨ ਹੋ ਗਈ ਸਿੱਖ ਧਰਮ ਦੇ ਵਿੱਚ, ਉਹ ਵਿਚਾਰੇ ਗੁਰਦੁਆਰਿਆਂ ਵਿੱਚ ਵੀ ਜਾ ਕੇ ਉੱਥੇ ਉਹਨਾਂ ਗ੍ਰੰਥੀਆਂ ਨਾਲ ਕਈ ਕਿਸਮ ਦੇ ਵਿਤਕਰੇ ਹੁੰਦੇ ਆ। ਇਸ ਕਰਕੇ ਬੜੀ ਬਦਕਿਸਮਤੀ ਹੈ। ਇਹ ਸਾਰੀ ਗੱਲ ਜਿੰਨੀ ਨੰਗੀ ਹੋਵੇ ਤੇਜ਼ੀ ਨਾਲ, ਜਿੰਨਾ ਪਰਦਾ ਪੋਸ਼ੀ ਹੈ ਦੂਰ ਹੋਵੇ, ਉਨਾ ਹੀ ਚੰਗਾ ਕੰਮ ਹੈ। ਇੱਥੇ ਹੀ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਔਰ ਦੋਸਤੋ, ਜਿਸ ਤਰ੍ਹਾਂ ਸਾਡੇ ਵਿਸ਼ੇਸ਼ ਮਹਿਮਾਨਾਂ ਦੀ, ਚਾਨਾ ਜੀ ਦੀ, ਸਿੱਧੂ ਸਾਹਿਬ ਦੀ ਰਾਏ ਹੈ ਕਿ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੈ ਉਦੈਨਿਧੀ ਸਟਾਲਨ ਦੇ ਬਿਆਨ ਤੋਂ ਬਾਅਦ, ਉਸ ਨੇ ਸਾਡੇ ਸਮਾਜ ਦੇ ਵਿੱਚ ਇੱਕ ਨਵੀਂ ਜਿਹੜੀ ਚਰਚਾ ਛੇੜੀ ਹੈ, ਉਹਦੇ ਨਾਲ ਇੱਕ ਸੱਭਿਆਚਾਰਕ ਤੇ ਸਮਾਜਿਕ ਕਤਾਰਬੰਦੀ ਲਈ ਨਵੇਂ ਰਾਹ ਖੋਲ੍ਹੇ ਹੈ ਤੇ ਇਸ ਦਾ ਰਾਜਸੀ ਤੌਰ ਤੇ ਕੀ ਅਸਰ ਪਏਗਾ, ਇਹ ਅਸੀਂ ਆਉਣ ਵਾਲੇ ਸਮੇਂ 'ਚ ਦੇਖਾਂਗੇ। ਇੱਥੇ ਹੀ ਅਸੀਂ ਆਪਦੀ ਅੱਜ ਦੀ ਜਿਹੜੀ ਗੱਲਬਾਤ ਹੈ ਉਸਨੂੰ ਸਮਾਪਤ ਕਰਦੇ ਹਾਂ। ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ, ਦੋਸਤੋ, ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਤੇ ਜੇ ਇਹ ਸਾਰੇ ਪ੍ਰੋਗਰਾਮ ਦੇ ਬਾਰੇ ਇਹ ਜਿਹੜੀ ਅਸੀਂ ਚਰਚਾ ਕੀਤੀ ਹੈ, ਤੁਹਾਡੀ ਕੋਈ ਰਾਏ ਹੋਵੇ, ਕੋਈ ਤੁਹਾਡੀ ਟਿੱਪਣੀ ਹੋਵੇ, ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਤੁਸੀਂ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਚਾਨਾ ਜੀ, ਸਿੱਧੂ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਸ਼ੁਕਰੀਆ ਜੀ। ਸ਼ੁਕਰੀਆ।